ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ, ਸਮੁੰਦਰ ਅਤੇ ਜੋ ਕੁਝ ਵੀ ਉਹਨਾਂ ਵਿੱਚ ਹੈ ਸਭ ਦੀ ਸ੍ਰਿਸ਼ਟੀ ਕੀਤੀ ਅਤੇ ਸ੍ਰਿਸ਼ਟੀ ਦੀ ਉਸ ਵੇਰ ਤੋਂ ਪਰਮੇਸ਼ਵਰ ਦੇ ਗੁਣ ਵੇਖੇ ਅਤੇ ਸਾਰਿਆਂ ਦੁਆਰਾ ਜਾਣੇ ਜਾਂਦੇ ਹਨ। ਜਿਵੇਂ ਕਿ ਇੱਕ ਇਮਾਰਤ ਨੂੰ ਬਣਾਉਣ ਵਾਲੇ ਦੀ ਲੋੜ ਹੈ, ਸ੍ਰਿਸ਼ਟੀ ਇੱਕ ਸਿਰਜਣਹਾਰ ਦੀ ਮੰਗ ਕਰਦੀ ਹੈ ਅਤੇ ਜਿਵੇਂ ਕਿ ਇੱਕ ਵਿਲੱਖਣ ਢਾਂਚਾ ਇੱਕ ਕੁਸ਼ਲ ਕਾਰੀਗਰ ਵੱਲ ਸੰਕੇਤ ਕਰਦਾ ਹੈ, ਸਾਡਾ ਅਦਭੁਤ ਵਿਸ਼ਵ ਇੱਕ ਅਚਰਜ ਸਿਰਜਣਹਾਰ ਦੀ ਮਹਿਮਾ ਨੂੰ ਪ੍ਰਗਟ ਕਰਦਾ ਹੈ। ਪਰਮੇਸ਼ਵਰ ਦੇ ਅਚੰਭੇ ਸਾਡੇ ਆਲੇ ਦੁਆਲੇ ਹਨ ਅਤੇ ਇਹ ਅਚੰਭੇ ਸਾਡੇ ਸਿਰਜਣਹਾਰ ਬਾਰੇ ਜ਼ਿਆਦਾ ਪ੍ਰਗਟ ਕਰਦੇ ਹਨ। ਸ੍ਰਿਸ਼ਟੀ ਰਾਹੀਂ ਅਸੀਂ ਉਸ ਦੀ ਸ਼ਕਤੀ ਅਤੇ ਬੁੱਧੀ ਦੀ ਝਲਕ ਵੇਖਦੇ ਹਾਂ, ਉਸ ਦੇ ਪ੍ਰਤਾਪ ਅਤੇ ਦੇਖ-ਰੇਖ ਦੀ। ਸ੍ਰਿਸ਼ਟੀ ਉਹਨਾਂ ਨਾਲ ਬੋਲ ਰਹੀ ਹੈ ਜੋ ਸੁਣਨਗੇ। ਮੈਂ ਡਾਕਟਰ ਜੌਨ ਵਿਟ ਕੌਂਬਾ, ਸਾਡੇ ਨਾਲ ਸ਼ਾਮਿਲ ਹੋਵੋ ਜਦੋਂ ਅਸੀਂ ਸ੍ਰਿਸ਼ਟੀ, ਵਿਵੇਕ ਅਤੇ ਪਰਮੇਸ਼ਵਰ ਦੇ ਮਹਿਮਾ ਦੀ ਖੋਜ ਕਰਦੇ ਹਾਂ। ਸ੍ਰਿਸ਼ਟੀ ਰਾਹੀਂ ਪਰਮੇਸ਼ਵਰ ਦੀ ਸ਼ਕਤੀ ਪ੍ਰਦਰਸ਼ਿਤ ਹੁੰਦੀ ਹੈ। ਬਸੰਤ ਰੁੱਤ ਵਿੱਚ ਨਵੇਂ ਪੌਦਿਆਂ ਤੋਂ ਕੁੱਖ ਵਿੱਚ ਵਿਕਸਿਤ ਹੋ ਰਹੇ ਨਵੇਂ ਜੀਵਨ ਤੱਕ, ਜਿੱਥੇ ਕਿਤੇ ਵੀ ਅਸੀਂ ਵੇਖੀਏ, ਸਿਰਜਣਹਾਰ ਦੀ ਸੰਚਾਰ ਸ਼ਕਤੀ ਅਪੁੱਲ ਹੈ। ਉਹ ਤਾਰਿਆਂ ਨੂੰ ਉਹਨਾਂ ਦੇ ਕ੍ਰਮ ਵਿੱਚ ਰੱਖਦਾ ਹੈ। ਉਸ ਨੇ ਸ਼ਾਨਦਾਰ ਪਹਾੜਾਂ ਨੂੰ ਬਣਾਇਆ। ਉਹ ਲਾਭਦਾਇਕ ਮੌਸਮਾਂ ਨੂੰ ਬਣਾਈ ਰੱਖਦਾ ਹੈ ਅਤੇ ਉਸ ਦੇ ਹੱਥ ਵਿੱਚ ਹਰੇਕ ਜਿਉਂਦੀ ਵਸਤੂ ਦਾ ਜੀਵਨ ਹੈ। ਇਹ ਅਸਲੀਅਤ ਕਿ ਸਾਡੇ ਕੋਲ ਇੱਕ ਵਿਸ਼ਵ ਹੈ ਸਾਨੂੰ ਦੱਸਦਾ ਹੈ ਕਿ ਸਾਨੂੰ ਇੱਕ ਸਿਰਜਣਹਾਰ ਦੀ ਲੋੜ ਹੈ, ਕਿਉਂਕਿ ਤੁਸੀਂ ਵੇਖੋ ਕਿ ਵਿਸ਼ਵ ਦਾ ਇੱਕ ਆਰੰਭ ਹੈ ਅਤੇ ਇਸ ਲਈ ਕਾਰਨ ਦੀ ਮੰਗ ਕਰਦਾ ਹੈ। ਵਿਸ਼ਵ ਵਿੱਚ ਊਰਜਾ ਦਾ ਇੱਕ ਆਰੰਭ ਸੀ ਅਤੇ ਇਸ ਲਈ ਕਾਰਨ ਦੀ ਲੋੜ ਹੈ ਅਤੇ ਲੋਕ ਆਖਦੇ ਹਨ, ਚੰਗਾ ਠੀਕ ਹੈ, ਪਰਮੇਸ਼ਵਰ ਨੇ ਵਿਸ਼ਵ ਬਣਾਇਆ, ਪਰ ਤਦ ਪਰਮੇਸ਼ਵਰ ਨੂੰ ਕਿਸ ਨੇ ਬਣਾਇਆ? ਪਰ ਵੇਖੋ, ਪਰਮੇਸ਼ਵਰ ਸਦੀਪਕ ਹੈ, ਪਰਮੇਸ਼ਵਰ ਦਾ ਕੋਈ ਆਰੰਭ ਨਹੀਂ ਅਤੇ ਇਸ ਲਈ ਕਾਰਨ ਦੀ ਲੋੜ ਨਹੀਂ ਹੈ ਅਤੇ ਇਸ ਨੂੰ ਸਮਝਣਾ ਥੋੜਾ ਮੁਸ਼ਕਿਲ ਹੋ ਸਕਦਾ ਹੈ। ਪਰ ਸਦੀਪਕ ਪ੍ਰਾਣੀ ਹੋਣ ਬਾਰੇ ਇੱਥੇ ਕੁਝ ਵੀ ਅਸੰਗਤ ਨਹੀਂ, ਇੱਥੇ ਕੁਝ ਵੀ ਨਹੀਂ ਤਾਂ ਕੁਝ ਹੋਂਦ ਵਿੱਚ ਆਉਣ ਬਾਰੇ ਅਸੰਗਤ ਹੈ, ਕਿਉਂ ਜੋ ਕਾਰਨ ਅਤੇ ਪਰਿਣਾਮ ਨੂੰ ਭੰਗ ਕਰਦਾ ਹੈ। ਇੱਕ ਪ੍ਰਸਿੱਧ ਵਿਕਾਸਵਾਦੀ ਨੂੰ ਇੱਕ ਵਾਰ ਪੁੱਛਿਆ ਗਿਆ ਕਿ ਵੱਡਾ ਧਮਾਕਾ ਕਿੱਥੋਂ ਆਇਆ ਸੀ ਅਤੇ ਉਸਨੇ ਸਧਾਰਨ ਆਖਿਆ, ਜੇਕਰ ਤੁਹਾਨੂੰ ਕਦੇ ਕਿਸੇ ਨੇ ਪੁੱਛਿਆ ਕਿ ਵੱਡੀ ਊਰਜਾ ਕਿੱਥੋਂ ਆਈ ਹੈ, ਤਦ ਉਹਨਾਂ ਨੂੰ ਪੁੱਛੋ ਕਿ ਕਿੱਥੋਂ ਪਰਮੇਸ਼ਵਰ ਆਇਆ ਹੈ। ਅਤੇ ਮੈਂ ਸੋਚਦਾ ਹਾਂ ਕਿ ਜੋ ਉਸਨੇ ਸੱਚਮੁੱਚ ਆਖਿਆ, ਉਹ ਜੋ ਉਸਨੇ ਸੋਚਿਆ ਨਾਲੋਂ ਕਿਤੇ ਜ਼ਿਆਦਾ ਅਰਥਪੂਰਨ ਸੀ। ਕੁਝ ਤਾਂ ਸਦੀਪਕ ਹੋਣਾ ਹੀ ਹੈ, ਜਾਂ ਤਾਂ ਵੱਡੀ ਊਰਜਾ ਸਦੀਪਕ ਹੈ ਜਾਂ ਪਰਮੇਸ਼ਵਰ ਸਦੀਪਕ ਹੈ। ਵਿਗਿਆਨ ਨੇ ਸਾਨੂੰ ਵੱਡੀ ਊਰਜਾ ਬਾਰੇ ਬਹੁਤ ਸਿਖਾਇਆ ਹੈ। ਇਹਨਾਂ ਵਿੱਚੋਂ ਇੱਕ ਗੱਲ ਇਹ ਹੈ ਕਿ ਇਹ ਖਤਮ ਹੁੰਦਾ ਜਾਂਦਾ ਹੈ। ਵੱਡੀ ਊਰਜਾ ਦਾ ਸਦੀਪਕ ਹੋਣਾ ਕੁਝ ਵੀ ਅਰਥ ਨਹੀਂ ਰੱਖਦਾ ਹੈ। ਪਰਮੇਸ਼ਵਰ ਦਾ ਸਦੀਪਕ ਹੋਣਾ ਸਮਝ ਆਉਂਦਾ ਹੈ। ਜਿਵੇਂ ਕਿ ਅਸੀਂ ਇਬਰਾਨੀਆਂ ਦੇ ਪਹਿਲੇ ਅਧਿਆਇ ਵਿੱਚ ਪੜ੍ਹਦੇ ਹਾਂ, ਆਕਾਸ਼, ਪੂਰਾ ਵਿਸ਼ਵ ਪੁਰਾਣਾ ਹੁੰਦਾ ਅਤੇ ਕੱਪੜੇ ਵਾਂਗੂ ਬਦਲੇ ਜਾਣਗੇ, ਪਰ ਤੂੰ ਹੈ ਪ੍ਰਭੂ ਅਟਲ ਰਹਿੰਦਾ ਹੈ। ਬਾਈਬਲ ਵਰਣਨ ਕਰਦੀ ਹੈ ਕਿ ਇੱਥੇ ਇੱਕ ਪਰਮੇਸ਼ਰ ਹੈ ਜੋ ਸਾਰੇ ਜੀਵਨ ਅਤੇ ਊਰਜਾ ਦਾ ਸਿਰਜਣਹਾਰ ਅਤੇ ਸਾਧਨ ਹੈ। ਦੀਆਂ ਤਾਕਤਾਂ ਉਸ ਦੇ ਹੱਥ ਦੁਆਰਾ ਊਰਜਾ ਨੂੰ ਪਾਉਂਦੀਆਂ ਹਨ ਅਤੇ ਨਿਰਦੇਸ਼ਿਤ ਹੁੰਦੀਆਂ ਹਨ। ਕਿਨੇ ਇੱਕ ਆਉਣ ਵਾਲੇ ਤੂਫਾਨ ਦੀ ਗੜਗੜਾਹਟ ਨੂੰ ਮਹਿਸੂਸ ਨਹੀਂ ਕੀਤਾ ਅਤੇ ਪਰਮੇਸ਼ਰ ਦੇ ਬਲ ਤੇ ਧਿਆਨ ਨਹੀਂ ਕੀਤਾ ਹੈ। ਬਿਜਲੀ ਦੀ ਗੜਗੜਾਹਟ ਵਾਲਾ ਤੂਫਾਨ ਸਿਰਜਣਹਾਰ ਦੀ ਸ਼ਕਤੀ ਦਾ ਇੱਕ ਅਦਭੁਤ ਪ੍ਰਦਰਸ਼ਨ ਹੈ। ਇੱਕ ਔਸਤਨ ਗੜਗੜਾਹਟ ਵਾਲਾ ਤੂਫਾਨ ਕਈ ਸੈਂਕੜਾਂ ਲੱਖਾਂ ਗੈਲਨ ਪਾਣੀ ਨੂੰ ਵਹਾਉਂਦਾ ਹੈ, ਉਸ ਪਾਣੀ ਦੀ ਮਾਤਰਾ ਦੇ ਬਰਾਬਰ ਜੋ ਨਾਇਗਰਾ ਫਾਲ ਤੋਂ ਹਰ 6 ਮਿੰਟ ਤੇ ਡਿੱਗਦਾ ਹੈ। ਉਹੀ ਤੂਫਾਨ 1 ਕਰੋੜ ਕਿਲੋਵਾਟ ਘੰਟਿਆਂ ਦੀ ਊਰਜਾ ਨੂੰ ਪੈਦਾ ਕਰਦਾ ਹੈ, ਜੋ 20 ਕਿਲੋ ਟਨ ਪਰਮਾਣੂ ਯੁੱਧ ਦੇ ਬਰਾਬਰ ਹੈ। ਅਤੇ ਵੱਡੀ ਮਾਤਰਾ ਵਿੱਚ ਗੰਭੀਰ ਗੜਗੜਾਹਟ ਦੇ ਤੂਫਾਨ 10 ਗੁਣਾ ਜਾਂ ਇੱਥੋਂ ਤੱਕ ਕਿ 100 ਗੁਣਾ ਜ਼ਿਆਦਾ ਊਰਜਾ ਵਾਲੇ ਹੋ ਸਕਦੇ ਹਨ। ਕਿਸੇ ਵੀ ਪਲ ਸੈਂਕੜਾ ਤੂਫਾਨ ਸੰਸਾਰ ਵਿੱਚ ਕਿਤੇ ਵੀ ਆ ਸਕਦੇ ਹਨ। ਇਹ ਮਾਤਰਾ ਹਰ ਸਾਲ ਲਗਭਗ 1 ਕਰੋੜ 60 ਲੱਖ ਗੜਗੜਾਹਟ ਦੇ ਤੂਫਾਨਾਂ ਦੀ ਹੈ।
ਦੇ ਨਾਲ ਮਿਲੀ ਬਿਜਲੀ ਇੱਕ ਪੂਰੇ ਆਕਾਸ਼ ਮੰਡਲ ਨੂੰ ਪ੍ਰਕਾਸ਼ਮਾਨ ਕਰਦੀ ਹੈ। ਇੱਕ ਗੋਲੀ ਲੰਬਾਈ ਵਿੱਚ 8 ਕਿਲੋਮੀਟਰ ਤੱਕ ਜਾ ਸਕਦੀ ਹੈ, ਜਿਸ ਵਿੱਚ 1 ਕਰੋੜ ਬਿਜਲੀ ਦੀ ਇਕਾਈ ਸ਼ਾਮਿਲ ਹੁੰਦੀ ਹੈ ਅਤੇ ਇੱਕ ਸਕਿੰਟ ਵਿੱਚ ਹੀ 28,000 ਡਿਗਰੀ ਸੈਲਸੀਅਸ ਤਾਪਮਾਨ ਲਈ ਉਡਾਰੀ ਮਾਰ ਸਕਦੀ ਹੈ। ਸੂਰਜ ਦੀ ਤਹਿ ਤੋਂ ਵੀ ਜ਼ਿਆਦਾ ਗਰਮ। ਔਸਤਨ ਬਿਜਲੀ ਹਰ ਸਕਿੰਟ ਵਿੱਚ 100 ਗੁਣਾ ਧਰਤੀ ਨੂੰ ਮਾਰਦੀ ਹੈ। ਕਈ ਲੱਖਾਂ ਗੋਲੀਆਂ ਹਰ ਦਿਨ ਧਰਤੀ ਤੇ ਆਉਂਦੀਆਂ ਹਨ। ਭਿਆਨਕ ਸ਼ਕਤੀ, ਬੇਯਕੀਨੀ ਗਤੀ ਅਤੇ ਚਮਕੀਲਾ ਪ੍ਰਕਾਸ਼ ਸਾਡੇ ਸਿਰਜਣਹਾਰ ਦੀ ਸ੍ਰੇਸ਼ਟ ਸ਼ਕਤੀ ਦਾ ਸਪਸ਼ਟ ਪ੍ਰਗਟਾਓ ਹੈ। ਗੜਗੜਾਹਟ ਦੇ ਤੂਫਾਨ ਵਾਤਾਵਰਣ ਵਿੱਚ ਬੇਯਕੀਨਾ ਤੱਤ ਹੈ। ਉਹ ਅਚਰਜ ਹਨ, ਉਹ ਸ਼ਕਤੀਸ਼ਾਲੀ ਹਨ, ਉਹ ਡਰਾਉਣੇ ਹਨ। ਉਹਨਾਂ ਤੋਂ ਹਰ ਕਿਸਮ ਦੀ ਊਰਜਾ ਨਿਕਲਦੀ ਹੈ। ਉਹ ਜੋ ਮੁੱਢਲੇ ਤੌਰ ਤੇ ਹੋ ਰਿਹਾ ਹੈ ਕਿ ਗੜਗੜਾਹਟ ਦਾ ਤੂਫਾਨ ਸਾਡੇ ਵਾਤਾਵਰਣ ਵਿੱਚ ਸਿੱਧੇ ਸੰਕੇਤਾਂ ਦੁਆਰਾ ਵੱਡੀ ਮਾਤਰਾ ਵਿੱਚ ਊਰਜਾ ਨੂੰ ਦੇ ਰਿਹਾ ਹੈ। ਗੜਗੜਾਹਟ ਦੇ ਤੂਫਾਨ ਪਾਣੀ ਦੇ ਚੱਕਰ ਵਿੱਚ ਇੱਕ ਵੱਡਾ ਯੋਗਦਾਨ ਦਿੰਦੇ ਹਨ। ਜਲ ਚੱਕਰ ਵਿੱਚ ਪਾਣੀ ਸਮੁੰਦਰ ਤੋਂ ਭਾਫ਼ ਬਣ ਕੇ ਉੱਡਦਾ ਹੈ। ਭਾਫ਼ ਮਹਾਂਦੀਪਾਂ ਵਿੱਚ ਖਿੰਡ ਜਾਂਦੀ ਅਤੇ ਤਦ ਇਹ ਮੀਂਹ ਵਜੋਂ ਡਿੱਗਦੀ ਅਤੇ ਤਦ ਵਾਪਸ ਸਮੁੰਦਰ ਵੱਲ ਰੁੜ ਜਾਂਦੀ ਹੈ। ਗੜਗੜਾਹਟ ਦੇ ਤੂਫਾਨ ਉਸ ਚੱਕਰ ਦਾ ਇੱਕ ਵੱਡਾ ਹਿੱਸਾ ਹਨ, ਜਿੱਥੇ ਉਹ ਜਲ ਭਾਫ਼ ਵਾਪਸ ਦਰਵ ਜਲ ਜਾਂ ਮੀਂਹ ਵਿੱਚ ਆਉਂਦਾ ਅਤੇ ਧਰਤੀ ਤੇ ਡਿੱਗਦਾ ਹੈ। ਬਿਜਲੀ ਅਤੇ ਗੜਗੜਾਹਟ ਦੇ ਤੂਫਾਨ ਪਵਿੱਤਰ ਸ਼ਾਸਤਰ ਵਿੱਚ ਵਿਦਰੋਹੀ ਲੋਕਾਂ ਵਿਰੁੱਧ ਪਰਮੇਸ਼ਵਰ ਦੇ ਕ੍ਰੋਧ ਦੇ ਇੱਕ ਚਿੰਨ੍ਹ ਵਜੋਂ ਪ੍ਰਯੋਗ ਕੀਤੇ ਗਏ। ਪਰ ਹਰ ਕੋਈ ਬਿਜਲੀ ਅਤੇ ਤੂਫਾਨ ਦੀ ਅਦਭੁਤ ਸੁੰਦਰਤਾ ਅਤੇ ਤਾਜ਼ੀ ਹਵਾ ਦੀ ਸੁਗੰਧ ਦੁਆਰਾ ਆਕਰਸ਼ਿਤ ਹੁੰਦਾ ਹੈ। ਬਿਜਲੀ ਆਪਣੇ ਆਪ ਹਵਾ ਵਿੱਚ 2 ਗੈਸਾਂ ਨਾਈਟ੍ਰੋਜਨ ਅਤੇ ਹਾਈਡਰੋਜਨ ਨੂੰ ਉਪਜਾਊ ਬਣਾਉਣ ਲਈ ਪਾਉਂਦੀ ਹੈ। ਜਦੋਂ ਬਿਜਲੀ ਹਵਾ ਰਾਹੀਂ ਆਉਂਦੀ ਹੈ, ਇਹ ਭਾਫ਼ ਦੀ ਕਿਸਮ ਵਿੱਚ ਨਾਈਟ੍ਰੋਜਨ ਨੂੰ ਦਿੰਦੀ ਹੈ ਅਤੇ ਇਸ ਨੂੰ ਜਲ ਵਿੱਚ ਰਚਾ ਦਿੰਦੀ ਹੈ ਅਤੇ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਡਿੱਗਦੀ ਹੈ। ਇਸ ਲਈ ਸਾਡੀ ਫਸਲ ਗੜਗੜਾਹਟ ਨਾਲ ਉਤਪੰਨ ਨਾਈਟ੍ਰੋਜਨ ਦੁਆਰਾ ਉਪਜਾਊ ਹੁੰਦੀ ਹੈ। 4000 ਸਾਲ ਪਹਿਲਾਂ ਅਯੂਬ ਨੇ ਇਹਨਾਂ ਸ਼ਬਦਾਂ ਦੁਆਰਾ ਸਰਬਸ਼ਕਤੀਮਾਨ ਦੇ ਪ੍ਰਦਰਸ਼ਨ ਤੇ ਵਿਚਾਰ ਕੀਤਾ। ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ, ਪਰ ਬੱਦਲ ਉਹਨਾਂ ਦੇ ਹੇਠ ਪਾੜਦਾ ਨਹੀਂ। ਉਹ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੰਦਾ ਹੈ, ਆਪਣੀ ਬੁੱਧ ਨਾਲ ਤੂਫਾਨ ਨੂੰ ਤੋੜਦਾ ਹੈ। ਵੇਖੋ, ਇਹ ਉਹਦੇ ਰਾਹ ਦੇ ਕੰਢੇ ਹੀ ਹਨ ਅਤੇ ਅਸੀਂ ਉਹਨਾਂ ਦੀ ਕਿੰਨੀ ਹੌਲੀ ਆਵਾਜ਼ ਨੂੰ ਸੁਣਦੇ ਹਾਂ, ਪਰ ਉਹਦੀ ਸਮਰੱਥਾ ਦੀ ਗਰਜ ਕੌਣ ਸਮਝ ਸਕਦਾ ਹੈ। ਇਸ ਤਰ੍ਹਾਂ ਗੜਗੜਾਹਟ ਦੇ ਤੂਫਾਨ ਅਤੇ ਕੁਦਰਤੀ ਘਟਨਾਵਾਂ ਜੋ ਬਹੁਤ ਊਰਜਾਵਾਨ ਹਨ, ਮੈਂ ਸੋਚਦਾ ਹਾਂ ਕਿ ਉਹ ਇਸ ਬਾਰੇ ਇੱਕ ਪਾਠ ਹੈ। ਜੇਕਰ ਪਰਮੇਸ਼ਰ ਇਹ ਕਰ ਸਕਦਾ ਹੈ, ਉਹ ਕਿਸ ਵਰਗਾ ਹੋਵੇਗਾ। ਭਾਵੇਂ ਕਿ ਅਸੀਂ ਇਸ ਸਮੁੱਚੀ ਸ਼ਕਤੀ ਨੂੰ ਨਾ ਸਮਝੀਏ, ਇਹ ਸ਼ਾਨਦਾਰ ਪ੍ਰਦਰਸ਼ਨ ਸਾਰਿਆਂ ਲਈ ਸਾਡੇ ਮਹਾਨ ਪਰਮੇਸ਼ਰ ਦੇ ਡਰ ਵਿੱਚ ਖੜੇ ਹੋਣ ਦਾ ਕਾਰਨ ਹੋਣਾ ਚਾਹੀਦਾ ਹੈ। ਸਾਡਾ ਸੂਰਜ ਅਪਾਰ ਹੈ ਅਤੇ ਇਸ ਦੀ ਊਰਜਾ ਦੀ ਮਾਤਰਾ ਵਿਸ਼ਾਲ ਹੈ। ਸੂਰਜ ਦਾ ਕੇਂਦਰ ਇੱਕ ਝੁਲਸਾਉਣ ਵਾਲਾ 1 ਕਰੋੜ 50 ਲੱਖ ਡਿਗਰੀ ਸੈਲਸੀਅਸ ਹੈ। ਭਾਵੇਂ ਕਿ ਸੂਰਜ 15 ਕਰੋੜ ਕਿਲੋਮੀਟਰ ਧਰਤੀ ਤੋਂ ਦੂਰ ਹੈ, ਸੂਰਜ ਦੀ ਰੋਸ਼ਨੀ ਊਰਜਾ ਦਾ ਸਾਡਾ ਮੁੱਖ ਸਰੋਤ ਹੈ। ਸੂਰਜ ਤੋਂ ਊਰਜਾ ਭਿਅੰਕਰ ਦਰ ਨਾਲ ਨਿਕਲਦੀ ਹੈ, ਲਗਭਗ 5 ਅਰਬ ਕਿਲੋਗ੍ਰਾਮ ਪਦਾਰਥ ਹਰ ਸੈਕਿੰਡ। ਇਹ ਦਿਨ ਰਾਤ ਸਾਲਾਂ ਦਰ ਸਾਲਾਂ ਚੱਲਦਾ ਜਾਂਦਾ ਹੈ। ਕੁਦਰਤ ਵਿੱਚ ਪਰਮੇਸ਼ਵਰ ਦੀ ਸ਼ਕਤੀ ਦੀਆਂ ਕਈ ਉਦਾਹਰਨਾਂ ਹਨ। ਪੂਰਾ ਵਿਸ਼ਵ ਉਸ ਦੇ ਸ਼ਬਦ ਤੋਂ ਬਣਿਆ ਹੈ। ਜ਼ਬੂਰ 33:9 ਆਖਦਾ ਹੈ ਕਿ ਪਰਮੇਸ਼ਵਰ ਬੋਲਿਆ ਅਤੇ ਇਹ ਹੋ ਗਿਆ। ਉਸਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ। ਇੱਕ ਚੰਗੀ ਉਦਾਹਰਣ ਵਜੋਂ ਸਾਡੇ ਨੇੜੇ ਦੇ ਤਾਰੇ, ਸੂਰਜ ਤੇ ਧਿਆਨ ਦਿਓ। ਸੂਰਜ ਇੱਕ ਸਕਿੰਟ ਵਿੱਚ ਉਸ ਨਾਲੋਂ ਜੋ ਮਨੁੱਖ ਜਾਤੀ ਨੇ ਆਦਮ ਹਵਾ ਤੋਂ ਲੈ ਕੇ ਊਰਜਾ ਪੈਦਾ ਕੀਤੀ ਨਾਲੋਂ ਜ਼ਿਆਦਾ ਊਰਜਾ ਪੈਦਾ ਕਰਦਾ ਹੈ। ਸੂਰਜ ਅਸਲ ਵਿੱਚ ਇਸ ਦੀ ਊਰਜਾ ਨੂੰ ਪਰਮਾਣੂ ਕਿਰਿਆ ਦੁਆਰਾ ਹਾਈਡਰੋਜਨ ਨੂੰ ਹੀਲੀਅਮ ਵਿੱਚ ਇੱਕ ਵੱਡੀ ਮਾਤਰਾ ਵਿੱਚ ਬਦਲਦੇ ਹੋਏ ਪੈਦਾ ਕਰਦਾ ਹੈ ਅਤੇ ਇਹ ਸਾਰੇ ਤਾਰਿਆਂ ਲਈ ਸੱਚ ਹੈ। ਸਾਡੀ ਆਪਣੀ ਆਕਾਸ਼ ਗੰਗਾ ਵਿੱਚ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਇੱਥੇ 100 ਅਰਬ ਤਾਰੇ ਹਨ ਅਤੇ ਇਸ ਤੋਂ ਵੀ ਅੱਗੇ ਡੂੰਘੇ ਸਥਾਨ ਵਿੱਚ ਅਸੀਂ 100 ਖਰਬ ਜ਼ਿਆਦਾ ਆਕਾਸ਼ ਗੰਗਾ ਨੂੰ ਵੇਖਦੇ ਹਾਂ। ਇੱਕ ਵਿਅਕਤੀ ਇਸ ਕਿਸਮ ਦੀ ਊਰਜਾ ਅਤੇ ਸ਼ਕਤੀ ਨੂੰ ਸਮਝਣਾ ਆਰੰਭ ਨਹੀਂ ਕਰ ਸਕਦਾ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਅਤੇ ਇਹ ਸਭ ਪਰਮੇਸ਼ਰ ਦੇ ਸ਼ਬਦ ਦੁਆਰਾ ਰਚਿਆ ਗਿਆ ਸੀ। ਸੂਰਜ ਧਰਤੀ ਨੂੰ ਗਰਮੀ ਦਿੰਦਾ ਹੈ ਅਤੇ ਇਹ ਧਰਤੀ ਤੇ ਸਾਰੀ ਮੌਸਮ ਪ੍ਰਣਾਲੀ ਨੂੰ ਚਲਾਉਂਦਾ ਹੈ। ਜ਼ੋਰਦਾਰ ਤੂਫਾਨ, ਹਨੇਰੀ, ਗੜਗੜਾਹਟ ਦੇ ਤੂਫਾਨ, ਸਿਰਫ ਮੀਂਹ ਦੇ ਬੱਦਲ, ਹਵਾ, ਇਹ ਸਭ ਸੂਰਜ ਦੀ ਊਰਜਾ ਤੋਂ ਸੰਚਾਲਿਤ ਹੁੰਦਾ ਹੈ। ਅਤੇ ਊਰਜਾ ਜਿਹੜੀ ਸਾਡੇ ਕੋਲ ਧਰਤੀ ਤੇ ਹੈ, ਸਿਰਫ ਜੋ ਊਰਜਾ ਸੂਰਜ ਤੋਂ ਆਉਂਦੀ ਹੈ ਉਸ ਦੀ 1 ਅਰਬ ਮਾਤਰਾ ਹੀ ਹੈ।
ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਕੰਪਿਊਟਰ ਸਜੀਵਤਾ ਦੀ ਸਹਾਇਤਾ ਨਾਲ ਆਓ ਹੁਣ ਧਰਤੀ ਤੋਂ ਸੂਰਜ ਵੱਲ ਯਾਤਰਾ ਕਰੀਏ 100 ਗੁਣਾ ਚਾਨਣ ਦੀ ਗਤੀ ਨਾਲ। ਇਸ ਵਿਚਾਰ ਤੋਂ ਅਸੀਂ ਸਾਡੇ ਖੜਦੇ ਤਾਰੇ ਦੇ ਵਿਸਤਾਰ ਦੀ ਪ੍ਰਸ਼ੰਸਾ ਨੂੰ ਆਰੰਭ ਕਰਦੇ ਹਾਂ। 10 ਲੱਖ ਤੋਂ ਜ਼ਿਆਦਾ ਧਰਤੀਆਂ ਸੂਰਜ ਅੰਦਰ ਸਮਾ ਸਕਦੀਆਂ ਹਨ, ਫਿਰ ਵੀ ਸਾਡਾ ਸੂਰਜ ਇੱਕ ਔਸਤਨ ਆਕਾਰ ਦਾ ਤਾਰਾ ਹੈ। ਇਹ ਸਾਡੀ ਆਪਣੀ ਆਕਾਸ਼ ਗੰਗਾ ਵਿੱਚ ਬਹੁਤ ਸਾਰੇ ਤਾਰਿਆਂ ਦੀ ਤੁਲਨਾ ਵਿੱਚ ਛੋਟਾ ਹੈ। ਸਵਾਤੀ ਰਾਤ ਦੇ ਆਕਾਸ਼ ਵਿੱਚ ਚੌਥਾ ਚਮਕਦਾਰ ਤਾਰਾ ਹੈ। ਭਾਵੇਂ ਕਿ ਇਹ 320 ਖਰਬਾਂ ਕਿਲੋਮੀਟਰ ਤੋਂ ਜ਼ਿਆਦਾ ਦੂਰ ਹੈ, ਇਹ ਸੰਤਰੀ ਦਾਨਵ ਨੰਗੀਆਂ ਅੱਖੀਆਂ ਨਾਲ ਪ੍ਰਤੱਖ ਹੈ। ਸਾਡੇ ਸੂਰਜ ਨੂੰ ਸਵਾਤੀ ਦੇ ਨੇੜੇ ਰੱਖਦੇ ਹੋਏ ਅਸੀਂ ਇਸ ਦੇ ਵਿਸਤਾਰ ਨੂੰ ਸਮਝ ਸਕਦੇ ਹਾਂ। ਸਵਾਤੀ ਸੂਰਜ ਨਾਲੋਂ ਇੱਕ 20 ਗੁਣਾ ਘੇਰੇ ਨਾਲ 100 ਗੁਣਾ ਚਮਕੀਲਾ ਹੈ। ਫਿਰ ਵੀ ਸਵਾਤੀ ਛੋਟਾ ਜਾਪਦਾ ਹੈ ਜਦੋਂ ਇਸ ਦੀ ਵਿਸ਼ਾਲ ਬਹੁਤ ਵੱਡੇ ਬੀਟਲਜਿਊਸ ਨਾਲ ਤੁਲਨਾ ਕੀਤੀ ਜਾਂਦੀ ਹੈ, ਜਿਸ ਦਾ ਸਾਡੇ ਸੂਰਜ ਨਾਲੋਂ 600 ਗੁਣਾ ਜ਼ਿਆਦਾ ਇੱਕ ਘੇਰਾ ਹੈ। ਇੱਕ ਲਾਲ ਆਭਾ ਵਾਲਾ ਤਾਰਾ ਇਸ ਸੂਰਜ ਨਾਲੋਂ 60,000 ਗੁਣਾ ਜ਼ਿਆਦਾ ਵਿਲੱਖਣ ਚਮਕਦਾ ਹੈ। ਫਿਰ ਵੀ ਬੀਟਲਜੂਸ ਵੀ ਸਾਡੇ ਆਕਾਸ਼ ਗੰਗਾ ਵਿੱਚ ਸਭ ਤੋਂ ਵੱਡਾ ਤਾਰਾ ਨਹੀਂ ਹੈ। ਕਈ ਲਾਲ ਵਿਸ਼ਾਲ ਆਕਾਰ ਦੇ ਆਕਾਸ਼ ਗੰਗਾ ਵਿੱਚ ਇਸ ਤੋਂ ਵੀ ਵੱਡੇ ਹਨ। ਕੁਝ ਦਾ ਘੇਰਾ ਸਾਡੇ ਸੂਰਜ ਨਾਲੋਂ 15,000 ਗੁਣਾ ਜ਼ਿਆਦਾ ਹੈ। ਸ੍ਰਿਸ਼ਟੀ ਦੀਆਂ ਗੱਲਾਂ ਵਿੱਚੋਂ ਇੱਕ ਜਿਸ ਨੂੰ ਮੈਂ ਸੋਚਦਾ ਸੱਚਮੁੱਚ ਪਰਮੇਸ਼ਵਰ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਦੀ ਤਾਰਿਆਂ ਵਿੱਚ ਦਿੱਤੀ ਜਾਂਦੀ ਸ਼ਕਤੀ ਹੈ। ਸੂਰਜ ਧਰਤੀ ਤੇ 1 ਅਰਬ ਵੱਡੇ ਸ਼ਹਿਰਾਂ ਵਿੱਚ ਜੇਕਰ 1 ਅਰਬ ਇੱਥੇ ਹਨ ਜੋ 1 ਸਾਲ ਵਿੱਚ ਊਰਜਾ ਪੈਦਾ ਕਰਨਗੇ ਨਾਲੋਂ ਜ਼ਿਆਦਾ 1 ਸਕਿੰਟ ਵਿੱਚ ਦਿੰਦਾ ਹੈ, ਅਤੇ ਉਹ ਸਿਰਫ 1 ਸਕਿੰਟ ਵਿੱਚ ਦਿੰਦਾ ਹੈ। ਤੁਸੀਂ ਉਸ ਦੀ ਕਲਪਨਾ ਕਰ ਸਕਦੇ ਹੋ। ਅਤੇ ਯਕੀਨਨ ਇੱਥੇ ਤਾਰੇ ਹਨ ਜੋ ਕਿ ਸੂਰਜ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹਨ, ਅਤੇ ਉਹ ਸਾਰੀ ਸ਼ਕਤੀ ਦੀ ਕਲਪਨਾ ਕਰੋ। ਉਹ ਸਾਰੇ ਤਾਰੇ, ਅਰਬਾਂ ਤਾਰੇ ਜਿਹੜੇ ਸਾਡੀ ਆਕਾਸ਼ ਗੰਗਾ ਵਿੱਚ ਹਨ, ਅਰਬਾਂ ਤਾਰੇ ਦੂਜੀਆਂ ਆਕਾਸ਼ ਗੰਗਾ ਵਿੱਚ ਵੀ, ਅਤੇ ਫਿਰ ਵੀ ਬਾਈਬਲ ਉਸ ਸਭ ਊਰਜਾ, ਉਸ ਸਭ ਸ਼ਕਤੀ ਦਾ ਇਕੱਲੇ ਇੱਕ ਕਥਨ ਉਸਨੇ ਤਾਰੇ ਵੀ ਬਣਾਏ ਨਾਲ ਵਰਣਨ ਕਰਦੀ ਹੈ। ਜਦੋਂ ਅਸੀਂ ਧਿਆਨ ਕਰਦੇ ਹਾਂ ਕਿ ਇਹ ਅਨੁਪਾਤ ਸਾਡੇ ਸਿਰਜਣਹਾਰ ਦੀ ਸ਼ਕਤੀ ਦੀ ਸਿਰਫ ਇੱਕ ਤਾਰ ਹੀ ਹੈ, ਯਕੀਨਨ ਅਸੀਂ ਭਜਨਕਾਰ ਨਾਲ ਸਹਿਮਤ ਹੋ ਸਕਦੇ ਹਾਂ ਜਦੋਂ ਉਪਦੇਸ਼ ਦਿੰਦਾ ਹੈ, ਸਾਰੀ ਧਰਤੀ ਯਹੋਵਾ ਦਾ ਡਰ ਰੱਖੇ। ਯਕੀਨਨ ਤਾਰੇ ਅਨੁਭਵਹੀਨ ਸ਼ਕਤੀ ਨਾਲੋਂ ਜ਼ਿਆਦਾ ਪ੍ਰਗਟ ਕਰਦੇ ਹਨ। ਸੂਰਜ ਦੀ ਰੋਸ਼ਨੀ ਤੋਂ ਬਿਨਾਂ ਧਰਤੀ ਤੇ ਸਾਰਾ ਜੀਵਨ ਛੇਤੀ ਹੀ ਨਾਸ ਹੋ ਜਾਵੇਗਾ। ਸੂਰਜ ਦਾ ਊਰਜਾ ਦਿੰਦਾ ਜੀਵਨ ਸਾਡੇ ਸਿਰਜਣਹਾਰ ਦੇ ਅਟਲ ਪਿਆਰ ਦੀ ਨਿਰੰਤਰ ਯਾਦਗਿਰੀ ਨੂੰ ਪ੍ਰਦਾਨ ਕਰਦਾ ਹੈ। ਪਰਮੇਸ਼ਵਰ ਜੋ ਉਸ ਦੇ ਚਾਨਣ ਦੇ ਦਾਨ ਨੂੰ ਸਭਨਾਂ ਤੇ ਚਮਕਾਉਂਦਾ ਹੈ। ਪ੍ਰਤੱਖ ਵਿਸ਼ਵ 100 ਅਰਬ ਆਕਾਸ਼ ਗੰਗਾ ਤੋਂ ਜ਼ਿਆਦਾ ਨੂੰ ਰੱਖਦਾ ਹੈ। ਇਹਨਾਂ ਵਿੱਚੋਂ ਹਰੇਕ ਆਕਾਸ਼ ਗੰਗਾ ਦਾ ਵਿਸਤਾਰ ਅਰਬਾਂ ਖਰਬਾਂ ਕਿਲੋਮੀਟਰ ਚੌੜਾ ਹੈ, ਅਤੇ ਹਰੇਕ ਵਿੱਚ ਸੈਂਕੜਾ ਅਰਬਾਂ ਤਾਰੇ ਹਨ। ਭਾਵੇਂ ਕਿ ਸਮਝ ਤੋਂ ਪਰੇ ਹੈ, ਇਹ ਹੁਣ ਅਨੁਮਾਨ ਲਗਾਇਆ ਜਾਂਦਾ ਹੈ ਕਿ ਵਿਸ਼ਵ ਵਿੱਚ 1 ਅਰਬ ਖਰਬ ਤੋਂ ਜ਼ਿਆਦਾ ਤਾਰੇ ਹਨ। ਦੂਰਬੀਨ ਦੀ ਖੋਜ ਤੋਂ ਕਾਫੀ ਸਮਾਂ ਪਹਿਲਾਂ ਪਵਿੱਤਰ ਸ਼ਾਸਤਰ ਨੇ ਕੋਸ਼ਿਸ਼ ਕੀਤਾ ਕਿ ਮਨੁੱਖ ਸਹੀ ਗਿਣਤੀ ਨੂੰ ਨਿਰਧਾਰਿਤ ਕਰਨ ਵਿੱਚ ਅਯੋਗ ਹੋਵੇਗਾ, ਕਿਉਂ ਜੋ ਉਹ ਬਹੁਤ ਹਨ। ਯਕੀਨਨ ਸਿਰਜਣਹਾਰ ਠੀਕ ਗਿਣਤੀ ਨੂੰ ਜਾਣਦਾ ਹੈ, ਅਤੇ ਜ਼ਬੂਰ 147 ਕੋਸ਼ਿਸ਼ ਕਰਦਾ ਹੈ ਕਿ ਉਹ ਹਰੇਕ ਤਾਰੇ ਨੂੰ ਨਾਮ ਨਾਲ ਸੱਦਦਾ ਹੈ। ਇਹਨਾਂ ਤਾਰਿਆਂ ਵਿੱਚ ਹਰੇਕ ਨੂੰ ਪੈਦਾ ਕਰਨ ਦੀ ਸ਼ਕਤੀ, ਉਹਨਾਂ ਦੇ ਤਾਰਿਆਂ ਸੰਬੰਧੀ ਪਾਠਕ੍ਰਮ ਨੂੰ ਬਣਾਈ ਰੱਖਣ ਦੀ ਬੁੱਧੀ, ਅਤੇ ਵਿਸ਼ਵ ਰਾਹੀਂ ਬੇਯਕੀਨੀ ਪ੍ਰਦਰਸ਼ਿਤ ਸੁੰਦਰਤਾ ਮਿਲ ਕੇ ਸਿਰਜਣਹਾਰ ਦੀ ਸ਼ਾਨ ਅਤੇ ਦੇਖਰੇਖ ਦੀ ਪੁਸ਼ਟੀ ਕਰਦੀ ਹੈ। ਪਰਮੇਸ਼ਵਰ ਨੇ ਵਿਸ਼ਵ ਨੂੰ ਬਹੁਤ ਵਿਸ਼ਾਲ ਬਣਾਇਆ ਹੈ। ਮਨੁੱਖ ਸਿਰਫ ਇਸ ਵਿਸ਼ਵ, ਇਸ ਦੀ ਵਿਸ਼ਾਲਤਾ ਤੇ ਅਚੰਭਾ ਕਰ ਸਕਦਾ ਹੈ, ਅਤੇ ਮੈਂ ਆਖਦਾ ਹਾਂ, ਪਰਮੇਸ਼ਵਰ ਤੂੰ ਬਹੁਤ ਮਹਾਨ ਹੈ। ਅਤੇ ਜੋ ਦਾਊਦ ਨੇ ਆਖਿਆ ਉਸ ਬਾਰੇ ਸੋਚਦਾ ਹਾਂ ਜਦ ਮੈਂ ਆਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ। ਤਾਂ ਇਨਸਾਨ ਕੀ ਹੈ ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਏ ਕੀ ਜੋ ਤੂੰ ਉਸ ਦੀ ਸੁਧ ਲਵੇਂ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਸਾਡੀ ਆਕਾਸ਼ ਗੰਗਾ ਵਿੱਚ 100 ਅਰਬ ਤਾਰੇ ਹਨ। ਇਹ ਅਨੁਮਾਨ ਵੀ ਲਗਾਇਆ ਜਾਂਦਾ ਹੈ ਕਿ ਇੱਥੇ 100 ਅਰਬ ਤੋਂ ਜ਼ਿਆਦਾ ਵਿਸ਼ਵ ਵਿੱਚ ਆਕਾਸ਼ ਗੰਗਾ ਹਨ। ਯਕੀਨਨ ਬਾਈਬਲ ਸਾਨੂੰ ਦੱਸਦੀ ਹੈ ਕਿ ਜਿਵੇਂ ਆਕਾਸ਼ ਧਰਤੀ ਤੋਂ ਉੱਚਾ ਹੈ, ਇਸੇ ਤਰ੍ਹਾਂ ਪਰਮੇਸ਼ਵਰ ਦੇ ਰਾਹ ਸਾਡੇ ਰਾਹਾਂ ਤੋਂ ਅਤੇ ਉਸ ਦੇ ਵਿਚਾਰ ਸਾਡੇ ਵਿਚਾਰਾਂ ਤੋਂ ਉੱਚੇ ਹਨ। ਇਸ ਲਈ ਕੁਝ ਪਲ ਇਸ ਤੇ ਮਨਨ ਕਰੋ। ਸੋਚੋ ਕਿ ਵਿਸ਼ਵ ਧਰਤੀ ਦੀ ਤੁਲਨਾ ਵਿੱਚ ਕਿੰਨਾ ਵੱਡਾ ਹੈ, ਜੋ ਤੁਲਨਾ ਵਿੱਚ ਇੱਕ ਪਿੰਨ ਦੀ ਨੋਕ ਹੈ। ਪਰਮੇਸ਼ਵਰ ਦਾ ਵਿਸ਼ਵ ਕਿੰਨਾ ਵੱਡਾ ਹੈ।
ਚਾਨਣ ਦੀ ਗਤੀ ਨਾਲ ਯਾਤਰਾ ਕਰਦੇ ਹੋਏ 3 ਲੱਖ ਕਿਲੋਮੀਟਰ ਪਰ ਸੈਕਿੰਡ। ਅਸੀਂ ਇੱਕ ਸਕਿੰਟ ਵਿੱਚ 7 ਵਾਰ ਧਰਤੀ ਦੇ ਚੱਕਰ ਲਗਾ ਸਕਦੇ ਹਾਂ। ਫਿਰ ਵੀ ਜਾਣੂ ਵਿਸ਼ਵ ਲਈ ਚਾਨਣ ਦੀ ਗਤੀ ਤੇ ਯਾਤਰਾ ਕਰਨ ਲਈ 28 ਅਰਬ ਸਾਲ ਜਾਂ ਜ਼ਿਆਦਾ ਲੱਗਣਗੇ। ਅੱਜ ਜ਼ਿਆਦਾਤਰ ਖਗੋਲ ਵਿਦਿਆ ਦੇ ਮਾਹਿਰ ਸਵੀਕਾਰ ਕਰਦੇ ਹਨ ਕਿ ਵਿਸ਼ਵ ਵਿਸਤਾਰ ਲੈਂਦਾ ਜਾਪਦਾ ਹੈ। ਇਹ ਵੀ ਬਾਈਬਲ ਨਾਲ ਸਹਿਮਤ ਹੁੰਦਾ ਹੈ, ਜੋ ਆਖਦੀ ਹੈ ਪਰਮੇਸ਼ਵਰ ਆਕਾਸ਼ ਨੂੰ ਪਰਦੇ ਵਾਂਗੂ ਤਾਣਦਾ ਹੈ। ਇੱਥੇ ਵਿਗਿਆਨਕ ਦੂਰਦ੍ਰਿਸ਼ਟੀ ਲਈ ਬਾਈਬਲ ਦੀਆਂ ਕੁਝ ਉਦਾਹਰਨਾਂ ਹਨ। ਇੱਕ ਉਦਾਹਰਨ ਜੋ ਮਨ ਵਿੱਚ ਆਉਂਦੀ ਯਸ਼ਾਇਆ 40:22 ਹੈ, ਜੋ ਪਰਮੇਸ਼ਵਰ ਦੇ ਆਕਾਸ਼ਾਂ ਨੂੰ ਇੱਕ ਤੰਬੂ ਵਜੋਂ ਤਾਣਨ ਬਾਰੇ ਗੱਲ ਕਰਦੀ ਹੈ। ਅਤੇ ਤੁਸੀਂ ਕਹਿ ਸਕਦੇ ਹੋ, ਠੀਕ ਉਹ ਇੱਕ ਕਵੀ ਢੰਗ ਵਿੱਚ ਲਿਖਿਆ ਗਿਆ ਹੈ, ਇਸ ਲਈ ਸਾਨੂੰ ਸਾਵਧਾਨ ਹੋਣਾ ਚਾਹੀਦਾ ਹੈ। ਅਤੇ ਫਿਰ ਵੀ ਇੱਥੋਂ ਘੱਟੋ ਘੱਟ ਦੂਜੇ 10 ਸਥਾਨ ਹਨ ਜਿੱਥੇ ਬਾਈਬਲ ਆਕਾਸ਼ ਨੂੰ ਇਸ ਤੰਬੂ ਵਾਂਗ ਤਾਣਨ ਬਾਰੇ ਬੋਲਦੀ ਹੈ। ਅਤੇ ਕੁਝ ਅਜਿਹਾ ਸੀ ਜੋ ਸਿਰਫ 20ਵੀਂ ਸਦੀ ਵਿੱਚ ਖੋਜ ਕੀਤਾ ਗਿਆ ਕਿ ਸੱਚਮੁੱਚ ਯਥਾਰਥ ਵਿੱਚ ਸਾਰੀਆਂ ਆਕਾਸ਼ ਗੰਗਾਂ ਇੱਕ ਦੂਜੇ ਤੋਂ ਇੰਜ ਦੂਰ ਹੁੰਦੀਆਂ ਜਾਪਦੀਆਂ ਹਨ ਜਿਵੇਂ ਕਿ ਸਾਰਾ ਵਿਸ਼ਵ ਤਾਣਿਆ ਹੋਵੇ ਅਤੇ ਵਿਸਤਾਰ ਕੀਤਾ ਗਿਆ ਹੋਵੇ, ਠੀਕ ਉਵੇਂ ਜਿਵੇਂ ਕਿ ਬਾਈਬਲ ਆਖਦੀ ਹੈ। ਉਹ ਪ੍ਰਤੱਖ ਤੌਰ ਤੇ ਕੁਝ ਅਜਿਹਾ ਨਹੀਂ ਜਿਸ ਦਾ ਲੋਕਾਂ ਨੇ ਪੁਰਾਤਨ ਸਮੇਂ ਵਿੱਚ ਗੌਰ ਕੀਤਾ ਸੀ। ਉਹ ਕੁਝ ਅਜਿਹਾ ਹੈ ਜੋ ਉਹਨਾਂ ਤੇ ਉੱਪਰ ਤੋਂ ਪ੍ਰਗਟ ਕੀਤਾ ਗਿਆ ਹੋਣਾ ਸੀ। ਕਲਪਨਾ ਤੋਂ ਪਰੇ ਵਿਸ਼ਾਲ, ਦਰਸ਼ਨੀ ਆਕਾਸ਼ ਗੰਗਾ ਅਤੇ ਗਜਬ ਦੀ ਨਿਹਾਰਿਕਾ ਰੱਖੇ। ਸੱਚਮੁੱਚ ਆਕਾਸ਼ ਪਰਮੇਸ਼ਵਰ ਦੀ ਮਹਿਮਾ ਦਾ ਵਰਣਨ ਕਰਦੇ ਹਨ। ਇਹ ਸਿਰਫ ਕੁਦਰਤ ਦੀਆਂ ਪ੍ਰਤੱਖ ਤਾਕਤਾਂ ਜਾਂ ਸਾਡਾ ਅਪਾਰ ਵਿਸ਼ਵ ਨਹੀਂ ਹੈ ਜੋ ਪਰਮੇਸ਼ਵਰ ਦੇ ਬਲ ਨੂੰ ਪ੍ਰਗਟ ਕਰਦਾ ਹੈ। ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਇੱਥੇ ਸਾਰੇ ਪਦਾਰਥਾਂ ਵਿੱਚ ਅਦਭੁਤ ਊਰਜਾ ਮੌਜੂਦ ਹੈ, ਇੱਥੋਂ ਤੱਕ ਕਿ ਨਿੱਕੇ ਜਿਹੇ ਅਣੂ ਵਿੱਚ ਵੀ। ਆਓ ਸਿਰਜਣਹਾਰ ਦੀ ਅਸੀਮ ਸ਼ਕਤੀ ਦੀ ਇੱਕ ਹੋਰ ਉਦਾਹਰਨ ਦੀ ਖੋਜ ਕਰੀਏ। ਪਿਛਲੀ ਸਦੀ ਵਿੱਚ ਵਿਗਿਆਨੀਆਂ ਨੇ ਸਾਰੇ ਪਦਾਰਥਾਂ ਵਿੱਚ ਵਿਸ਼ਾਲ ਊਰਜਾ ਨੂੰ ਖੋਜਿਆ ਹੈ। ਹੁਣ ਪ੍ਰਸਿੱਧ ਸਮੀਕਰਨ E=mc² ਵਰਣਨ ਕਰਦਾ ਹੈ ਕਿ ਕਿਸੇ ਵੀ ਪਦਾਰਥ ਦੀ ਸੰਭਾਵੀ ਊਰਜਾ ਨੂੰ ਇਸ ਦੀ ਮਾਤਰਾ ਦੇ ਸਮੇਂ ਵਿੱਚ ਚਾਨਣ ਦੇ ਖਿੰਡੇ ਜਾਣ ਦੀ ਗਤੀ ਦੇ ਬਰਾਬਰ ਹੈ। 20ਵੀਂ ਸਦੀ ਦੀਆਂ ਖੋਜਾਂ ਵਿੱਚੋਂ ਇੱਕ ਸਭ ਤੋਂ ਵੱਡੀ ਖੋਜ E=mc² ਦੀ ਖੋਜ ਸੀ। ਉਹ ਛੋਟਾ ਸਮੀਕਰਨ ਜਿਸ ਬਾਰੇ ਜ਼ਿਆਦਾ ਲੋਕਾਂ ਨੇ ਸੁਣਿਆ ਹੈ, ਪਰ ਹੋ ਸਕਦਾ ਹੈ ਉਹ ਨਹੀਂ ਜਾਣਦੇ ਕਿ ਇਸ ਦਾ ਕੀ ਅਰਥ ਹੈ। ਇਸ ਦਾ ਅਸਲ ਅਰਥ ਹੈ ਕਿ ਊਰਜਾ ਕੋਲ ਮਾਤਰਾ ਹੈ। ਇਸ ਦਾ ਅਰਥ ਇਹ ਨਹੀਂ ਕਿ ਊਰਜਾ ਮਾਤਰਾ ਲਈ ਬਦਲੀ ਜਾ ਸਕਦੀ। ਊਰਜਾ ਅਸਲ ਵਿੱਚ ਮਾਤਰਾ ਨੂੰ ਰੱਖਦੀ ਹੈ। ਊਰਜਾ ਕੁਝ ਭਾਰ ਨੂੰ ਰੱਖਦੀ ਹੈ। ਇੱਥੋਂ ਤੱਕ ਕਿ ਚਾਨਣ ਜੋ ਇਸ ਕਮਰੇ ਤੋਂ ਆ ਰਿਹਾ ਹੈ, ਜੇਕਰ ਮੈਂ ਇਸ ਨੂੰ ਇੱਕ ਤੱਕੜੀ ਤੇ ਰੱਖਾਂ, ਇਸ ਦਾ ਥੋੜਾ ਜਿਹਾ ਭਾਰ ਹੋਵੇਗਾ। ਪਿਛਲੀ ਸਦੀ ਵਿੱਚ ਵਿਗਿਆਨੀਆਂ ਨੇ ਪਰਮਾਣੂ ਊਰਜਾ ਦੇ ਸਿਧਾਂਤ ਦੀ ਖੋਜ ਕੀਤੀ ਹੈ। ਇਸ ਵਿੱਚ ਐਲਬਰਟ ਆਇਨਸਟਾਈਨ ਦੁਆਰਾ ਪ੍ਰਸਿੱਧ ਫਾਰਮੂਲਾ E=mc² ਸ਼ਾਮਿਲ ਹੈ। ਇਸ ਫਾਰਮੂਲੇ ਵਿੱਚ m ਦਾ ਅਰਥ ਮਾਸ ਅਰਥਾਤ ਦਰਵਮਾਨ ਮਾਤਰਾ ਹੈ ਜਾਂ ਪਦਾਰਥ ਹੈ, ਅਤੇ c ਚਾਨਣ ਦੀ ਗਤੀ ਹੈ। ਇੱਥੇ ਪ੍ਰਗਟਾਵਾ ਇਹ ਆਖਦਾ ਹੈ, ਮਾਤਰਾ ਜਾਂ ਪਦਾਰਥ ਨੂੰ ਲੈ ਕੇ ਇਸ ਨੂੰ ਪੂਰੀ ਤਰ੍ਹਾਂ ਊਰਜਾ ਵਿੱਚ ਬਦਲਣਾ ਸੰਭਵ ਹੈ। ਤੁਸੀਂ ਇੱਕ ਦਰਵਮਾਨ ਮਾਤਰਾ ਨੂੰ ਲਵੋ ਅਤੇ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਨਸ਼ਟ ਕਰੋ ਅਤੇ ਇਸ ਤੋਂ ਚਾਨਣ, ਆਵਾਜ਼, ਸ਼ਕਤੀ ਅਤੇ ਊਰਜਾ ਆਵੇਗੀ। ਅਤੇ ਇਸ ਦਾ ਇਹ ਵੀ ਅਰਥ ਹੈ ਕਿ ਜੇਕਰ ਅਸੀਂ ਸਿਰਫ ਥੋੜੀ ਜਿਹੀ ਮਾਤਰਾ ਲਈਏ ਅਤੇ ਇਸ ਤੋਂ ਊਰਜਾ ਦਾ ਪ੍ਰਯੋਗ ਕਰੀਏ, ਅਸੀਂ ਸੱਚਮੁੱਚ ਬੇਯਕੀਨੀ ਗੱਲਾਂ ਕਰ ਸਕਦੇ ਹਾਂ। ਤੁਸੀਂ ਉਸ ਸਮੀਕਰਨ ਨੂੰ ਵੇਖੋ। ਉਹ ਸਮੀਕਰਨ E=mc² ਵਿੱਚ c ਚਾਨਣ ਦੀ ਗਤੀ ਹੈ ਜੋ ਯਕੀਨਨ ਵਿਸ਼ਾਲ ਹੈ, ਅਤੇ c² ਖੁਦ ਚਾਨਣ ਦੀ ਗਤੀ ਦਾ ਗੁਣਾ ਹੈ ਜੋ ਬਹੁਤ ਜ਼ਿਆਦਾ ਵਿਸ਼ਾਲ ਹੈ। ਇਸ ਤਰ੍ਹਾਂ ਉਹ ਸਾਨੂੰ ਦੱਸਦਾ ਹੈ ਕਿ ਮਾਤਰਾ ਦੇ ਨਿੱਕੇ ਜਿਹੇ ਹਿੱਸੇ ਵਿੱਚ ਵੀ ਇਸ ਨਾਲ ਅਣਗਿਣਤ ਊਰਜਾ ਦੀ ਮਾਤਰਾ ਮਿਲੀ ਹੋਈ ਹੈ। ਕਿਸੇ ਵੀ ਦਰਵਮਾਨ ਮਾਤਰਾ ਦੀ ਅਦਭੁਤ ਪ੍ਰਸ਼ੰਸਾ ਲਈ ਗੌਰ ਕਰੋ ਕਿ ਪਰਮਾਣੂ ਰਿਐਕਟਰ ਪੂਰੀ ਮਾਤਰਾ ਵਿੱਚੋਂ ਉਸ ਦੀ ਬਾਲਣ ਦੀ ਊਰਜਾ ਦੇ ਇੱਕ ਨਿੱਕੇ ਜਿਹੇ ਖੰਡ ਨੂੰ ਹੀ ਬਦਲਦਾ ਹੈ। ਜੇਕਰ ਇਸ ਤਰ੍ਹਾਂ ਅਸੀਂ ਸਾਰੀ ਮਾਤਰਾ ਨੂੰ ਊਰਜਾ ਵਿੱਚ ਬਦਲਣ ਦੇ ਯੋਗ ਹੁੰਦੇ, ਨਤੀਜਾ ਬਹੁਤ ਜ਼ਿਆਦਾ ਹੋਵੇਗਾ। ਉਦਾਹਰਨ ਲਈ, ਇੱਕ ਔਸਤਨ ਆਕਾਰ ਦੇ ਰੁੱਖ ਦੀ ਮਾਤਰਾ ਊਰਜਾ ਵਿੱਚ ਬਦਲੀ ਜਾ ਸਕਦੀ ਹੈ। ਪ੍ਰਾਪਤ ਹੋਈ ਸ਼ਕਤੀ 45 ਖਰਬ ਕਿਲੋਵਾਟ ਘੰਟੇ ਹੋਵੇਗੀ। ਤੁਲਨਾ ਦੇ ਢੰਗ ਦੁਆਰਾ USA ਹਰ ਸਾਲ ਬਿਜਲੀ ਊਰਜਾ ਦੇ 4 ਖਰਬ ਕਿਲੋਵਾਟ ਘੰਟੇ ਪੈਦਾ ਕਰਦਾ ਹੈ। ਇਸ ਤਰ੍ਹਾਂ ਜੇਕਰ ਇਕੱਲੇ ਰੁੱਖ ਦੀ ਮਾਤਰਾ ਊਰਜਾ ਵਿੱਚ ਬਦਲੀ ਜਾਂਦੀ ਅਤੇ ਉਹ ਊਰਜਾ ਪ੍ਰਯੋਗ ਕੀਤੀ ਜਾਂਦੀ, ਇਹ ਪੂਰੇ ਅਮਰੀਕਾ ਨੂੰ 10 ਸਾਲ ਦੀ ਬਿਜਲੀ ਦੀ ਊਰਜਾ ਪ੍ਰਦਾਨ ਕਰੇਗੀ। ਜਾਂ ਇਸ ਤੋਂ ਅੱਗੇ ਦ੍ਰਿਸ਼ਟਾਂਤ ਲਈ, ਇੱਕ ਲੂਣ ਦੇ ਦਾਣੇ ਦੇ ਅੰਦਰ ਸੰਭਾਵੀ ਊਰਜਾ ਇੱਕ ਪੂਰੇ ਘਰਾਣੇ ਨੂੰ ਕਈ ਮਹੀਨਿਆਂ ਤੱਕ ਸ਼ਕਤੀ ਦੇ ਸਕਦੀ ਹੈ। ਭਾਵੇਂ ਕਿ ਵਿਗਿਆਨੀਆਂ ਨੇ ਊਰਜਾ, ਮਾਤਰਾ ਅਤੇ ਜੋ ਪਦਾਰਥ ਨੂੰ ਇਕੱਠਾ ਰੱਖਦਾ ਬਾਰੇ ਬਹੁਤ ਕੁਝ ਸਿੱਖਣਾ ਹੈ। ਉਹਨਾਂ ਖੋਜ ਕੀਤੀ ਹੈ ਕਿ ਸਾਰੇ ਪਦਾਰਥ ਵਿੱਚ ਸਮਾਈ ਹੋਈ ਊਰਜਾ ਸਮਝ ਤੋਂ ਪਰੇ ਵਿਸ਼ਾਲ ਹੈ। ਪਵਿੱਤਰ ਸ਼ਾਸਤਰ ਵਿਆਖਿਆ ਕਰਦਾ ਹੈ ਕਿ ਇਹ ਖੁਦ ਯਹੋਵਾ ਹੈ ਜੋ ਉਸ ਦੇ ਵਚਨ ਦੀ ਸ਼ਕਤੀ ਰਾਹੀਂ ਸਾਰੀਆਂ ਵਸਤੂਆਂ ਨੂੰ ਬਣਾਈ ਰੱਖਦਾ ਹੈ। ਉਸ ਵਿੱਚ ਹਰ ਅਣੂ, ਹਰ ਇੱਕ ਸੈੱਲ, ਹਰ ਤਾਰਾ,
ਅਤੇ ਪੂਰਾ ਵਿਸ਼ਵ ਸ਼ਾਮਿਲ ਹੈ। ਇਹ ਹੁਣ ਨਿਰਸੰਦੇਹ ਹੈ ਕਿ ਸਰਬਸ਼ਕਤੀਮਾਨ ਨੇ ਇੱਕ ਵਿਸ਼ਵ ਨੂੰ ਅਸੀਮ ਊਰਜਾ ਨਾਲ ਬਣਾਇਆ ਹੈ। ਇੱਥੇ ਕਿਸੇ ਨੇ ਹੋਣਾ ਹੈ, ਕੁਝ ਨੇ ਨਹੀਂ, ਕਿਉਂ ਜੋ ਵਸਤਾਂ ਖਤਮ ਹੁੰਦੀਆਂ ਜਾਂਦੀਆਂ ਹਨ। ਜਿਵੇਂ ਕਿ ਤਾਪਗਤੀ ਦੇ ਵਿਗਿਆਨ ਦੇ ਦੂਜੇ ਨਿਯਮ ਵਿੱਚ ਆਖਿਆ ਗਿਆ ਹੈ, ਇੱਥੇ ਆਰੰਭ ਅਤੇ ਅੰਤ ਤੋਂ ਬਿਨਾਂ ਕੁਝ ਹੋਣਾ ਹੈ, ਜਿਸ ਕੋਲ ਅਣੂ ਤੋਂ ਲੈ ਕੇ ਅਣੂ ਦੇ ਸੰਗਠਿਤ ਹੋਣ ਤੋਂ ਲੈ ਕੇ ਵਿਸ਼ਵ ਤੱਕ ਅਤੇ ਇਸ ਤੋਂ ਵੀ ਅੱਗੇ ਤੱਕ ਰੱਖਣ ਲਈ ਬੇਯਕੀਨੀ ਅਸੀਮ ਸਮਝ, ਸ਼ਕਤੀ ਅਤੇ ਗਿਆਨ ਅਤੇ ਬੁੱਧੀ ਹੈ। ਜਦੋਂ ਅਸੀਂ ਪਰਮੇਸ਼ਵਰ ਦੀ ਸ਼ਕਤੀ ਦੀਆਂ ਕਈ ਉਦਾਹਰਨਾਂ ਨੂੰ ਵੇਖਦੇ ਹਾਂ, ਇਹ ਸਾਡੇ ਦਿਲਾਂ ਵਿੱਚ ਡਰ ਅਤੇ ਆਦਰ ਦੀ ਇੱਕ ਸਮਝ ਨੂੰ ਬੁਲਾਵੇਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਦਾ ਭੈ ਬੁੱਧ ਦਾ ਮੂਲ ਹੈ। ਪ੍ਰਭੂ ਦਾ ਡਰ ਬੁਰਾਈ ਨਾਲ ਨਫ਼ਰਤ ਕਰਨਾ ਹੈ। ਪ੍ਰਭੂ ਦਾ ਡਰ ਜੀਵਨ ਵਿੱਚ ਅਗਵਾਈ ਕਰਦਾ ਹੈ। ਇਸ ਲਈ ਪਰਮੇਸ਼ਵਰ ਦੇ ਇਖਤਿਆਰ ਦਾ ਸਹੀ ਜਵਾਬ ਉਸ ਦੀ ਆਰਾਧਨਾ ਕਰਨਾ ਅਤੇ ਸਾਡੇ ਪਾਪਾਂ ਲਈ ਉਸ ਦੀ ਦਇਆ ਅਤੇ ਮਾਫੀ ਨੂੰ ਮੰਗਣਾ ਹੈ। ਨਬੀ ਯਿਰਮਿਆ ਨੇ ਘੋਸ਼ਿਤ ਕੀਤਾ, ਹੇ ਪ੍ਰਭੂ ਯਹੋਵਾ, ਵੇਖ, ਤੈਂ ਆਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਕਠਿਨ ਨਹੀਂ ਹੈ। ਨਿਸ਼ਚਿਤ ਸ੍ਰਿਸ਼ਟੀ ਪਰਮੇਸ਼ਵਰ ਦੇ ਸਰਬ ਸ਼ਕਤੀਸ਼ਾਲੀ ਹੋਣ ਨੂੰ ਪ੍ਰਗਟ ਕਰਦੀ ਹੈ, ਪਰ ਇੱਥੇ ਹੋਰ ਵੀ ਜ਼ਿਆਦਾ ਹੈ। ਭਾਵੇਂ ਕਿ ਵਿਸ਼ਵ ਸਰਾਪ ਦੁਆਰਾ ਵਿਗੜਿਆ ਹੈ, ਸਿਰਜਣਹਾਰ ਦੀ ਬੁੱਧੀ, ਸੁੰਦਰਤਾ ਅਤੇ ਪਿਆਰ ਅਜੇ ਵੀ ਪ੍ਰਤੱਖ ਹੈ। ਜਿੱਧਰ ਵੀ ਅਸੀਂ ਮੁੜਦੇ, ਪ੍ਰਭੂ ਦੀ ਬੁੱਧੀ ਸਪਸ਼ਟ ਹੈ। ਪਾਣੀ ਦੀ ਸੰਪਤੀ ਦਾ ਅਧਿਐਨ ਕਰੋ। ਇਹ ਆਕਰਸ਼ਕ ਅਣੂ ਜੀਵਨ ਲਈ ਲਾਜ਼ਮੀ ਹੈ। ਇਸ ਲਈ ਸਾਡੇ ਦਿਆਲੂ ਪਰਮੇਸ਼ਵਰ ਨੇ ਧਰਤੀ ਨੂੰ ਇਸ ਦੀ ਸਤ੍ਹਾ ਤੇ ਝਰਨਿਆਂ, ਝੀਲਾਂ ਅਤੇ ਸਮੁੰਦਰਾਂ ਨਾਲ ਢਕਿਆ ਹੈ। ਪਾਣੀ ਹਰੇਕ ਸੈੱਲ ਅਤੇ ਪ੍ਰਾਣੀ ਦੇ ਜੀਵਨ ਦੀ ਸਹਾਇਤਾ ਲਈ ਸਿੱਧਤਾ ਨਾਲ ਤਿਆਰ ਕੀਤਾ ਗਿਆ ਹੈ। ਇਹ ਇੱਕ ਉੱਤਮ ਘੋਲ ਦੇਣ ਵਾਲਾ, ਠੰਡਾ ਅਤੇ ਢੋਣ ਦੇ ਯੋਗ ਹੈ। ਜਾਂ ਕੀੜਿਆਂ ਦੇ ਸੰਸਾਰ ਦੀ ਜਾਂਚ ਕਰੋ। ਇਹਨਾਂ ਅਦਭੁਤ ਪ੍ਰਾਣੀਆਂ ਵਿੱਚੋਂ ਹਰੇਕ ਕੁਸ਼ਲ ਯੋਗਤਾਵਾਂ ਨਾਲ ਸੰਪੰਨ ਹਨ, ਜੋ ਮਨੁੱਖ ਦੀ ਬਣਾਈ ਕਿਸੇ ਵੀ ਚੀਜ਼ ਤੋਂ ਅੱਗੇ ਜ਼ਿਆਦਾ ਹਨ। ਆਕਰਸ਼ਕ ਤੋਂ ਉਲਝਣ ਤੱਕ ਸਿਰਜਣਹਾਰ ਦੇ ਕੰਮ ਉਸ ਦੀ ਬੁੱਧੀ ਦੀ ਘੋਸ਼ਣਾ ਕਰਦੇ ਹਨ। ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ਵਰ ਨੇ ਅਯੂਬ ਨੂੰ ਪੁੱਛਿਆ ਕਿ ਤੂੰ ਬਰਫ਼ ਦੇ ਖਜ਼ਾਨੇ ਕੋਲ ਗਿਆ। ਹੁਣ ਉਸ ਸਮੇਂ ਰਹਿੰਦੇ ਹੋਏ ਕਿਸੇ ਵੀ ਮਨੁੱਖ ਨੇ ਪੂਰੀ ਤਰ੍ਹਾਂ ਬਰਫ਼ ਦੇ ਖਜ਼ਾਨੇ ਨੂੰ ਨਹੀਂ ਜਾਣਿਆ ਹੋ ਸਕਦਾ ਹੈ, ਪਰ ਦੂਰਬੀਨ ਦੇ ਆਗਮਨ ਨਾਲ ਇਹ ਵਿਸਤ੍ਰਿਤ ਕੁਦਰਤੀ ਪਦਾਰਥ ਹੁਣ ਪੂਰੀ ਤਰ੍ਹਾਂ ਪ੍ਰਸ਼ੰਸਾ ਕੀਤਾ ਜਾ ਸਕਦਾ ਹੈ। ਇਹ ਅਸਲ ਵਿੱਚ ਬਰਫੀਲੇ ਬਿਲੌਰ ਹਨ, ਜੋ ਕਿ ਧਰਤੀ ਤੇ ਜਿਉਂ ਦੇ ਤਿਉਂ ਪਹੁੰਚਦੇ ਹਨ। ਬਰਫੀਲੇ ਬਿਲੌਰ ਬੱਦਲਾਂ ਵਿੱਚ ਆਕਾਰ ਲੈਂਦੇ ਹਨ, ਜਿੱਥੇ ਭਾਫ਼ ਬਣਿਆ ਪਾਣੀ ਤਰਲ ਬਣਦਾ ਅਤੇ ਬਰਫ਼ ਦੇ ਬਿਲੌਰਾਂ ਵਿੱਚ ਬਦਲਦਾ ਹੈ। ਜਿਵੇਂ ਜਿਵੇਂ ਬਿਲੌਰ ਵੱਧਦਾ ਹੈ, ਇਹ ਵਿਲੱਖਣ ਨਮੂਨੇ ਉੱਭਰਦੇ ਹਨ। ਗੁੰਝਲਦਾਰ, ਸੁਡੌਲ ਅਤੇ ਸੁੰਦਰ। ਉਹ ਵੇਖਣ ਲਈ ਸਾਹ ਕੱਢ ਲੈਣ ਵਾਲੇ ਹਨ। ਤੁਲਨਾ ਵਿੱਚ ਮਨੁੱਖ ਦੀ ਬਣਾਈ ਬਰਫ਼ ਵਿੱਚ ਬਰਫੀਲੇ ਬਿਲੌਰਾਂ ਵਿੱਚ ਪਾਇਆ ਜਾਂਦਾ ਵਿਸਤ੍ਰਿਤ ਢਾਂਚਾ ਨਹੀਂ ਹੈ। ਬਰਫੀਲੇ ਬਿਲੌਰ ਅਦਭੁਤ ਪਾਣੀ ਦੇ ਅਣੂਆਂ ਤੋਂ ਬਣਾਏ ਜਾਂਦੇ ਹਨ। ਹਰੇਕ ਆਕਸੀਜਨ ਪਰਮਾਣੂ ਦਾ ਇੱਕ ਥੋੜਾ ਜਿਹਾ ਨੈਗੇਟਿਵ ਚਾਰਜ ਹੁੰਦਾ ਹੈ ਅਤੇ ਇਹ ਦੋ ਹਾਈਡਰੋਜਨ ਪਰਮਾਣੂ ਤੇ ਟਿਕਿਆ ਹੁੰਦਾ ਹੈ, ਜਿਨ੍ਹਾਂ ਦਾ ਇੱਕ ਥੋੜਾ ਪੋਜ਼ਿਟਿਵ ਚਾਰਜ ਹੁੰਦਾ ਹੈ ਅਤੇ ਉਹਨਾਂ ਨੂੰ 104/1/2 ਡਿਗਰੀ ਤੇ ਅਲੱਗ ਰੱਖਦਾ ਹੈ। ਜਦੋਂ ਤੁਸੀਂ ਜੰਮ ਜਾਣ ਦੀ ਹੱਦ ਤੱਕ ਪਹੁੰਚਦੇ, ਅਚਾਨਕ ਉਹ ਇੱਕ ਹੱਦ ਤੱਕ ਪਹੁੰਚਦੇ ਜਿੱਥੇ ਪਲੱਸ ਅਤੇ ਮਾਈਨਸ ਚਾਰਜ ਦਾ ਬਿਜਲਈ ਆਕਰਸ਼ਣ ਉਹਨਾਂ ਦੋਹਾਂ ਨੂੰ ਇਕੱਠਾ ਖਿੱਚ ਸਕਦਾ ਹੈ। ਉਹ ਹੀ ਊਰਜਾ ਦਾ ਸਰੋਤ ਹੈ ਅਤੇ ਤਦ ਉਹ ਆਕਾਰ ਪਰਮੇਸ਼ਵਰ ਨੇ ਪਾਣੀ ਦੇ ਅਣੂਆਂ ਨੂੰ ਦਿੱਤਾ ਹੈ। ਉਹ ਇਸ ਸੋਹਣੇ ਬਿਲੌਰ ਨੂੰ ਆਕਾਰ ਦੇਣ ਲਈ ਇਕੱਠੇ ਹੁੰਦੇ ਹਨ। ਹਰੇਕ ਇੱਕ ਅਨੋਖਾ, ਹਰੇਕ ਪਰਮੇਸ਼ਵਰ ਦੀ ਕਿਰਿਆ ਦਾ ਇੱਕ ਪ੍ਰਗਟਾਵਾ। ਹਰ ਦਿਨ ਪਰਮੇਸ਼ਵਰ ਦਾ ਖਰਬਾ ਪਾਰਦਰਸ਼ੀ ਖਜ਼ਾਨਾ
ਸਾਡੀ ਖੋਜ ਅਤੇ ਆਨੰਦ ਲਈ ਧਰਤੀ ਤੇ ਡਿੱਗਦਾ ਹੈ ਅਤੇ ਫਿਰ ਵੀ ਦੋ ਇੱਕ ਸਮਾਨ ਨਹੀਂ ਹਨ। ਮੈਂ ਵਿਸ਼ਵਾਸ ਕਰਦਾ ਹਾਂ ਪਰਮੇਸ਼ਰ ਨੇ ਇਸ 6 ਪੁੱਜੀ ਸ਼ਕਲ ਨੂੰ ਵਿਅਕਤੀਗਤ ਪਾਣੀ ਦੇ ਅਣੂਆਂ ਵਿੱਚ ਆਕਾਰ ਦਿੱਤਾ ਹੈ, ਕਿਉਂਕਿ ਇਸ ਢੰਗ ਨਾਲ ਉਹਨਾਂ ਇੱਕ ਦੂਏ ਵਿੱਚ ਢੁਕਵਾਂ ਬੈਠਣਾ ਹੈ। ਉਹ ਇੱਕ 6 ਪੁੱਜੀ ਸ਼ਕਲ ਨੂੰ ਆਕਾਰ ਦਿੰਦੇ ਜਦੋਂ ਅਣੂਆਂ ਵਿੱਚ ਜੁੜਦੇ ਅਤੇ ਬਾਹਰੀ ਵੱਧਦੇ ਹਨ। ਹਰੇਕ ਵਿਅਕਤੀ ਬਰਫੀਲਾ ਬਿਲੌਰ ਯਥਾਰਥ ਲੱਖਾਂ ਪਾਣੀ ਦੇ ਅਣੂਆਂ ਨਾਲ ਬਣਿਆ ਹੁੰਦਾ ਹੈ ਅਤੇ ਭਾਵੇਂ ਕਿ ਉਹ ਜਦੋਂ ਬਾਹਰੀ ਵੱਧਦੇ ਇੱਕ ਖਾਸ ਢੰਗ ਵਿੱਚ ਇਕੱਠੇ ਜੁੜਦੇ ਹਨ, ਬਰਫੀਲੇ ਬਿਲੌਰ ਭਿੰਨ-ਭਿੰਨ ਤਾਪਮਾਨ ਦੇ ਬਦਲਾਂ ਰਾਹੀਂ ਹੇਠਾਂ ਡਿੱਗਣ ਤੇ ਉਹ ਭਿੰਨ-ਭਿੰਨ ਆਕਾਰ ਲੈਣਾ ਆਰੰਭ ਹੋ ਜਾਂਦੇ ਹਨ। ਇਸ ਲਈ ਹਰੇਕ ਬਰਫੀਲਾ ਬਿਲੌਰ ਦੂਜੇ ਕਿਸੇ ਵੀ ਨਾਲੋਂ ਥੋੜਾ ਜਿਹਾ ਭਿੰਨ ਹੋਣ ਲਈ ਜਾ ਰਿਹਾ ਹੈ। ਹਰੇਕ ਬਿਲੌਰ ਇੱਕ 6 ਪੁੱਜੀ ਸ਼ਕਲ ਦੇ ਢੰਗ ਵਿੱਚ ਬਣਿਆ ਹੁੰਦਾ ਹੈ ਅਤੇ ਬਨਾਵਟ ਦੀ ਇੱਕ ਅਦਭੁਤ ਸੁਡੋਲਤਾ ਦਾ ਪ੍ਰਦਰਸ਼ਨ ਕਰਦਾ ਹੈ। ਸੱਚਮੁੱਚ ਇੱਥੇ ਬਰਫ਼ ਦਾ ਇੱਕ ਖਜ਼ਾਨਾ ਹੈ, ਠੀਕ ਉਵੇਂ ਜਿਵੇਂ ਕਿ ਪਰਮੇਸ਼ਰ ਨੇ 4000 ਸਾਲ ਪਹਿਲਾਂ ਘੋਸ਼ਿਤ ਕੀਤਾ। ਇੱਥੇ ਬਰਫੀਲੇ ਬਿਲੌਰਾਂ ਬਾਰੇ ਦੋ ਗੱਲਾਂ ਹਨ ਜੋ ਕਿ ਮੈਨੂੰ ਸੱਚਮੁੱਚ ਉਤਸ਼ਾਹਿਤ ਕਰਦੀਆਂ ਹਨ। ਇੱਕ ਯਥਾਰਥ ਸੁੰਦਰਤਾ ਹੈ, ਤੁਸੀਂ ਉਹਨਾਂ ਨੂੰ ਵੇਖਦੇ ਅਤੇ ਤੁਸੀਂ ਇਹਨਾਂ ਸਮਤਲ ਮੂੰਹਾਂ ਨਾਲ ਇਹਨਾਂ ਟੰਗਾਂ ਨੂੰ ਵੇਖਦੇ ਅਤੇ ਉਸ ਢਾਂਚੇ ਨੂੰ ਜੋ ਉੱਥੇ ਹੈ। ਇੱਥੇ 100 ਭਿੰਨ-ਭਿੰਨ ਮੁੱਢਲੇ ਕਿਸਮ ਦੇ ਬਰਫੀਲੇ ਬਿਲੌਰ ਹਨ ਅਤੇ ਇਹਨਾਂ ਦੀ ਸੁੰਦਰਤਾ ਕਿਹੜੀ ਹੈ ਅਤੇ ਉਹ ਪਰਮੇਸ਼ਰ ਬਾਰੇ ਮੈਨੂੰ ਕੁਝ ਦੱਸਦਾ ਹੈ। ਇਹ ਮੈਨੂੰ ਦੱਸਦਾ ਹੈ ਕਿ ਪਰਮੇਸ਼ਰ ਸੁੰਦਰਤਾ ਪਸੰਦ ਕਰਦਾ ਹੈ ਅਤੇ ਉਹ ਮੈਨੂੰ ਪਿਆਰ ਕਰਦਾ ਹੈ, ਕਿਉਂ ਜੋ ਉਹ ਇਹ ਸੁੰਦਰਤਾ ਵੇਖਣ ਲਈ ਪ੍ਰਦਾਨ ਕਰਦਾ ਹੈ। ਇਸ ਲਈ ਇਹ ਮੇਰੇ ਨਾਲ ਗੂੰਜਦਾ ਹੈ। ਦੂਜਾ ਉਹ ਢੰਗ ਹੈ ਜਿਸ ਵਿੱਚ ਇਹ ਬਰਫੀਲੇ ਬਿਲੌਰ ਕ੍ਰਮ ਵਿੱਚ ਹੁੰਦੇ ਹਨ। ਉਹ ਢੰਗ ਜਿਸ ਵਿੱਚ ਵਿਅਕਤੀਗਤ ਅਣੂ ਇੱਕ ਦੂਜੇ ਨਾਲ ਜੁੜਦੇ ਹਨ। ਉਹ ਇੱਕ ਖਾਸ ਨਿਰੰਤਰ ਢੰਗ ਦਾ ਵਾਰ-ਵਾਰ ਹੋਣਾ ਮੈਨੂੰ ਇਹ ਦੱਸਦਾ ਹੈ ਕਿ ਪਰਮੇਸ਼ਰ ਨੇ ਇਸ ਨੂੰ ਤਿਆਰ ਕੀਤਾ ਹੈ। ਇੱਥੇ ਇੱਕ ਆਤਮਿਕ ਲਾਗੂਕਰਨ ਵੀ ਹੈ। ਜਿਵੇਂ ਕਿ ਹਰੇਕ ਬਰਫੀਲਾ ਬਿਲੌਰ ਭਿੰਨ ਨਮੂਨੇ ਵਿੱਚ ਰੱਖਿਆ ਗਿਆ ਹੈ, ਇਸੇ ਤਰ੍ਹਾਂ ਹਰੇਕ ਮਨੁੱਖ, ਹਰੇਕ ਜਾਨ ਅਨੋਖੀ ਅਤੇ ਸਾਡੇ ਪ੍ਰਭੂ ਲਈ ਖਾਸ ਸੰਬੰਧ ਰੱਖਦੀ ਹੈ। ਜਿਵੇਂ ਕਿ ਪਰਮੇਸ਼ਰ ਦਾ ਕਿਰਿਆਸ਼ੀਲ ਹੱਥ ਬਰਫੀਲੇ ਬਿਲੌਰਾਂ ਨੂੰ ਪਿਆਰੀ ਦੇਖ-ਰੇਖ ਨਾਲ ਆਕਾਰ ਦਿੰਦਾ, ਇਸੇ ਤਰ੍ਹਾਂ ਹੀ ਉਹ ਹਰੇਕ ਵਿਅਕਤੀ ਨੂੰ ਉਸ ਦੀ ਮਹਿਮਾ ਲਈ ਆਕਾਰ ਦੇਣ ਦਾ ਇਰਾਦਾ ਰੱਖਦਾ ਹੈ। ਬਾਕੀ ਦੀ ਸ੍ਰਿਸ਼ਟੀ ਦੀ ਤੁਲਨਾ ਵਿੱਚ ਬਰਫੀਲੇ ਬਿਲੌਰ ਸਧਾਰਨ ਹਨ, ਫਿਰ ਵੀ ਮਹਾਨ ਨਿਰਮਾਤਾ ਧਿਆਨ ਖਿੱਚਦਾ ਹੈ। ਇੱਥੋਂ ਤੱਕ ਕਿ ਅਣਗਿਣਤ ਬਰਫੀਲੇ ਬਿਲੌਰ ਜਿਨ੍ਹਾਂ ਨੂੰ ਉਹ ਹਰ ਦਿਨ ਆਕਾਰ ਦਿੰਦਾ, ਉਸ ਦੀ ਦੇਖ-ਰੇਖ ਦਾ ਇੱਕ ਅਚੂਕ ਚਿੰਨ੍ਹ ਹੈ। ਪਰਮੇਸ਼ਰ ਨੇ ਸਿਰਫ ਬਰਫੀਲੇ ਬਿਲੌਰਾਂ ਵਿੱਚ ਹੀ ਨਿਰਮਾਣ ਨਹੀਂ ਕੀਤਾ, ਪਰ ਦੂਜੇ ਸਾਰੇ ਕਿਸਮ ਦੇ ਅਣੂਆਂ ਵਿੱਚ, ਸਾਰੀ ਕਿਸਮ ਦੀ ਪ੍ਰਣਾਲੀ ਵਿੱਚ, ਸੰਬੰਧਾਂ ਅਤੇ ਪ੍ਰਕਿਰਿਆ ਵਿੱਚ ਵੀ, ਜਿਨ੍ਹਾਂ ਦੀ ਅਸੀਂ ਅੱਜ ਕਲਪਨਾ ਕਰਨਾ ਵੀ ਆਰੰਭ ਨਹੀਂ ਕਰ ਸਕਦੇ। ਉਹ ਕਾਰਨਾਂ ਵਿੱਚੋਂ ਇੱਕ ਹੈ ਕਿ ਕਿਉਂ ਮੈਂ ਵਿਗਿਆਨੀ ਹਾਂ। ਮੈਂ ਇਹ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕਿਵੇਂ ਵਸਤਾਂ ਕਿਰਿਆਵਾਂ ਕਰਦੀਆਂ, ਉਹ ਕਿਵੇਂ ਕੰਮ ਕਰਦੀਆਂ ਹਨ ਅਤੇ ਉਹਨਾਂ ਦੇ ਹਿਸਾਬ ਦੇ ਸਮੀਕਰਨ ਨੂੰ ਲਾਗੂ ਕਰਦਾ ਹਾਂ, ਕਿਉਂ ਜੋ ਮੈਂ ਮਹਿਸੂਸ ਕਰਦਾ ਹਾਂ ਜਿਵੇਂ ਕਿ ਮੈਂ ਪਰਮੇਸ਼ਰ ਦੇ ਮੂੰਹ ਨੂੰ ਛੂ ਰਿਹਾ ਹਾਂ। ਜੇਕਰ ਸਧਾਰਨ ਪਾਣੀ ਦਾ ਅਣੂ ਜੋ ਬਰਫੀਲੇ ਬਿਲੌਰਾਂ ਨੂੰ ਆਕਾਰ ਦਿੰਦਾ ਸ਼ਾਨਦਾਰ ਬਨਾਵਟ ਦਾ ਪ੍ਰਦਰਸ਼ਨ ਕਰਦਾ ਹੈ, DNA ਵਰਗੇ ਵਿਸ਼ਾਲ ਗੁੰਝਲਦਾਰ ਅਣੂਆਂ ਪਿੱਛੇ ਤਿਆਰ ਪ੍ਰਵੀਨਤਾ ਤੇ ਗੌਰ ਕਰੋ। DNA ਵਿੱਚ ਸਾਰੇ ਜੀਵਨ ਦਾ ਨਕਸ਼ਾ ਸ਼ਾਮਿਲ ਹੁੰਦਾ ਅਤੇ ਇਸ ਤੋਂ ਬਾਅਦ ਵਿਸ਼ਵ ਵਿੱਚ ਜਾਣੀ ਜਾਂਦੀ ਰਚਨਾ ਪ੍ਰਕਿਰਿਆ ਦਾ ਗੂੜ ਸੂਚਨਾ ਭੰਡਾਰ ਹੁੰਦਾ ਹੈ। ਉਦਾਹਰਨ ਲਈ DNA ਦੇ ਸੂਈ ਦੀ ਨੋਕ ਦੀ ਮਾਤਰਾ ਵਿੱਚ ਮਿਲੀ ਸੂਚਨਾ ਦੀ ਮਾਤਰਾ ਇੱਥੋਂ ਲੈ ਕੇ ਚੰਦਰਮਾ ਤੱਕ ਨਾਲੋਂ ਜ਼ਿਆਦਾ 500 ਗੁਣਾ ਉੱਚਾ ਇੱਕ ਕਿਤਾਬਾਂ ਦਾ ਢੇਰ ਲਗਾਵੇਗੀ। ਪ੍ਰੋਗਰਾਮ ਕੋਡ ਅਤੇ ਇੱਕ ਬੇਯਕੀਨਾ ਪ੍ਰਣਾਲੀ ਦੀ ਬਣਾਵਟ ਇੱਕ ਸ਼੍ਰੇਸ਼ਟ ਬੁੱਧੀਮਾਨ ਰੂਪਾਂਤਰਕਾਰ ਦਾ ਸੰਕੇਤ ਕਰਦੀ ਹੈ। ਮੇਰੇ ਲਈ ਸਬੂਤ ਜੋ ਪੁਕਾਰਦਾ ਕਿ ਇੱਥੇ ਪਰਮੇਸ਼ਰ ਹੈ, DNA ਦਾ ਅਧਿਐਨ ਹੈ। DNA ਇੱਕ ਬਹੁਤ ਸ਼ਕਤੀਸ਼ਾਲੀ, ਬਹੁਤ ਜ਼ਿਆਦਾ ਸੂਚਨਾ ਨਾਲ ਭਰੀ ਗੋਦਾਮ ਦੀ ਪ੍ਰਣਾਲੀ ਹੈ। ਅਸਲ ਵਿੱਚ DNA ਜੋ ਸਾਡੇ ਜੀਵਨ ਨੂੰ ਬਣਾਉਂਦਾ, ਅਸਲ ਵਿੱਚ ਸੂਚਨਾਵਾਂ ਦੀਆਂ ਕਿਤਾਬਾਂ ਹਨ ਜੋ ਕਿ ਇੱਕ ਭਾਸ਼ਾ ਪ੍ਰਣਾਲੀ ਦੁਆਰਾ ਪੜ੍ਹੀਆਂ ਜਾਂਦੀਆਂ ਹਨ। ਇਹ ਪੂਰੀ ਤਰ੍ਹਾਂ ਪ੍ਰਤੱਖ ਹੈ ਅਤੇ ਵਿਗਿਆਨੀ ਅੱਜ ਜਾਣਦੇ ਹਨ ਕਿ ਭਾਸ਼ਾ ਦੀ ਇੱਕ ਨਿਯਮਾਵਲੀ ਹੈ ਜੋ ਸਿਰਫ ਇੱਕ ਬੁੱਧੀਮਾਨ ਪ੍ਰਾਣੀ ਤੋਂ ਆਉਂਦੀ ਹੈ ਅਤੇ ਸੂਚਨਾਵਾਂ ਸਿਰਫ ਸੂਚਨਾਵਾਂ ਤੋਂ ਆਉਂਦੀਆਂ ਹਨ। ਕੋਈ ਵੀ ਇਹ ਨਹੀਂ ਆਖਦਾ ਜਾਪਦਾ ਕਿ ਪਦਾਰਥ ਖੁਦ ਆਪਣੇ ਆਪ ਇੱਕ ਨਿਯਮਾਵਲੀ ਨੂੰ ਦਿੰਦਾ ਹੈ ਅਤੇ ਜਦੋਂ ਤੁਸੀਂ DNA ਨੂੰ ਵੇਖਦੇ ਹੋ, ਇਹ ਅਸਲ ਵਿੱਚ ਪੁਕਾਰਦਾ ਹੈ, ਆਦਿ ਵਿੱਚ ਪਰਮੇਸ਼ਰ ਨੇ ਵਿਸ਼ਵ ਨੂੰ ਬਣਾਇਆ। ਅਸੀਂ ਸਾਰੇ ਇੱਕ ਛੋਟੇ ਇੱਕ ਵਾਕ ਦੇ ਅੰਤ ਤੇ ਇੱਕ ਮਿਆਦ ਦੇ ਆਕਾਰ ਦੇ ਛੋਟੇ ਜਿਹੇ ਸੈੱਲ ਤੋਂ ਸ਼ੁਰੂ ਕਰਦੇ ਹਾਂ। ਉਹ ਸੈੱਲ ਕਿਵੇਂ ਜਾਣਦਾ ਹੈ ਕਿ ਇਸ ਵਿੱਚ 100 ਖਰਬ ਸੈੱਲਾਂ ਨਾਲ ਇੱਕ ਸਰੀਰ ਦਾ ਨਿਰਮਾਣ ਕਰਨਾ ਹੈ, ਭਿੰਨ-ਭਿੰਨ ਕਿਸਮ ਦੇ ਹਜ਼ਾਰਾਂ, ਅਤੇ ਉਹਨਾਂ ਵਿੱਚੋਂ ਹਰੇਕ ਗੁੰਝਲਦਾਰ ਹੈ। ਸੂਖਮ ਰਸਾਇਣਿਕ ਕਾਰਜ ਪ੍ਰਣਾਲੀ ਸਾਡੀ ਜਾਣਨ ਲਈ ਸਮਝ ਤੋਂ ਪਰੇ ਹੈ ਕਿ ਕਿਵੇਂ ਇਹ ਕੰਮ ਕਰਦੀ ਹੈ ਅਤੇ ਸਿੱਖਿਆ ਦੀ ਨਿਯਮਾਵਲੀ ਦਰਜ ਨਿਰਮਾਤਾ ਦੀ ਨਿਯਮਾਵਲੀ ਹੈ ਕਿ ਇਸ 100 ਖਰਬ ਸੈੱਲਾਂ ਨਾਲ ਇਸ ਬੇਯਕੀਨੇ ਸਰੀਰ ਦੇ ਹਰੇਕ ਹਿੱਸੇ ਨੂੰ ਬਣਾਉਣ ਅਤੇ ਪ੍ਰਬੰਧ ਕਰਨਾ ਹੈ। ਇਸ ਤੋਂ ਇਲਾਵਾ DNA ਇੱਕ ਤਿਹਰਾ ਅਣੂ ਹੈ ਜੋ ਆਪਣੇ ਆਪ ਪ੍ਰਤੀਰੂਪ ਲੈਂਦਾ ਹੈ। ਹਰੇਕ ਅਣੂ ਇੱਕ ਸਮਰੂਪ ਨਕਲ ਨੂੰ ਤੇਜ਼ੀ ਅਤੇ ਕੁਸ਼ਲਤਾ ਨਾਲ ਬਣਾਉਣ ਦੇ ਯੋਗ ਹੈ।
ਪ੍ਰਭੂ ਨੇ ਇੱਥੋਂ ਤੱਕ ਕਿ ਡੀਐਨਏ ਨੂੰ ਪ੍ਰਤੀਰੂਪ ਗਲਤੀਆਂ ਨੂੰ ਪਤਾ ਕਰਨ ਅਤੇ ਸੁਧਾਰਨ ਲਈ ਕਾਰਜਕ੍ਰਮ ਵਿੱਚ ਰੱਖਿਆ ਹੈ। ਇਹ ਵਿਲੱਖਣ ਯੋਗਤਾਵਾਂ ਮਨੁੱਖਾਂ ਦੇ ਢੰਗ ਤੋਂ ਕਿਤੇ ਅਗਾਂਹ ਹਨ। ਪਰਮੇਸ਼ਰ ਨੇ ਡੀਐਨਏ ਅਣੂ ਨੂੰ ਇਸ ਢੰਗ ਨਾਲ ਪੈਦਾ ਕੀਤਾ ਹੈ ਕਿ ਇਹ ਖੁਦ ਨੂੰ ਸੁਧਾਰਨ ਵਾਲਾ ਹੈ। ਇੱਥੇ ਖਾਸ ਪ੍ਰੋਟੀਨ ਹਨ ਜਿਨ੍ਹਾਂ ਨੂੰ ਐਂਜ਼ਾਈਮਸ ਕਿਹਾ ਜਾਂਦਾ ਹੈ, ਜੋ ਡੀਐਨਏ ਅਣੂਆਂ ਨੂੰ ਵੇਖਦੇ ਅਤੇ 1 ਮਿੰਟ ਸਕਿੰਟਾਂ ਦੇ ਆਧਾਰ ਤੇ ਮੁਰੰਮਤ ਨੂੰ ਕਰਦੇ ਉੱਪਰ ਥੱਲੇ ਨੂੰ ਜਾਂਦੇ ਹਨ। ਪਰਮੇਸ਼ਰ ਨੇ ਡੀਐਨਏ ਨਿਯਮਾਵਲੀ ਨਾਲ ਸਾਨੂੰ ਪੈਦਾ ਕੀਤਾ ਹੈ, ਜਿਸ ਕੋਲ ਅਸਲ ਵਿੱਚ ਸੰਪਾਦਕੀ ਕਿਸਮ ਦੇ ਐਂਜ਼ਾਈਮਸ ਹਨ। ਠੀਕ ਉਵੇਂ ਹੀ ਜਿਵੇਂ ਕਿ ਇੱਕ ਸੰਪਾਦਕ ਇੱਕ ਅਖਬਾਰ ਜਾਂ ਇੱਕ ਕਿਤਾਬ ਨੂੰ ਗਲਤੀਆਂ ਲੱਭਣ ਲਈ ਪੜ੍ਹਦਾ ਹੈ, ਇਸ ਤਰ੍ਹਾਂ ਪਰਮੇਸ਼ਰ ਨੇ ਖਾਸ ਐਂਜ਼ਾਈਮਸ ਨੂੰ ਪੈਦਾ ਕੀਤਾ ਹੈ ਜੋ ਅਜਿਹੇ ਢੰਗਾਂ ਵਿੱਚ ਸਾਡੇ ਡੀਐਨਏ ਗਲਤੀਆਂ ਦੀ ਮੁਰੰਮਤ ਕਰਦੇ ਉੱਪਰ ਥੱਲੇ ਨੂੰ ਜਾਂਦੇ ਹਨ, ਜੋ ਬੇਯਕੀਨਾ ਪੇਚੀਦਾ ਹਨ। ਵਸਤਾਂ ਦੀ ਸ੍ਰਿਸ਼ਟੀ ਵਿੱਚ ਇੱਥੇ ਬਹੁਤ ਸਾਰੀਆਂ ਉਦਾਹਰਨਾਂ ਹਨ ਜੋ ਬਾਈਬਲ ਦੇ ਪਰਮੇਸ਼ਰ ਦਾ ਪ੍ਰਦਰਸ਼ਨ ਕਰਦੀਆਂ ਹਨ। ਉਹਨਾਂ ਵਿੱਚੋਂ ਇੱਕ ਸਾਡਾ ਡੀਐਨਏ ਹੈ। ਸਾਡੇ ਡੀਐਨਏ ਵਿੱਚ ਸੂਚਨਾਵਾਂ ਹਨ ਅਤੇ ਤੇ ਸੂਚਨਾ ਵਿਗਿਆਨ ਆਖਿਆ ਜਾਂਦਾ ਪੂਰਾ ਵਿਗਿਆਨ ਅਧਿਐਨ ਦਾ ਖੇਤਰ ਹੈ, ਜੋ ਅਧਿਐਨ ਕਰਦਾ ਹੈ ਕਿ ਕਿਵੇਂ ਸੂਚਨਾ ਆਰੰਭ ਹੁੰਦੀ ਅਤੇ ਕਿਵੇਂ ਇਹ ਸੰਚਾਰ ਕਰਦੀ ਹੈ। ਅਤੇ ਸੂਚਨਾ ਵਿਗਿਆਨ ਦੀ ਇੱਕ ਨਿਯਮ ਆਖਦਾ ਹੈ ਕਿ ਸੂਚਨਾ ਕਦੇ ਵੀ ਪਦਾਰਥ ਵਿੱਚ ਆਪਣੇ ਆਪ ਨਹੀਂ ਆਰੰਭ ਹੁੰਦੀਆਂ, ਕਦੇ ਵੀ ਅਚਨਚੇਤ ਨਹੀਂ ਆਉਂਦੀਆਂ ਹਨ। ਕਿਸੇ ਵੀ ਸਮੇਂ ਅਸੀਂ ਸੂਚਨਾਵਾਂ ਦੇ ਇਸ ਦੇ ਸਰੋਤ ਵੱਲ ਵਾਪਸ ਸੁਰਾਗ ਨੂੰ ਵੇਖਦੇ ਹਾਂ। ਇਹ ਸਦਾ ਇੱਕ ਮਨ ਵੱਲ ਵਾਪਸ ਆਉਂਦਾ ਹੈ। ਅਤੇ ਕਿਉਂ ਜੋ ਸਾਡੇ ਕੋਲ ਡੀਐਨਏ ਬੁੱਧੀਮਾਨੀ ਤੋਂ ਆਉਂਦਾ ਹੈ, ਇਹ ਕੁਝ ਅਜਿਹਾ ਨਹੀਂ ਜੋ ਸੰਭਾਵੀ ਤਬਦੀਲੀ ਅਤੇ ਕੁਦਰਤੀ ਚੋਣ ਦੇ ਲੱਖਾਂ ਸਾਲਾਂ ਰਹੀ ਆਇਆ ਹੈ। ਇਸ ਤਰ੍ਹਾਂ ਨਹੀਂ ਹੁੰਦਾ ਹੈ। ਫਿਰ ਵੀ ਡੀਐਨਏ ਅਣੂ ਸੈੱਲਾਂ ਦੀ ਤੁਲਨਾ ਵਿੱਚ ਸਧਾਰਨ ਹੈ। ਸਾਰਾ ਜੀਵਨ ਸੈੱਲਾਂ ਤੋਂ ਬਣਿਆ ਹੈ ਅਤੇ ਹਰ ਇੱਕ ਸੈੱਲ ਇੱਕ ਲਘੂ ਰੂਪ ਤੇ ਸ਼ਹਿਰ ਵਜੋਂ ਕੰਮ ਕਰਦਾ ਹੈ। ਜਦੋਂ ਅਸੀਂ ਗੌਰ ਕਰਦੇ ਕਿ ਮਨੁੱਖੀ ਦੇ ਇੱਕ ਇਕਾਈ ਵਜੋਂ ਕੰਮ ਕਰਦੇ ਖਰਬਾਂ ਸੈੱਲਾਂ ਨਾਲ ਬਣੀ ਹੈ, ਸਾਨੂੰ ਸਾਡੇ ਸਿਰਜਣਹਾਰ ਦੀ ਗੂੜ ਦੇਖਰੇਖ ਅਤੇ ਸਿੱਧ ਬੁੱਧੀ ਦੇ ਹਲੀਮ ਡਰ ਵਿੱਚ ਹੋਣਾ ਚਾਹੀਦਾ ਹੈ। ਹਰੇਕ ਬੀਜ ਵਿੱਚ ਲਘੂ ਚਮਤਕਾਰ ਹੈ। ਪਰਮੇਸ਼ਰ ਨੇ ਨਿੱਕੇ ਜਿਹੇ ਸਕੋਆ ਦੇ ਬੀਜ ਨੂੰ ਧਰਤੀ ਤੇ ਵੱਡਾ ਰੁੱਖ ਹੋਣ ਲਈ ਕਾਰਜ ਪ੍ਰਣਾਲੀ ਦਿੱਤੀ ਹੈ, ਲਗਭਗ 100 ਮੀਟਰ ਲੰਮਾ ਅਤੇ ਕਈ ਕਿਲੋ ਦਾ ਭਾਰੀ ਹੋਣ ਲਈ। ਪਰਮੇਸ਼ਰ ਨੇ ਨਿੱਕੇ ਜਿਹੇ ਸੇਬ ਦੇ ਬੀਜ ਨੂੰ ਆਉਣ ਵਾਲੇ ਸਾਲਾਂ ਲਈ ਬਹੁਤ ਸਾਰੇ ਸਵਾਦਲੇ ਫਲਾਂ ਨੂੰ ਪੈਦਾ ਕਰਨ ਲਈ ਤਿਆਰ ਕੀਤਾ ਹੈ। ਅਤੇ ਪਰਮੇਸ਼ਰ ਨੇ ਬੀਜਾਂ ਦੀ ਵੱਡੀ ਗਿਣਤੀ ਨੂੰ ਭਰਪੂਰੀ ਵਿੱਚ ਦਰਸ਼ਨੀ ਕਲੀਆਂ ਨੂੰ ਪੈਦਾ ਕਰਨ ਦੀ ਯੋਜਨਾ ਬਣਾਈ ਹੈ। ਪਿੰਨ ਬੀਜਾਂ ਦੀਆਂ ਕਿਸਮਾਂ ਤੇ ਧਿਆਨ ਕਰੋ। ਜਿਵੇਂ ਕਿ ਉਤਪਤ ਵਿੱਚ ਵਰਣਨ ਹੈ, ਹਰ ਬੀਜ ਸਦਾ ਇਸ ਦੀ ਆਪਣੀ ਕਿਸਮ ਨੂੰ ਪੈਦਾ ਕਰਦਾ ਹੈ। ਅਤੇ ਠੀਕ ਉਵੇਂ ਜਿਵੇਂ ਕਿ ਪਰਮੇਸ਼ਰ ਨੇ ਚਾਹਿਆ, ਫਲ ਅਤੇ ਉਤਪਾਦਨ ਜੋ ਪੈਦਾ ਕਰਦਾ ਮਨੁੱਖ ਅਤੇ ਇਸ ਦੇ ਵਾਤਾਵਰਣ ਲਈ ਲੋੜੀਂਦਾ ਭੋਜਨ ਅਤੇ ਸਾਧਨਾਂ ਦੀ ਪੂਰਤੀ ਕਰਦੇ ਹਨ। ਉਤਪਤ ਦੇ ਪਹਿਲੇ ਅਧਿਆਇ ਵਿੱਚ ਪਰਮੇਸ਼ਰ ਨੇ ਆਖਿਆ, ਧਰਤੀ ਘਾਹ ਨਾਲੇ ਬੀਜ ਵਾਲਾ ਸਾਗ-ਪਾਤ ਅਤੇ ਫਲਦਾਰ ਬਿਰਛ ਉਗਾਵੇ, ਜਿਹੜੇ ਆਪੋ ਆਪਣੀ ਜਿਨਸ ਦੇ ਅਨੁਸਾਰ ਬੀਜ ਵਾਲਾ ਫਲ ਧਰਤੀ ਉੱਤੇ ਦੇਣ, ਅਤੇ ਉਵੇਂ ਹੀ ਹੋ ਗਿਆ। ਇਸ ਤਰ੍ਹਾਂ ਸਿਰਜਣਹਾਰ ਨੇ ਜੀਵਨ ਨੂੰ ਇਸ ਦੀ ਕਿਸਮ ਦਾ ਪੁਨਰ ਉਤਪਾਦਨ ਕਰਨ ਦੀ ਯੋਗਤਾ ਨਾਲ ਬਣਾਇਆ। ਪੌਦੇ ਬੀਜ ਨੂੰ ਉਤਪੰਨ ਕਰਦੇ ਹਨ। ਇਹ ਪ੍ਰਸ਼ਨ ਪਹਿਲਾਂ ਕੀ ਆਇਆ, ਬੀਜ ਜਾਂ ਪੌਦਾ ਦਾ ਉੱਤਰ ਦਿੰਦਾ ਹੈ। ਸਪਸ਼ਟ ਤੌਰ ਤੇ ਪਰਮੇਸ਼ਰ ਨੇ ਪੌਦੇ ਦੇ ਜੀਵਨ ਨੂੰ ਇਸ ਵਿੱਚ ਬੀਜ ਨਾਲ ਪੈਦਾ ਕੀਤਾ। ਬੀਜ ਲਘੂ ਰੂਪ ਦਾ ਛੋਟਾ ਉੱਤਮ ਰੂਪ ਹਨ। ਬੀਜ ਦੇ ਅੰਦਰ ਇੱਕ ਛੋਟਾ ਬੱਚਾ, ਇੱਕ ਛੋਟਾ ਭਰੂਣ ਪੌਦਾ ਹੁੰਦਾ ਹੈ। ਇਸ ਵਿੱਚ ਪਹਿਲਾਂ ਹੀ ਪੱਤੇ, ਇੱਕ ਤਣਾ ਅਤੇ ਇੱਕ ਜੜ ਬੀਜ ਦੀ ਪਰਤ ਦੁਆਰਾ ਘੇਰੀ ਹੁੰਦੀ, ਜੋ ਇਸ ਦੀ ਸੁਰੱਖਿਆ ਕਰਦਾ ਹੈ ਅਤੇ ਵਾਤਾਵਰਣ ਸੰਕੇਤਾਂ ਨੂੰ ਸੁਣਨ ਵਾਲੀਆਂ ਸਾਰੀਆਂ ਕਿਸਮਾਂ ਨਾਲ ਭਰਿਆ ਹੁੰਦਾ ਹੈ। ਇਸ ਤਰ੍ਹਾਂ ਇਹ ਤਾਪਮਾਨ ਨੂੰ, ਨਮੀ ਦੀਆਂ ਸਥਿਤੀਆਂ ਅਤੇ ਕਿੰਨੀ ਆਕਸੀਜਨ ਮੌਜੂਦ ਹੈ ਨੂੰ ਜਾਣਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਇਸ ਦੇ ਪੁੰਗਰਨ ਤੋਂ ਪਹਿਲਾਂ ਸਹੀ ਪੱਧਰਾਂ ਵਿੱਚ ਹੋਣਾ ਹੈ। ਅਤੇ ਪਹਿਲੇ ਬੀਜ ਜੋ ਅਸੀਂ ਪੁਰਾਤਨ ਪਾਉਂਦੇ ਉਹਨਾਂ ਬੀਜਾਂ ਵਾਂਗ ਹੀ ਹਨ ਜੋ ਅੱਜ ਸਾਡੇ ਕੋਲ ਹਨ। ਬੀਜ ਪਹਿਲਾ ਮੁੜ ਉਤਪਾਦਨ ਕਰਨ ਵਾਲਾ ਢਾਂਚਾ ਹੈ ਜੋ ਪਰਮੇਸ਼ਰ ਨੇ ਸ੍ਰਿਸ਼ਟੀ ਦੇ ਤੀਜੇ ਦਿਨ ਬਣਾਇਆ, ਅਤੇ ਇਸ ਢੰਗ ਨਾਲ ਹੀ ਜੀਵਨ ਦੀਆਂ ਅਵਸਥਾ ਨੇ ਤਦ ਤੋਂ ਇਸ ਦੀ ਆਪਣੀ ਕਿਸਮ ਵਿੱਚ ਵਾਧਾ ਕੀਤਾ ਹੈ। ਅੱਜ ਵਿਗਿਆਨੀਆਂ ਨੇ ਖੋਜ ਕੀਤੀ ਹੈ ਜੋ ਪਵਿੱਤਰ ਸ਼ਾਸਤਰ ਨੇ ਵਰਣਨ ਕੀਤਾ ਹੈ, ਬੀਜ ਦੇ ਅੰਦਰ ਹੀ ਖੁਦ ਜੀਵਨ ਹੁੰਦਾ ਹੈ। ਇਸ ਦੇ ਅੰਦਰ ਹੀ ਜੀਵਨ ਦੇ ਸੈੱਲ ਹਨ, ਅਦਭੁਤ ਜਟਿਲਤਾ ਦੀਆਂ ਨਿੱਕੀਆਂ ਫੈਕਟਰੀਆਂ। ਕੋਈ ਵੀ ਵਿਗਿਆਨੀ ਕਦੇ ਨਕਲੀ ਬੀਜ ਬਣਾਉਣ ਦੇ ਯੋਗ ਨਹੀਂ ਹੋਇਆ ਹੈ, ਅਤੇ ਕੋਈ ਵੀ ਬੀਜ ਸਧਾਰਨ ਨਹੀਂ ਹੈ। ਬੀਜਾਂ ਨੂੰ ਜਦ ਤੱਕ ਪਾਣੀ ਅਤੇ ਗਰਮੀ ਉਪਲਬਧ ਨਹੀਂ ਹੈ, ਬੇਹਰਕਤ ਰਹਿਣ ਦੀ ਕਾਰਜਵਿਧੀ ਵਿੱਚ ਰੱਖਿਆ ਗਿਆ ਹੈ। ਤਾਪਮਾਨ ਅਤੇ ਨਮੀ ਦਾ ਪ੍ਰਬੰਧ ਕਰਨ ਦੀ ਇਹ ਯੋਗਤਾ ਕਿਸ ਨੇ ਰੱਖੀ? ਬੀਜ ਦੇ ਉਗਣ ਲਈ ਕਿਸ ਨੇ ਸਹੀ ਸਮਾਂ ਨਿਰਧਾਰਿਤ ਕੀਤਾ? ਕਿਸ ਨੇ ਜੜ ਨੂੰ ਆਖਿਆ, ਤੈਨੂੰ ਹੇਠਾਂ ਜਾਣਾ ਹੈ, ਅਤੇ ਤਣੇ ਨੂੰ, ਤੂੰ ਉਤਾਂਹ ਨੂੰ ਜਾਣਾ ਹੈ?
ਕੀ ਤੁਸੀਂ ਸਭ ਨੂੰ ਪਿਆਰ ਕਰਨ ਵਾਲੇ ਸਿਰਜਣਹਾਰ ਦੇ ਅਗਵਾਈ ਕਰਦੇ ਹੱਥ ਨੂੰ ਵੇਖਦੇ ਹੋ? ਪੁੰਗਰਨ ਅਤੇ ਵਧਨ ਫੁੱਲਣ ਲਈ ਬੀਜ ਨੂੰ ਸਹੀ ਜ਼ਮੀਨ ਦੇ ਪੌਸ਼ਟਿਕ ਹੋਣ, ਪਾਣੀ ਵਿੱਚ ਪਾਈ ਜਾਂਦੀ ਆਦਰਸ਼ ਸੰਪਤੀ, ਚਾਨਣ ਦੀਆਂ ਕਿਰਨਾਂ ਦੀ ਸਹੀ ਮਾਤਰਾ, ਸਹੀ ਵਾਤਾਵਰਣ ਅਤੇ ਜ਼ਰੂਰੀ ਸਿੰਜਣ ਦੀ ਲੋੜ ਹੁੰਦੀ ਹੈ। ਇਹ ਸਭ ਬੀਜਾਂ ਦੇ ਮਨੁੱਖ ਜਾਤੀ ਲਈ ਇੱਕ ਫਸਲ ਦੀਆਂ ਬਰਕਤਾਂ ਨੂੰ ਲਿਆਉਣ ਲਈ ਆਰੰਭ ਤੋਂ ਹੀ ਸਥਾਨ ਤੇ ਹੋਣਾ ਚਾਹੀਦਾ ਹੈ। ਫੁੱਲਾਂ ਦੇ ਪੌਦਿਆਂ ਤੋਂ ਬਿਨਾਂ ਸੰਸਾਰ ਕਿੰਨਾ ਨੀਰਸ ਹੋਵੇਗਾ। ਬੇਯਕੀਨੇ ਬੀਜ ਤੋਂ ਸ਼ਾਨਦਾਰ ਕਲੀਆਂ, ਫੁੱਲ ਪਰਮੇਸ਼ਵਰ ਦੀ ਸ਼ਾਨੋ ਸ਼ੌਕਤ ਦਾ ਪ੍ਰਗਟਾਵਾ ਕਰਦੇ ਹਨ। ਪੂਰੇ ਵਿਸ਼ਵ ਵਿੱਚ ਭਿੰਨ-ਭਿੰਨ ਫੁੱਲਾਂ ਦੀਆਂ ਕਿਸਮਾਂ ਵੱਧ ਫੁੱਲ ਰਹੀਆਂ ਹਨ ਅਤੇ ਹਰੇਕ ਇਸ ਦੇ ਆਪਣੇ ਅਨੋਖੇ ਫੁੱਲ, ਫਲ ਅਤੇ ਖੁਸ਼ਬੂ ਨਾਲ ਹੈ। ਜਦੋਂ ਕਲੀ ਦਾ ਵਿਸਤਾਰ ਹੁੰਦਾ, ਇਸ ਦੀ ਖੁਸ਼ਬੂ ਹਵਾ ਨੂੰ ਭਰ ਦਿੰਦੀ ਹੈ। ਧਿਆਨ ਦੇਵੋ ਕਿ ਹਰੇਕ ਫੁੱਲ ਸਦਾ ਇਸ ਦੀ ਆਪਣੀ ਕਿਸਮ ਦੀ ਖੁਸ਼ਬੂ ਨੂੰ ਪੈਦਾ ਕਰਦੇ ਹਨ। ਇਸ ਤੋਂ ਵੀ ਵੱਧ ਅਦਭੁਤ ਪਰਮੇਸ਼ਵਰ ਉਹੀ ਖੰਡਾਂ, ਜ਼ਮੀਨ, ਚਾਨਣ ਅਤੇ ਜਲ, ਇਹਨਾਂ ਸਾਰੀਆਂ ਸ਼ਾਨਦਾਰ ਕਿਸਮਾਂ ਨੂੰ ਪੈਦਾ ਕਰਨ ਲਈ ਪ੍ਰਯੋਗ ਕਰਦਾ ਹੈ। ਵਿਲੱਖਣਤਾ ਨਾਲ ਕੁਝ ਫੁੱਲਾਂ ਨੂੰ ਇਹ ਜਾਣਨ ਲਈ ਤਿਆਰ ਕੀਤਾ ਗਿਆ ਕਿ ਸਮਾਂ ਕੀ ਹੈ। ਕੈਲੀਫੋਰਨੀਆ ਪੌਪੀਜ਼, ਮਾਰਨਿੰਗ ਗਲੋਰੀ ਅਤੇ ਡੇ ਲਿਲੀ 3 ਸੁੰਦਰ ਉਦਾਹਰਨਾਂ ਹਨ। ਸਮੇਂ ਨਾਲ ਖੁੱਲਣਾ ਅਤੇ ਬੰਦ ਹੋਣਾ, ਸੂਖਮਤਾ ਵਾਂਗ ਉਹ ਵਾਤਾਵਰਣ ਦਬਾਅ ਪ੍ਰਤੀ, ਦਿਨ ਦੀ ਲੰਬਾਈ, ਤਾਪਮਾਨ ਅਤੇ ਨਮੀ ਪ੍ਰਤੀ ਸੰਵੇਦਨਸ਼ੀਲ ਹਨ ਅਤੇ ਇਸ ਲਈ ਸਰੀਰਕ ਪ੍ਰਕਿਰਿਆ ਵਿੱਚ ਨਿਰਮਾਣ ਹੋਏ ਹਨ। ਪੌਦੇ ਦਾ ਹਰ ਇੱਕ ਪੱਤਾ ਵੀ ਅਜੂਬਾ ਹੈ। ਮਨੁੱਖ ਦੇ ਲੰਮਾ ਸਮਾਂ ਪਹਿਲਾਂ ਸੂਰਜ ਦੀ ਸ਼ਕਤੀ ਨੂੰ ਕਿਵੇਂ ਪ੍ਰਯੋਗ ਕਰਨ ਦੀ ਖੋਜ ਤੋਂ ਪਹਿਲਾਂ ਸਿਰਜਣਹਾਰ ਨੇ ਹਰ ਹਰੇ ਪੱਤੇ ਵਿੱਚ ਲਘੂ ਸੂਰਜ ਸੰਬੰਧੀ ਖੰਡ ਨੂੰ ਰੱਖਿਆ ਹੈ। ਜਿਵੇਂ ਜਿਵੇਂ ਪੱਤਾ ਵੱਧਦਾ, ਇਹ ਸੂਰਜ ਤੋਂ ਇਸ ਦੀ ਊਰਜਾ ਨੂੰ ਪ੍ਰਾਪਤ ਕਰਨ ਲਈ ਵਿਧੀਬੱਧ ਕੀਤਾ ਗਿਆ ਹੈ। ਇਹ ਊਰਜਾ ਇਸ ਦੀਆਂ ਰਸਾਇਣਿਕ ਫੈਕਟਰੀਆਂ ਨੂੰ ਸ਼ਕਤੀ ਦਿੰਦੀ ਹੈ, ਜਿਸ ਦੇ ਨਤੀਜੇ ਵਜੋਂ ਕਾਰਬਨ ਡਾਈਆਕਸਾਈਡ ਚੂਸ ਲਈ ਜਾਂਦੀ, ਆਕਸੀਜਨ ਛੱਡੀ ਜਾਂਦੀ ਅਤੇ ਹਾਈਡਰੋਜਨ ਸ਼ੂਗਰ ਬਣਾਉਣ ਲਈ ਪ੍ਰਯੋਗ ਕੀਤੀ ਜਾਂਦੀ ਹੈ। ਮਨੁੱਖ ਦੀ ਵਿਅਰਥ ਗੈਸ ਨੂੰ ਚੂਸਣ ਲਈ, ਪੱਤਿਆਂ ਨੂੰ ਤਿਆਰ ਕਰਨ ਅਤੇ ਆਕਸੀਜਨ ਨੂੰ ਦੇਣ ਜੋ ਹਰੇਕ ਪ੍ਰਾਣੀ ਨੂੰ ਜਿਉਂਦੇ ਰਹਿਣ ਲਈ ਲੋੜ ਹੈ, ਪਰਮੇਸ਼ਵਰ ਕਿੰਨਾ ਕੁਸ਼ਲ ਹੈ। ਪ੍ਰਕਾਸ਼ ਸੰਸਲੇਸ਼ਨ ਵੀ ਸਾਡੀ ਸਾਰੀ ਭੋਜਨ ਪੂਰਤੀ ਦਾ ਆਧਾਰ ਹੈ। ਧੰਨਵਾਦ ਨਾਲ ਪਰਮੇਸ਼ਵਰ ਦੀਆਂ ਛੋਟੀਆਂ ਹਰੀਆਂ ਅਣਗਿਣਤ ਮਸ਼ੀਨਾਂ ਇਹ ਕੰਮ ਹਰ ਦਿਨ ਕਰਦੀਆਂ ਹਨ। ਫੁੱਲਾਂ ਦੇ ਪੌਦੇ ਪਰਮੇਸ਼ਵਰ ਦੇ ਪ੍ਰਬੰਧ ਦੀ ਇੱਕ ਕਿਸ ਤਰ੍ਹਾਂ ਦੀ ਗਵਾਹੀ ਹਨ। ਭੋਜਨ ਅਤੇ ਦਵਾਈ ਅਤੇ ਭਿੰਨ-ਭਿੰਨ ਜੀਵਨ ਦੇ ਦੂਜੇ ਪਹਿਲੂ, ਜਿਵੇਂ ਕਿ ਅਸੀਂ ਇਸ ਨੂੰ ਜਾਣਦੇ ਹਾਂ, ਪ੍ਰਦਾਨ ਕਰਨ ਲਈ ਸਿਰਫ ਗੰਭੀਰ ਹੀ ਨਹੀਂ ਹਨ, ਪਰ ਅਸੀਂ ਫੁੱਲਾਂ ਦੇ ਪੌਦਿਆਂ ਤੋਂ ਬਿਨਾਂ ਸਧਾਰਨ ਹੋਂਦ ਵਿੱਚ ਹੋਣ ਦੇ ਯੋਗ ਨਹੀਂ ਹੋਵਾਂਗੇ। ਉਹਨਾਂ ਨੂੰ ਵੱਡੇ ਸਮੂਹਾਂ ਦੇ ਜਾਨਵਰ, ਜਿਨ੍ਹਾਂ ਨੂੰ ਆਰਥੋਪੌਡ ਕਿਹਾ ਜਾਂਦਾ ਹੈ, ਨਾਲ ਜੋੜਦਾ ਹੈ। ਆਰਥੋਪੌਡ ਦਾ ਇੱਕ ਸਮੂਹ ਕੀੜੇ ਹੋਣਗੇ। ਕੀੜਿਆਂ ਨੂੰ ਪੌਦਿਆਂ ਦੀ ਲੋੜ ਹੁੰਦੀ ਹੈ ਅਤੇ ਪੌਦਿਆਂ ਨੂੰ ਸੱਚਮੁੱਚ ਪਰਾਗ ਸਿੰਜਣ ਦੇ ਸਬੰਧ ਵਿੱਚ ਸਾਲ ਦਰ ਸਾਲ ਲਈ ਪੌਦਿਆਂ ਨੂੰ ਉਪਜਾਊ ਰੱਖਣ ਦੇ ਆਧਾਰ ਤੇ ਸਬੰਧ ਵਿੱਚ ਕੀੜਿਆਂ ਦੀ ਲੋੜ ਹੁੰਦੀ ਹੈ। ਉਤਪਤ 2 ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਨੇ ਹਰੇ ਪੌਦਿਆਂ ਨੂੰ ਬਣਾਇਆ, ਵੇਖਣ ਵਿੱਚ ਸੋਹਣੇ ਅਤੇ ਭੋਜਨ ਲਈ ਚੰਗੇ। ਪੌਦੇ ਸੂਰਜ ਤੋਂ ਊਰਜਾ ਨੂੰ ਪ੍ਰਾਪਤ ਕਰਨ ਲਈ ਪ੍ਰਕਾਸ਼ ਸੰਸਲੇਸ਼ਨ ਦੀ ਅਦਭੁਤ ਪ੍ਰਕਿਰਿਆ ਦਾ ਪ੍ਰਯੋਗ ਕਰਦੇ ਹਨ। ਹਵਾ ਤੋਂ ਕਾਰਬਨ ਡਾਈਆਕਸਾਈਡ ਅਣੂਆਂ ਨੂੰ ਇਕੱਠਾ ਰੱਖਣ ਲਈ, ਜ਼ਮੀਨ ਤੋਂ ਪਾਣੀ ਦੇ ਅਣੂਆਂ ਨੂੰ ਲੈਣ, ਸ਼ੂਗਰ ਦੇ ਅਣੂ ਨੂੰ ਬਣਾਉਣ, ਦੂਜੇ ਸਾਰੇ ਭੋਜਨ ਸਮੂਹਾਂ ਲਈ ਮੁੱਢਲੇ ਨਿਰਮਾਣ ਦੇ ਵਿਭਾਗਾਂ ਨੂੰ। ਪੌਦਿਆਂ ਨੂੰ ਕਾਰਬਨ ਡਾਈਆਕਸਾਈਡ ਕਿੱਥੋਂ ਮਿਲਦੀ ਹੈ? ਅਸੀਂ ਇਸ ਨੂੰ ਬਾਹਰ ਕੱਢਦੇ ਹਾਂ। ਜਾਨਵਰ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੇ ਹਨ। ਪੌਦੇ ਉਸ ਕਾਰਬਨ ਡਾਈਆਕਸਾਈਡ ਨੂੰ ਚੂਸਦੇ ਹਨ। ਅਸੀਂ ਕਾਰਬਨ ਡਾਈਆਕਸਾਈਡ ਨੂੰ ਪੈਦਾ ਕਰਨ ਲਈ ਸ਼ੂਗਰ ਨੂੰ ਸਾੜਦੇ ਹਾਂ ਤਾਂ ਜੋ ਉਹ ਜ਼ਿਆਦਾ ਸ਼ੂਗਰ ਨੂੰ ਬਣਾਉਣ ਲਈ ਚੂਸ ਸਕਣ। ਤੁਸੀਂ ਇਸ ਵਿਚਾਰ ਨੂੰ ਪ੍ਰਾਪਤ ਕਰ ਸਕਦੇ ਕਿ ਇਹਨਾਂ ਸਾਰੇ ਹਿੱਸਿਆਂ ਨੂੰ ਇੱਕ ਸਮੇਂ ਹੀ ਇਕੱਠੇ ਜੁੜਨਾ ਹੈ। ਉਹ ਇੱਕ ਗੱਲ ਹੈ, ਜਦੋਂ ਅਸੀਂ ਸ੍ਰਿਸ਼ਟੀ ਦੇ ਲੇਖੇ ਤੇ ਝਾਤੀ ਮਾਰਦੇ ਹਾਂ, ਪਰਮੇਸ਼ਵਰ ਨੇ ਕਿਵੇਂ ਪੌਦਿਆਂ, ਜਾਨਵਰਾਂ, ਲੋਕਾਂ, ਵਿਸ਼ਵ ਦੇ ਸਾਰੇ ਸਰੀਰਕ ਖੰਡਾਂ ਨੂੰ ਉਸ ਦੀ ਮਹਿਮਾ ਪ੍ਰਗਟ ਕਰਨ ਲਈ ਇੱਕ ਸੂਖਮ ਢੰਗ ਵਿੱਚ ਇਕੱਠੇ ਟਿਕਵੇਂ ਹੋਣ ਲਈ ਬਣਾਇਆ ਹੈ। ਭੋਜਨ, ਆਕਸੀਜਨ, ਦਵਾਈ, ਬਾਲਣ, ਕੱਚੀ ਸਮੱਗਰੀ, ਯਕੀਨਨ ਯਹੋਵਾ ਨੇ ਸਾਰੇ ਲਾਭ ਲਈ ਪੌਦਿਆਂ ਨੂੰ ਤਿਆਰ ਕੀਤਾ ਹੈ। ਫੁੱਲਾਂ ਤੋਂ ਪੌਦਿਆਂ ਦੀ ਤਨੀ ਭਿੰਨਤਾ ਅਤੇ ਬਹੁਤ ਸਾਰੇ ਮਕਸਦਾਂ ਦਾ ਉਹਨਾਂ ਦਾ ਪੂਰਾ ਕਰਨਾ ਸਭ ਇੱਕ ਬੁੱਧੀਮਾਨ ਅਤੇ ਦਿਆਲੂ ਸਿਰਜਣਹਾਰ ਵੱਲ ਸੰਕੇਤ ਕਰਦਾ ਹੈ। ਭਾਵੇਂ ਕਿ ਖਿੜਨ ਵਿੱਚ ਸ਼ਾਨਦਾਰ ਫੁੱਲ ਦੀ ਮਹਿਮਾ ਛੇਤੀ ਹੀ ਮੁਰਝਾ ਜਾਂਦੀ ਹੈ,
ਪਵਿੱਤਰ ਸ਼ਾਸਤਰ ਮਨੁੱਖ ਦੇ ਜੀਵਨ ਨੂੰ ਇੱਕ ਫੁੱਲ ਵਾਂਗ ਵੇਖਦੀ ਹੈ, ਛੇਤੀ ਹੀ ਬੀਤ ਜਾਂਦਾ ਹੈ। ਇਸ ਲਈ ਸਾਡੇ ਵਿੱਚੋਂ ਹਰੇਕ ਲਈ ਅੱਜ ਸਦੀਪਕ ਜੀਵਨ ਨੂੰ ਲੱਭਣਾ ਕਿੰਨਾ ਮਹੱਤਵਪੂਰਨ ਹੈ। ਤਦ ਪਰਮੇਸ਼ਵਰ ਨੇ ਆਖਿਆ, ਪਾਣੀ ਸਾਰੇ ਜਿਉਂਦੇ ਪ੍ਰਾਣੀਆਂ ਨਾਲ ਭਰ ਜਾਣ ਅਤੇ ਪੰਛੀ ਧਰਤੀ ਦੇ ਉੱਪਰ ਹੋਣ। ਇਸ ਤਰ੍ਹਾਂ ਪਰਮੇਸ਼ਵਰ ਨੇ ਹਰ ਜਿਉਂਦੀ ਵਸਤੂ ਜੋ ਚਲਦੀ ਹੈ ਨੂੰ ਬਣਾਇਆ ਅਤੇ ਪਰਮੇਸ਼ਵਰ ਨੇ ਵੇਖਿਆ ਕਿ ਇਹ ਸਭ ਚੰਗਾ ਸੀ। ਉਤਪੱਤੀ ਕਿਤਾਬ ਵਿੱਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਨੇ ਸਭ ਕੁਝ ਭਲੇ ਲਈ ਬਣਾਇਆ ਅਤੇ ਭਾਵੇਂ ਕਿ ਪਾਪ ਨੇ ਸ੍ਰਿਸ਼ਟੀ ਨੂੰ ਜ਼ਖਮੀ ਕੀਤਾ ਹੈ, ਮੱਛੀ, ਪੰਛੀ ਅਤੇ ਸਾਰੇ ਪ੍ਰਾਣੀ ਅਜੇ ਵੀ ਪਰਮੇਸ਼ਵਰ ਦੀ ਭਲਾਈ ਅਤੇ ਬੁੱਧੀ ਦੀ ਗਵਾਹੀ ਦਿੰਦੇ ਹਨ। ਅਸੀਂ ਸਾਰੇ ਹੁਣ ਆਪਣੇ ਧਿਆਨ ਨੂੰ ਯਹੋਵਾ ਦੇ ਬੇਯਕੀਨੇ ਪ੍ਰਾਣੀਆਂ ਵੱਲ ਮੋੜਦੇ ਹਾਂ। ਸੰਸਾਰ ਦੇ ਪ੍ਰਾਣੀਆਂ ਵਿੱਚ ਰਹਿਣ ਵਾਲੇ ਪ੍ਰਾਣੀ ਉਸ ਤੋਂ ਜ਼ਿਆਦਾ ਸ਼ਾਨਦਾਰ ਹਨ ਜਿੰਨਾ ਮਨੁੱਖ ਜਾਤੀ ਕਲਪਨਾ ਕਰ ਸਕਦੀ ਹੈ। ਸਮੁੰਦਰੀ ਵਸਨੀਕਾਂ ਦਾ ਵਿਸ਼ਾਲ ਮਿਸ਼ਰਣ ਸਾਡੇ ਮਹਾਨ ਸਿਰਜਣਹਾਰ ਦੀ ਅਸੀਮਤ ਪ੍ਰਵੀਣਤਾ ਬਾਰੇ ਬੋਲਦਾ ਹੈ ਅਤੇ ਹਰੇਕ ਸਮੁੰਦਰੀ ਪ੍ਰਾਣੀ ਵਿਲੱਖਣ ਕਾਰਜ ਪ੍ਰਣਾਲੀ ਨਾਲ ਰਚਿਆ ਗਿਆ ਹੈ। ਪਰਮੇਸ਼ਵਰ ਨੇ ਆਕਟੋਪਸ ਨੂੰ ਇੱਕ ਮਨੁੱਖ ਦੇ ਬਣਾਏ ਕਿਸੇ ਢਾਂਚੇ ਨਾਲੋਂ ਕਿਤੇ ਜ਼ਿਆਦਾ ਜੈਟ ਦੇ ਦਬਾਅ ਦੀ ਕਿਸਮ, ਸਕਸ਼ਨ ਕੱਪ ਤਕਨੀਕ ਅਤੇ ਖੁਦ ਢੁਕਵੇਂ ਰੂਪ ਪਰਿਵਰਤਨ ਨਾਲ ਤਿਆਰ ਕੀਤਾ ਹੈ। ਵਿਸ਼ਾਲ ਆਕਟੋਪਸ ਦੇ ਪਾਣੀ ਦੇ ਬੂਟੇ ਨਾਲ ਚਟਾਨ ਵਿੱਚ ਬਦਲੇ ਜਾਣ ਨੂੰ ਵੇਖੋ। ਇਸ ਦਾ ਰੰਗ, ਆਕਾਰ ਅਤੇ ਬਣਤਰ ਸਭ ਕੁਝ ਇੱਕ ਪਲ ਵਿੱਚ ਬਦਲ ਜਾਂਦਾ ਹੈ। ਸਮੁੰਦਰ ਫੈਨੀ ਨਾਮ ਦੀ ਇੱਕ ਨਰ ਮੱਛੀ ਹੈ। ਉਹ ਨਾਰੀ ਮੱਛੀ ਪ੍ਰਤੀ ਉਸ ਦੇ ਵਿਪਰੀਤ ਵਿਰੋਧੀ ਨਰਾਂ ਨੂੰ ਭਜਾਉਣ ਲਈ ਇੱਕ ਚਿੱਟੀ ਲੜਾਈ ਦੇ ਨਮੂਨੇ ਨੂੰ ਇੱਕ ਸਮੇਂ ਹੀ ਵਿਖਾਉਣ ਇੱਕ ਪੂਰੇ ਲਾਲ ਇਸ਼ਕਬਾਜ਼ੀ ਦੇ ਢੰਗ ਨੂੰ ਵਿਖਾਉਂਦੀ ਹੈ। ਜਦੋਂ ਉਸ ਦੇ ਪਾਸੇ ਨੂੰ ਬਦਲਦੀ, ਉਸ ਦੇ ਚਿੰਨ੍ਹ ਅਸਲ ਵਿੱਚ ਬੰਦ ਹੋ ਜਾਂਦੇ ਹਨ। ਦੋਹਰਾ ਇੱਕੋ ਹੀ ਸਮੇਂ ਚਿੰਨ੍ਹ ਪਰਮੇਸ਼ਵਰ ਦੀ ਸ਼੍ਰੇਸ਼ਟ ਕਾਰੀਗਰੀ ਦਾ ਪ੍ਰਦਰਸ਼ਨ ਕਰਦਾ ਹੈ। ਪਾਣੀ ਦੇ ਹੇਠਾਂ ਇੱਕ ਤਰ੍ਹਾਂ ਦੇ ਜਾਨਵਰਾਂ ਦੇ ਰਿਸ਼ਤੇ ਯੋਜਨਾ ਬਣਾਉਣ ਦੀ ਸਿੱਧ ਦੂਰਦ੍ਰਿਸ਼ਟੀ ਨੂੰ ਪ੍ਰਗਟ ਕਰਦੇ ਹਨ। ਸਮੁੰਦਰੀ ਰੰਗ ਬਰੰਗੇ ਫੁੱਲਾਂ ਦੇ ਪੌਦੇ ਜ਼ਹਿਰੀਲੇ ਹੁੰਦੇ ਹਨ, ਫਿਰ ਵੀ ਪਰਮੇਸ਼ਵਰ ਨੇ ਕਈਆਂ ਮੱਛੀਆਂ ਨੂੰ ਉਹਨਾਂ ਦੇ ਵਾਤਾਵਰਣ ਵਿੱਚ ਸੁਰੱਖਿਅਤ ਸਹਿਵਾਸ ਕਰਨ ਦੀ ਯੋਗਤਾ ਦਿੱਤੀ ਹੈ। ਉਦਾਹਰਨ ਲਈ ਕਲਾਉਨ ਮੱਛੀ ਨੂੰ ਰੰਗ ਬਰੰਗੇ ਫੁੱਲਾਂ ਦੇ ਜ਼ਹਿਰ ਤੋਂ ਬਚਾਓ ਲਈ ਰਚਿਆ ਗਿਆ ਹੈ। ਇਹ ਵਿਰਸੇ ਤੋਂ ਨਹੀਂ ਲਿਆ ਜਾ ਸਕਦਾ। ਜਿਵੇਂ ਕਿ ਪੂਰਵ ਪੀੜ੍ਹੀਆਂ ਮਾਰੀਆਂ ਜਾਣੀਆਂ ਸਨ ਅਤੇ ਇੱਕ ਲਾਭਦਾਇਕ ਸੁਰੱਖਿਆ ਨੂੰ ਵਿਕਸਿਤ ਕਰਨ ਤੋਂ ਪਹਿਲਾਂ ਲੁਪਤ ਹੋ ਜਾਣੀਆਂ ਸਨ। ਕੁਝ ਮੱਛੀਆਂ ਦਾ ਸਿੱਖਿਆ ਦਾ ਨਮੂਨਾ ਅਜੇ ਵੀ ਖੋਜਿਆ ਜਾ ਰਿਹਾ ਹੈ। ਮੱਛੀ ਦੀ ਸਮਕਾਲੀ ਲਹਿਰਾਂ ਨਾਲ ਬਲਪੂਰਵਕ ਜਾਣ ਦੀ ਯੋਗਤਾ ਵੱਡੇ ਪ੍ਰਬੰਧਕ ਦੇ ਅਗਵਾਈ ਕਰਦੇ ਹੱਥ ਨੂੰ ਪ੍ਰਗਟ ਕਰਦਾ ਹੈ। ਪਿੰਨ ਮੱਛੀਆਂ ਦੀਆਂ ਨਸਲਾਂ ਸਮੁੰਦਰ ਦੇ ਖਾਸ ਪੱਧਰਾਂ ਦੀਆਂ ਡੂੰਘਾਈਆਂ ਤੇ ਵਸਣ ਲਈ ਦਿੱਤੀਆਂ ਗਈਆਂ ਹਨ। ਇਹ ਯੋਗਤਾ ਇੱਕ ਖਾਸ ਤਿਆਰ ਕੀਤੇ ਹਵਾ ਦੇ ਬਲੈਡਰ ਦੇ ਨਤੀਜੇ ਵਜੋਂ ਹਨ, ਜੋ ਦਬਾਅ ਨੂੰ ਨਿਯੰਤਰਣ ਕਰਦੇ ਸੰਤੁਲਨ ਨੂੰ ਬਣਾਈ ਰੱਖੇ ਮੱਛੀ ਨੂੰ ਸਿਰਜਣਹਾਰ ਦੁਆਰਾ ਨਿਰਧਾਰਿਤ ਸੀਮਾ ਤੱਕ ਪਿੰਨ ਪਾਣੀ ਦੇ ਦਬਾਅ ਨਾਲ ਜਿਉਂਦੇ ਰਹਿਣ ਦੀ ਇਜਾਜ਼ਤ ਦਿੰਦੇ ਖੂਨ ਦੇ ਪ੍ਰਵਾਹ ਤੋਂ ਗੈਸਾਂ ਨੂੰ ਬਾਹਰ ਰੱਖਦੀ ਹੈ। ਮੇਰੇ ਪਸੰਦੀਦਾ ਸਮੁੰਦਰੀ ਪ੍ਰਾਣੀਆਂ ਵਿੱਚੋਂ ਇੱਕ ਪਰਲੀ ਨਾਈਲਾਈਸ ਜਾਂ ਚੈਂਬਰ ਨਾਈਲਾਈਸ ਹੈ। ਇਹ ਇੱਕ ਪਰਤ ਵਰਗਾ ਜਾਪਦਾ ਜੋ ਤੁਸੀਂ ਫਲੋਰੀਡਾ ਸ਼ੈਲ ਦੀ ਦੁਕਾਨ ਤੇ ਪਾ ਸਕਦੇ ਹੋ ਅਤੇ ਜਦੋਂ ਤੁਸੀਂ ਇਸ ਨੂੰ ਵਿਚਕਾਰੋਂ ਕੱਢਦੇ ਹੋ, ਉਸ ਨੂੰ ਵੇਖੋ। ਇਸ ਵਿੱਚ ਹੇਠਾਂ ਛੋਟੇ ਕਮਰੇ ਹਨ। ਜਾਨਵਰ ਜੋ ਆਖਰੀ ਕਮਰੇ ਵਿੱਚ ਰਹਿੰਦਾ ਆਵਸ਼ਕ ਇੱਕ ਸਮੁੰਦਰੀ ਫੈਨੀ ਹੈ। ਇਸ ਦੇ ਉਸ ਤਰ੍ਹਾਂ ਦੇ ਸਾਹਮਣੇ ਛੋਟੀਆਂ ਬਹੁਤ ਥੂਤਨੀਆਂ ਹਨ। ਇਹ ਸਾਰੇ ਛੋਟੇ ਹਿੱਸੇ ਇਸ ਦੇ ਤੈਰਨ ਦਾ ਸੰਚਾਲਨ ਕਰਦੇ ਹਨ, ਜਿਵੇਂ ਕਿ ਸਬਮਰੀਨ ਕਰਦਾ ਹੈ। ਉਹ ਅਦਭੁਤ ਸਮੁੰਦਰੀ ਫੈਨੀ ਦੇ ਅੰਦਰ ਇੱਕ ਦਿਮਾਗ ਹੈ। ਇੱਥੇ ਇੱਕ ਅੱਖ ਹੈ ਜੋ ਸੰਸਾਰ ਨੂੰ ਉਵੇਂ ਹੀ ਵੇਖਦੀ ਜਿਵੇਂ ਕਿ ਅਸੀਂ। ਇੱਥੇ ਇੱਕ ਪਾਚਨ ਪ੍ਰਣਾਲੀ ਹੈ, ਇੱਕ ਲਾਰ ਦੀ ਗ੍ਰੰਥੀ ਅਤੇ ਇੱਕ ਪਾਚਨ ਦਰਵ ਦੀ ਗ੍ਰੰਥੀ ਹੈ। ਇੱਥੇ 3 ਪਿੰਨ ਦਿਲ ਹਨ। ਉਹ ਨਹੀਂ ਅੰਦਰੋਂ ਜਟਿਲ ਹਨ ਜਿੰਨਾ ਕਿ ਅਸੀਂ, ਅਤੇ ਫਿਰ ਵੀ ਇਸ ਕਿਸਮ ਦੇ ਪ੍ਰਾਣੀ ਦੇ ਪਿੰਜਰ ਪਾਏ ਜਾਣ ਵਾਲਿਆਂ ਵਿੱਚੋਂ ਪਹਿਲੇ ਹਨ। ਪ੍ਰਾਰੰਭਿਕ ਜਟਿਲਤਾ ਪਰਮੇਸ਼ਵਰ ਦੀ ਕਿਰਿਆਸ਼ੀਲਤਾ ਦੀ ਇੱਕ ਅਦਭੁਤ ਗਵਾਹੀ। ਜਦੋਂ ਮੈਂ ਸਮੁੰਦਰੀ ਪ੍ਰਾਣੀਆਂ ਨੂੰ ਵੇਖਦਾ ਜੋ ਪਰਮੇਸ਼ਵਰ ਨੇ ਬਣਾਏ ਹਨ, ਮੈਂ ਖਾਸ ਕਰਕੇ ਮੱਛੀ ਨੂੰ ਵੇਖਦਾ ਹਾਂ। ਉਹ ਅਦਭੁਤ ਪ੍ਰਾਣੀ ਹਨ। ਉਹਨਾਂ ਦੀਆਂ ਲਹਿਰਾਂ ਨਾਲ ਕੁਸ਼ਲਤਾ ਤੋਂ ਸ਼ੁਰੂ ਕਰਦੇ, ਅਸਲੀਅਤ ਇਹ ਹੈ ਕਿ ਉਹ ਪਾਣੀ ਤੋਂ ਇੱਕ ਕੁਸ਼ਲ ਢੰਗ ਨਾਲ ਆਕਸੀਜਨ ਕੱਢਣ ਲਈ ਰਚੇ ਗਏ ਹਨ। ਅਸਲੀਅਤ ਕਿ ਉਹਨਾਂ ਕੋਲ ਇੰਨੇ ਖੁਸ਼ ਕਰਨ ਵਾਲੇ ਸੁਰੁਚੀਪੂਰਨ ਮੋਲ ਹਨ ਅਤੇ ਯਕੀਨਨ ਉਹ ਮਨੁੱਖ ਲਈ ਭੋਜਨ ਦੀ ਵੱਡੀ ਮਾਤਰਾ ਦਾ ਪ੍ਰਬੰਧ ਕਰਦੇ ਹਨ। ਮੱਛੀ ਪਿੰਜਰ ਦੇ ਵੇਰਵੇ ਅਨੁਸਾਰ ਹਮੇਸ਼ਾ ਮੱਛੀ ਰਹੀ ਹੈ। ਫਿਰ ਵੀ ਮੱਛੀ ਪਰਮੇਸ਼ਵਰ ਦੇ ਜਿਉਂਦੇ ਪ੍ਰਾਣੀ ਲਈ ਇੱਕ ਬੇਯਕੀਨਾ ਖੰਡ ਹੈ।
ਪ੍ਰਤੱਖ ਮਿਲਾਵਟ, ਭਿੰਨਤਾ ਅਤੇ ਸਮੁੰਦਰੀ ਪ੍ਰਾਣੀਆਂ ਦੀ ਸੁੰਦਰਤਾ ਪੁਕਾਰਦੀ ਹੈ। ਇੱਕ ਮਾਹਿਰ ਕਲਾਕਾਰ ਨੇ ਸਾਰੀਆਂ ਵਸਤੂਆਂ ਨੂੰ ਉਸ ਦੇ ਚੰਗੇ ਆਨੰਦ ਲਈ ਪੈਦਾ ਕੀਤਾ। ਪੰਛੀ ਧਰਤੀ ਤੇ ਸਭ ਤੋਂ ਜ਼ਿਆਦਾ ਖਿੱਚ ਰੱਖਣ ਵਾਲੇ ਪ੍ਰਾਣੀ ਹਨ। ਅਸੀਂ ਉਹਨਾਂ ਦੇ ਦਰਸ਼ਨੀ ਰੰਗਾਂ, ਉਹਨਾਂ ਦੇ ਤਿਰਛੇ ਆਕਾਰਾਂ ਅਤੇ ਕਿਰਪਾ ਅਤੇ ਆਸਾਨੀ ਨਾਲ ਉੱਡਣ ਦੀ ਉਹਨਾਂ ਦੀ ਯੋਗਤਾ ਤੇ ਅਚੰਭਾ ਕਰਦੇ ਹਾਂ। ਸਦੀਆਂ ਤੋਂ ਮਨੁੱਖ ਨੇ ਇੱਕ ਪੰਛੀ ਵਾਂਗ ਉੱਡਣ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਿਰਫ 20ਵੀਂ ਸਦੀ ਵਿੱਚ ਸੀ ਕਿ ਉਹ ਨਿਯੰਤਰਿਤ ਉੱਡਣ ਵਿੱਚ ਸਫਲ ਹੋਇਆ। ਅੱਜ ਤੱਕ ਹਵਾਈ ਜਹਾਜ਼ ਦੇ ਹਵਾ ਦੀ ਗਤੀ ਦੇ ਵਿਗਿਆਨ ਨੂੰ ਸੁਧਾਰਨ ਲਈ ਮਨੁੱਖ ਪਰਮੇਸ਼ਵਰ ਦੇ ਅਦਭੁਤ ਏਵੀਅਨ ਬਨਾਵਟ ਦੇ ਅਧਿਐਨ ਵੱਲ ਮੁੜੇਗਾ। ਕੁਝ ਸਿਰਜਣਹਾਰ ਦੀ ਬਨਾਵਟ ਦੇ ਖੰਡਾਂ ਤੇ ਗੌਰ ਕਰੋ। ਇੱਕ ਪੰਛੀ ਦੀਆਂ ਹੱਡੀਆਂ ਹਲਕੀਆਂ ਅਤੇ ਗੁਣਵੱਤਾ ਵਜੋਂ ਖੋਖਲੀਆਂ ਹੁੰਦੀਆਂ ਹਨ। ਉਹ ਅੰਦਰੋਂ ਟੇਕ ਅਤੇ ਹਵਾ ਦੀ ਚਿਲੀਦਾਰ ਥੈਲੀਆਂ ਦੇ ਛੱਤੇ ਨਾਲ ਸਹਾਇਤਾ ਕੀਤੇ ਜਾਂਦੇ ਹਨ। ਇਹ ਹਲਕੀਆਂ ਹੱਡੀਆਂ ਉੱਡਣ ਲਈ ਇੰਨੀ ਕੁਸ਼ਲਤਾ ਨਾਲ ਤਿਆਰ ਕੀਤੀਆਂ ਗਈਆਂ ਹਨ ਕਿ ਪੰਛੀ ਦੇ ਖੰਭ ਆਮ ਤੌਰ ਤੇ ਇਸ ਦੇ ਪੂਰੇ ਪਿੰਜਰ ਨਾਲੋਂ ਜ਼ਿਆਦਾ ਭਾਰੇ ਹੁੰਦੇ ਹਨ। ਇੱਥੋਂ ਤੱਕ ਕਿ ਇਸ ਦੀ ਚੁੰਝ ਭਾਰ ਬਚਾਉਣ ਲਈ ਤਿਆਰ ਕੀਤੀ ਗਈ ਹੈ। ਇੱਕ ਭਾਰੀ ਹੱਡੀ ਦੀ ਬਜਾਏ ਹਲਕੇ ਸਿੰਗ ਤੋਂ ਬਣੀ ਹੈ। ਪੰਛੀਆਂ ਦੀਆਂ ਦੋ ਛਾਤੀ ਦੀਆਂ ਮਾਸਪੇਸ਼ੀਆਂ ਦਾ ਸਮੂਹ ਵੀ ਹੁੰਦਾ ਹੈ। ਖੰਭਾਂ ਨੂੰ ਹੇਠਾਂ ਨੂੰ ਮਾਰਨ ਤੇ ਨਿਯੰਤਰਣ ਕਰਨ ਲਈ ਵੱਡਾ ਸਮੂਹ ਅਤੇ ਉੱਪਰ ਨੂੰ ਮਾਰਨ ਤੇ ਨਿਯੰਤਰਣ ਕਰਨ ਲਈ ਇੱਕ ਛੋਟਾ ਸਮੂਹ, ਅਤੇ ਸਿਰਫ ਪੰਛੀ ਖੰਭਾਂ ਨਾਲ ਬਣਾਏ ਗਏ ਹਨ। ਖੰਭ ਪੰਛੀ ਨੂੰ ਸੂਰਜ ਦੀ ਗਰਮੀ ਤੋਂ ਢੱਕਦੇ ਹਨ, ਇਸ ਨੂੰ ਠੰਡ ਤੋਂ ਬਚਾਉਂਦੇ, ਪਾਣੀ ਤੋਂ ਬਚਾਉਂਦੇ ਅਤੇ ਉੱਡਣ ਲਈ ਖੰਭ ਅਤੇ ਪੂਛ ਦੀਆਂ ਜ਼ਰੂਰੀ ਤਹਿਾਂ ਨੂੰ ਪੈਦਾ ਕਰਦੇ ਹਨ। ਹਰੇਕ ਖੰਭ ਇੱਕ ਨਾੜੀ ਨਾਲ ਜੁੜਿਆ ਹੁੰਦਾ ਹੈ ਅਤੇ ਇੱਕ ਮਾਸਪੇਸ਼ੀ ਦੁਆਰਾ ਨਿਯੰਤਰਣ ਕੀਤਾ ਜਾਂਦਾ ਹੈ। ਇਹ ਸੂਖਮ ਪੱਠੇਦਾਰ ਪੰਛੀ ਨੂੰ ਹਵਾ ਵਿੱਚ ਸੰਤੁਲਨ ਸੰਚਾਲਨ ਅਤੇ ਜ਼ਮੀਨ ਤੇ ਉਤਰਨ ਲਈ ਹੌਲੀ ਵਿੱਚ ਨਿਯੰਤਰਣ ਕਰਨ ਲਈ ਸਹਾਇਤਾ ਕਰਦਾ ਹੈ। ਪੰਛੀ ਸੱਚਮੁੱਚ ਦਰਸ਼ਨੀ ਅਦਭੁਤ ਹਨ। ਉਹ ਪ੍ਰਸਿੱਧ ਹਨ, ਯਕੀਨਨ ਖੰਭ ਲਈ ਜੋ ਤਾਕਤ ਅਤੇ ਹਲਕੇਪਨ ਨਾਲ ਮਿਲਿਆ ਇੱਕ ਵਧੀਆ ਨਮੂਨਾ ਹੈ। ਉਹਨਾਂ ਕੋਲ ਤੀਰ, ਕੁੰਡੀ, ਦੋ ਤਹਿਾਂ ਦੀ ਕੁੰਡੀ ਅਤੇ ਟਾਪੂ ਦੀ ਕਿਸਮ ਵਾਂਗ ਛੋਟੀ ਪ੍ਰਣਾਲੀ ਹੈ, ਜੋ ਕਿ ਇਹ ਛੋਟੇ ਖੰਭਾਂ ਨੂੰ ਇਕੱਠਾ ਜੰਜੀਰ ਵਿੱਚ ਬੰਨ੍ਹ ਸਕਦੇ, ਜੋ ਮੁੱਖ ਡੰਡਰ ਨਾਲ ਜੁੜੇ ਹੋਏ ਹੁੰਦੇ ਹਨ, ਅਤੇ ਉਹਨਾਂ ਦੀ ਚੁੰਝ ਨੂੰ ਲੈ ਸਕਦੇ ਅਤੇ ਉਹਨਾਂ ਨੂੰ ਬੰਦ ਕਰ ਸਕਦੇ ਅਤੇ ਖੋਲ੍ਹ ਸਕਦੇ ਜਦੋਂ ਉਹਨਾਂ ਦੇ ਖੰਭਾਂ ਨੂੰ ਤਿਲ ਦਿੰਦੇ ਹਨ। ਅਤੇ ਹਰੇਕ ਖੰਭ ਪਰ ਦੀ ਲੰਬਾਈ ਦੇ ਨਾਲ ਇੱਕ ਭਿੰਨ ਆਕਾਰ ਅਤੇ ਰੂਪ ਦੇ ਹਨ, ਜੋ ਦੂਜੇ ਸਾਰਿਆਂ ਨਾਲ ਇਕਸਰ ਹੁੰਦੇ ਹਨ। ਇੱਥੇ ਕੋਈ ਢੰਗ ਨਹੀਂ ਕਿ ਸਾਰੇ ਖੰਭ ਸਮੇਂ ਅਤੇ ਮੌਕੇ ਦੁਆਰਾ ਖੜੇ ਹੋ ਸਕਦੇ ਹਨ। ਉਹ ਸ੍ਰਿਸ਼ਟੀ ਦੀ ਅਦਭੁਤ, ਉੱਤਮ, ਚਮਤਕਾਰੀ ਉਦਾਹਰਣ ਹਨ। ਪੰਛੀ ਦੇ ਉੱਡਣ ਦਾ ਇੱਕ ਹੋਰ ਮਹੱਤਵਪੂਰਨ ਅੰਸ਼ ਹਵਾ ਨਾਲ ਭਰੇ ਥੈਲੇ ਹਨ, ਜੋ ਪੰਛੀਆਂ ਦੇ ਅੰਗਾਂ ਵਿਚਕਾਰ ਰੱਖੇ ਗਏ ਹਨ। ਪੰਛੀਆਂ ਦੀ ਹਵਾਦਾਰ ਝਿੱਲੀ ਇਸ ਦੇ ਫੇਫੜਿਆਂ ਨਾਲ ਜੁੜੀ ਹੁੰਦੀ ਹੈ ਅਤੇ ਉੱਡਣ ਦੌਰਾਨ ਹਵਾ ਉਹਨਾਂ ਰਾਹੀਂ ਚੱਲਦੀ ਹੈ। ਇਹ ਪ੍ਰਬੰਧ ਤੇਜ਼ੀ ਨਾਲ ਪੰਛੀ ਦੀ ਦੇਹ ਦੇ ਪੱਠਿਆਂ ਨੂੰ ਜੀਵਨ ਸਮਰਥਨ ਕਰਨ ਵਾਲੀ ਆਕਸੀਜਨ ਨਾਲ ਭੋਜਨ ਦਿੰਦਾ ਹੈ, ਜਦਕਿ ਹਵਾ ਵਿੱਚ ਇਸ ਨੂੰ ਹਲਕਾ ਰੱਖਦਾ ਹੈ। ਸਾਰੇ ਪੰਛੀ ਅਦਭੁਤ ਹਨ। ਤੁਸੀਂ ਜਾਣਦੇ ਹੋ ਕਿ ਉਹਨਾਂ ਕੋਲ ਸਾਹ ਲੈਣ ਦੀ ਇੱਕ ਅਜਿਹੀ ਪ੍ਰਣਾਲੀ ਹੈ ਜੋ ਹੋਰ ਕਿਸੇ ਪ੍ਰਾਣੀ ਵਿੱਚ ਨਹੀਂ ਪਾਈ ਜਾਂਦੀ। ਪੰਛੀ ਦਾ ਫੇਫੜਾ ਖਾਸ ਕਰਕੇ ਇੱਕ ਦੋਹਰੀ ਬੰਨੀ ਪ੍ਰਣਾਲੀ ਹੈ, ਜਿੱਥੇ ਉਹ ਹਵਾ ਨੂੰ ਬਾਹਰ ਕੱਢਦੇ ਅਤੇ ਲੈਂਦੇ ਦੋਹਾਂ ਵਿੱਚ ਆਕਸੀਜਨ ਭਰਦੇ ਹਨ। ਸਾਡੇ ਜਾਂ ਕਿਸੇ ਦੂਸਰੇ ਪ੍ਰਾਣੀ ਦੇ ਫੇਫੜਿਆਂ ਵਾਂਗ ਨਹੀਂ, ਪੰਛੀ ਦੇ ਫੇਫੜਿਆਂ ਦੇ ਪਿਛਲੇ ਬੂਹੇ ਹਨ ਅਤੇ ਇਹ ਉਸ ਲਈ ਮਹੱਤਵਪੂਰਨ ਹਨ। ਪੰਛੀ ਜਦੋਂ ਸਾਹ ਲੈਂਦੇ ਹਨ ਤਾਂ ਉਹਨਾਂ ਦੀ ਛਾਤੀ ਦੀ ਖੋਖਲੀ ਥਾਂ ਦਾ ਆਕਾਰ ਨਹੀਂ ਬਦਲਦੇ ਹਨ। ਤੁਸੀਂ ਵੇਖੋ, ਜਦੋਂ ਤੁਸੀਂ ਇੱਕ ਪੰਛੀ ਨੂੰ ਵੇਖੋ ਜੋ ਹਜ਼ਾਰਾਂ ਕਿਲੋਮੀਟਰ ਦੇ ਪ੍ਰਵਾਸ ਤੋਂ ਆਇਆ, ਕੀ ਤੁਸੀਂ ਉਸ ਦੀ ਛਾਤੀ ਨੂੰ ਫੁੱਲਦੇ ਹੋਏ ਵੇਖੋਗੇ ਜਦੋਂ ਉਹ ਸਾਹ ਲੈਂਦਾ ਹੈ? ਨਹੀਂ, ਉਹ ਪੱਥਰ ਵਾਂਗ ਸ਼ਾਂਤ ਹਨ, ਭਾਵੇਂ ਕਿ ਕਿੰਨੀ ਵੀ ਦੂਰੋਂ ਉੱਡ ਕੇ ਆਏ ਹੋਣ। ਤੁਸੀਂ ਸੋਚੋਗੇ ਕਿ ਉਹ ਕਿਵੇਂ ਸਾਹ ਲੈਂਦੇ ਹਨ। ਇਸ ਤਰ੍ਹਾਂ ਹੁੰਦਾ ਹੈ ਕਿ ਹਵਾ ਪੰਛੀ ਵਿੱਚੋਂ ਦੀ ਇੱਕ ਅੱਗ ਲਈ ਫੂਕਣੀ ਦੇ ਵਾਂਗ ਜਾਂਦੀ ਹੈ। ਇਹ ਮਾਸਪੇਸ਼ੀਆਂ ਵਿਚਕਾਰ ਹਵਾ ਦੇ ਥੱਲੇ ਹਵਾ ਨੂੰ ਆਲੇ ਦੁਆਲੇ ਭੇਜਦੇ ਹਨ ਜਦੋਂ ਪੰਛੀ ਤੁਰਦਾ ਜਾਂ ਉੱਡਦਾ ਹੈ। ਇਹ ਪੰਛੀ ਨੂੰ ਆਕਸੀਜਨ ਦਿੰਦੇ ਹਨ। ਪਰਮੇਸ਼ਰ ਨੇ ਪੰਛੀਆਂ ਨੂੰ ਬਹੁਤ ਅਦਭੁਤ ਪ੍ਰਾਣੀ ਬਣਾਇਆ ਹੈ। ਇਹ ਸਭ ਪ੍ਰਬੰਧ ਕੁਸ਼ਲਤਾ ਨਾਲ ਉੱਡਣ ਲਈ ਮਿਲਿਆ ਅਚੰਭਾ ਹੈ ਅਤੇ ਪੰਛੀਆਂ ਦੀ ਸ੍ਰਿਸ਼ਟੀ ਵਿੱਚ ਸਿੱਧ ਦੂਰਦ੍ਰਿਸ਼ਟੀ ਨੂੰ ਵਿਖਾਉਂਦਾ ਹੈ। ਪੰਛੀਆਂ ਦਾ ਇੱਕ ਅਚੰਭਾ ਲੰਮੀ ਦੂਰੀ ਤੱਕ ਉਹਨਾਂ ਦੇ ਪ੍ਰਵਾਸ ਦੀ ਯੋਗਤਾ ਹੈ। ਉੱਤਰੀ ਧਰੁਵ ਦੇ ਲਾਲ ਚੁੰਝ ਵਾਲੇ ਪੰਛੀ ਨਾਰਥ ਪੋਲ ਤੋਂ ਹੇਠਾਂ ਨੂੰ ਸਾਊਥ ਪੋਲ ਵੱਲ ਅਤੇ ਵਾਪਸ ਨੂੰ ਹਰ ਸਾਲ ਯਾਤਰਾ ਕਰ ਸਕਦੇ ਹਨ। ਸੰਭਾਵੀ ਤੁਸੀਂ ਇੱਕ ਹਵਾਈ ਜਹਾਜ਼ ਦੇ ਕਾਕਪਿਟ ਵਿੱਚ ਝਾਤੀ ਮਾਰੀ
ਅਤੇ ਸਾਰੇ ਬਟਨਾਂ ਅਤੇ ਨੰਬਰਾਂ, ਲੀਵਰਾਂ ਅਤੇ ਨਿਯੰਤਰਣ ਨੂੰ ਵੇਖਿਆ ਹੋ ਸਕਦਾ ਹੈ। ਉਹਨਾਂ ਕੋਲ ਪਾਇਲਟ ਨੂੰ ਦੱਸਣ ਲਈ ਕਿ ਉਹ ਕਿੱਥੇ ਜਾ ਰਿਹਾ ਹੈ ਜ਼ਮੀਨੀ ਨਿਯੰਤਰਣ ਹੋਣ ਦੀ ਵੀ ਲੋੜ ਹੈ, ਪਰ ਇੱਕ ਪੰਛੀ ਕੋਲ ਉਹ ਸਭ ਇੱਕ ਛੋਟੇ ਜਿਹੇ ਹਿੱਸੇ ਵਿੱਚ ਬੰਦ ਹੈ। ਇਹ ਦਿਮਾਗ ਹੈ। ਅਗਲੀ ਵਾਰ ਤੁਹਾਨੂੰ ਕੋਈ ਇੱਕ ਪੰਛੀ ਦਾ ਦਿਮਾਗ ਕਹੇ ਤਾਂ ਉਹਨੂੰ ਆਖੇ, ਕਿਉਂ, ਤੇਰਾ ਧੰਨਵਾਦ। ਪ੍ਰਭੂ ਨੇ ਹਰੇਕ ਪੰਛੀ ਨੂੰ ਜੀਵਨ ਵਿੱਚ ਉਸ ਦੀ ਭੂਮਿਕਾ ਲਈ ਵਿਲੱਖਣਤਾ ਨਾਲ ਤਿਆਰ ਕੀਤਾ ਹੈ। ਮਨੁੱਖ ਦੀ ਸੇਵਾ ਵਿੱਚ ਪੰਛੀ ਦੀ ਹਰੇਕ ਨਸਲ ਦਾ ਇੱਕ ਖਾਸ ਗਸ਼ਤ ਦਾ ਹਿੱਸਾ ਹੈ। ਬਹੁਤ ਸਾਰੇ ਕੀੜਿਆਂ ਦੇ ਨਿਯੰਤਰਣ ਵਿੱਚ ਸਹਾਇਤਾ ਕਰਦੇ, ਦੂਜੇ ਲਾਛਾਂ ਨੂੰ ਹਟਾਉਂਦੇ ਹਨ। ਲੰਮੀ ਚੁੰਝ ਵਾਲੀ ਪੰਛੀ ਘਾਹ ਪੌਦੇ ਦੇ ਬੀਜਾਂ ਨੂੰ ਨਾਸ਼ ਕਰਨ ਵਾਲੇ ਹਨ। ਉੱਲੂ ਅਤੇ ਬਾਜ ਕੁਤਰਨ ਵਾਲੇ ਜਾਨਵਰਾਂ ਨੂੰ ਵਧਣ ਤੋਂ ਰੋਕਦੇ ਹਨ। ਟਿਟੈਰੀ ਸਮੁੰਦਰੀ ਕੰਢਿਆਂ ਨੂੰ ਸਾਫ਼ ਕਰਦੀ। ਪਾਣੀ ਦੇ ਪੰਛੀ ਮੱਛੀ ਜਨਸੰਖਿਆ ਦੇ ਸਹੀ ਸੰਤੁਲਨ ਨੂੰ ਬਣਾਈ ਰੱਖਦੇ ਹਨ। ਬਗਲਾ ਡੱਡੂ ਅਤੇ ਸੱਪ ਤੇ ਨਿਯੰਤਰਣ ਕਰਦਾ ਹੈ। ਕਿਰਪਾਮਈ ਅਨੁਪਾਤ ਅਦਭੁਤ ਹਵਾਗਤੀ ਦੇ ਵਿਗਿਆਨ ਦੀਆਂ ਯੋਗਤਾਵਾਂ ਅਤੇ ਵਿਵਹਾਰਿਕ ਕਾਰਜਾਂ ਨਾਲ ਹਰੇਕ ਪੰਛੀ ਪਰਮੇਸ਼ਰ ਦੇ ਪਿਆਰ ਅਤੇ ਬੁੱਧੀ ਦੀ ਗਵਾਹੀ ਹੈ। ਜਦ ਕਿ ਪਰਮੇਸ਼ਰ ਪੰਛੀਆਂ ਲਈ ਅਦਭੁਤ ਪ੍ਰਬੰਧ ਕਰਦਾ, ਯਾਦ ਰੱਖੋ ਕਿ ਯਿਸੂ ਸਾਨੂੰ ਭਰੋਸਾ ਦਿੰਦਾ ਹੈ ਕਿ ਸਾਡਾ ਮੁੱਲ ਬਹੁਤ ਸਾਰੀਆਂ ਚਿੜੀਆਂ ਤੋਂ ਵੱਧ ਕੇ ਹੈ। ਪਿਨਪਨਾਉਣ ਵਾਲੀ ਮੱਖੀ ਯੋਗਤਾ ਅਤੇ ਕਿਰਪਾ ਦਾ ਅਚੰਭਾ ਹੈ। ਛੋਟੇ ਪੰਛੀ ਉਹਨਾਂ ਦੇ ਤੇਜ਼ੀ ਨਾਲ ਖੰਭਾਂ ਨੂੰ ਮਾਰਨ ਦੁਆਰਾ ਕੀਤੀ ਪੀਂ ਪੀਂ ਦੀ ਆਵਾਜ਼ ਤੋਂ ਉਹਨਾਂ ਦਾ ਨਾਮ ਰੱਖਦੇ ਹਨ। ਫੁੱਲਾਂ ਤੋਂ ਫੁੱਲਾਂ ਵੱਲ ਨੂੰ ਚੂਸਣ ਲਈ ਆਉਂਦੀ ਪਿਨਪਨਾਉਣ ਵਾਲੀ ਮੱਖੀ ਹਵਾ ਦੇ ਅੱਧ ਵਿੱਚ ਰੁਕਦੀ ਹੈ। ਉਹ ਮਧੂ ਰਸ ਨੂੰ ਚੂਸਣ ਲਈ ਆਉਂਦੀ ਹੈ। ਸ਼ਹਿਦ ਦੀ ਮੱਖੀ ਇਹ ਕਰਨ ਲਈ ਅਦਭੁਤ ਰੀਤੀ ਨਾਲ ਤਿਆਰ ਕੀਤੀ ਗਈ ਹੈ। ਪਰਮੇਸ਼ਰ ਨੇ ਇਸ ਨੂੰ ਫੁੱਲਾਂ ਤੇ ਆਸਾਨੀ ਨਾਲ ਜਾਣ ਲਈ ਛੋਟਾ ਸਰੀਰ, ਇੱਕ ਲੰਮੀ ਸੂਈ ਵਰਗੀ ਚੁੰਝ ਫੁੱਲ ਦੇ ਵਿੱਚ ਖੋਬਣ ਲਈ ਅਤੇ ਮਧੂ ਰਸ ਨੂੰ ਚੂਸਣ ਲਈ ਇੱਕ ਖਾਸ ਤਰ੍ਹਾਂ ਦੀ ਜੀਭ ਦਿੱਤੀ ਹੈ। ਪਰਮੇਸ਼ਰ ਨੇ ਇਸ ਨੂੰ ਵਿਲੱਖਣ ਬਲਵੰਤ ਖੰਭ ਅਤੇ ਇੱਕ ਦ੍ਰਿੜ ਛਾਤੀ ਦੀ ਹੱਡੀ ਦਿੱਤੀ ਹੈ, ਜੋ ਪੰਛੀ ਨੂੰ ਹਵਾ ਦੇ ਅੱਧ ਵਿੱਚ ਰੁਕਣ ਅਤੇ ਅੱਗੇ ਪਿੱਛੇ ਆਸਾਨੀ ਨਾਲ ਘੁੰਮਣ ਵਿੱਚ ਸਹਾਇਤਾ ਕਰਦੀ ਹੈ। ਯਕੀਨਨ ਪਿਨਪਨਾਉਣ ਵਾਲੀ ਮੱਖੀ ਦੀ ਸਾਰੀ ਸ਼ਕਲ ਸੂਰਤ ਨੂੰ, ਲੰਮੀ ਚੁੰਝ, ਖਾਸ ਜੀਭ, ਤੇਜ਼ੀ ਨਾਲ ਮਾਰਨ ਵਾਲੇ ਅਨੋਖੇ ਖੰਭਾਂ ਨੂੰ ਆਰੰਭ ਤੋਂ ਇਸ ਦੀ ਊਰਜਾ ਦੇ ਭੋਜਨ ਨੂੰ ਇਕੱਠਾ ਕਰਨ ਅਤੇ ਇਸ ਤਰ੍ਹਾਂ ਜਿਉਂਦਾ ਰਹਿਣ ਲਈ ਇਕੱਠੇ ਕੰਮ ਕਰਨਾ ਹੋਵੇਗਾ। ਭਾਵੇਂ ਕਿ ਜ਼ਿਆਦਾਤਰ ਪੰਛੀਆਂ ਦੇ ਖੰਭ ਮੋਢੇ, ਕੋਣੀ ਅਤੇ ਵੀਣੀ ਤੋਂ ਚੁੱਕਦੇ ਹਨ, ਪਿਨਪਨਾਉਣ ਵਾਲੀ ਮੱਖੀ ਮੁੱਖ ਤੌਰ ਤੇ ਮੋਢੇ ਦਾ ਪ੍ਰਯੋਗ ਕਰਦੀ ਹੈ। ਇੱਕ ਹੈਲੀਕਾਪਟਰ ਵਾਂਗ ਇਹ ਸਿੱਧਾ ਉਤਾਂਹ ਨੂੰ ਜਾ ਸਕਦੀ ਹੈ। ਪਰਮੇਸ਼ਰ ਦੀ ਬਣਾਵਟ ਇਸ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁੰਮਣ ਯੋਗ ਬਣਾਉਂਦੀ ਹੈ। ਇਹ ਕਿਸੇ ਵੀ ਮਨੁੱਖ ਦੁਆਰਾ ਬਣਾਈ ਉੱਡਣ ਵਾਲੀ ਮਸ਼ੀਨ ਨਾਲੋਂ ਕਿਤੇ ਜ਼ਿਆਦਾ ਯੋਗ ਅਤੇ ਫੁਰਤੀਲਾ ਬਣਾਉਂਦੀ ਹੈ। ਪਿਨਪਨਾਉਣ ਵਾਲੀ ਮੱਖੀ ਦੀਆਂ ਯੋਗਤਾਵਾਂ ਚਮਤਕਾਰੀ ਹਨ। ਘੁੰਮਣ ਸਮੇਂ ਉਸ ਦੇ ਖੰਭ ਇੱਕ ਸਕਿੰਟ ਵਿੱਚ 50 ਵਾਰ ਫੜਫੜਾਉਂਦੇ ਹਨ। ਜਦੋਂ ਸਿੱਧੀ ਜਾਂਦੀ ਤਾਂ 80 ਵਾਰ। ਉਸ ਦਾ ਦਿਲ ਉਸੇ ਸਕਿੰਟ ਵਿੱਚ 21 ਵਾਰ ਧੜਕਦਾ ਹੈ। ਇਸ ਨਿੱਕੇ ਜਿਹੇ ਛੋਟੇ ਪੰਛੀਆਂ ਦੀ ਇੱਕ ਕੁਦਰਤੀ ਤਬਦੀਲੀ ਦੀ ਦਰ ਹੈ, ਜੋ ਲਗਭਗ ਕਲਪਨਾ ਤੋਂ ਬਾਹਰ ਹੈ। ਉਹਨਾਂ ਦੇ ਦਿਲ ਦੀ ਧੜਕਨ ਇੰਨੀ ਤੇਜ਼ ਹੈ ਕਿ ਇਹ ਸੁਣਨ ਦੀ ਆਵਾਜ਼ ਦੀ ਦਰ ਪ੍ਰਾਪਤ ਕਰਦੀ ਹੈ। ਇਹ ਸੋਚਣਾ ਅਦਭੁਤ ਹੈ ਕਿ ਇਹ ਛੋਟੀਆਂ ਪਿਨਪਨਾਉਣ ਵਾਲੀਆਂ ਮੱਖੀਆਂ ਸੈਂਕੜਾਂ ਕਿਲੋਮੀਟਰ ਤੱਕ ਜਾਂਦੀਆਂ ਹਨ। ਉਹ ਇਹ ਯਾਤਰਾ ਭੋਜਨ ਇਕੱਠਾ ਕਰਨ ਲਈ ਕਰਦੀਆਂ ਹਨ ਅਤੇ ਖੁਰਾਕ ਵਿੱਚ 1000 ਵਿੱਚੋਂ ਇੱਕ ਦੀ ਗਲਤੀ ਦਾ ਵੀ ਅਰਥ ਯਾਤਰਾ ਵਿੱਚ ਜਿਉਂਦਾ ਰਹਿਣਾ ਨਾ ਹੋਵੇਗਾ। ਇਕੱਲੇ ਪੰਛੀ ਹੀ ਇੱਕ ਅਦਭੁਤ ਸਿਰਜਣਹਾਰ ਲਈ ਪੂਰਨ ਮਜ਼ਬੂਤ ਕਰਨ ਵਾਲੇ ਸਬੂਤ ਹੋ ਸਕਦੇ ਹਨ। ਪਿਨਪਨਾਉਣ ਵਾਲੀ ਮੱਖੀ ਦਾ ਆਲਣਾ ਕਲਾ ਦਾ ਇੱਕ ਉੱਤਮ ਨਮੂਨਾ ਹੈ। ਨਾਰੀ ਮੱਖੀ ਕਲਾਕਾਰ ਹੈ। ਉਹ ਪਰਾਗ ਰੋਮ ਦਾ ਪ੍ਰਯੋਗ ਕਰਦੀ ਡੈਂਡਲਾਈਨ ਦੇ ਬੀਜ ਨੂੰ ਹੇਠਾਂ ਲੈ ਜਾਂਦੀ ਅਤੇ ਦੂਜੇ ਪੌਦੇ ਮਹਿਸੂਸ ਕਰਦੇ ਹਨ। ਬਾਹਰੋਂ ਕਾਈ ਨਾਲ ਸਜਾਇਆ ਜਾਂਦਾ ਅਤੇ ਰੇਸ਼ੇ ਨਾਲ ਪੱਕਾ ਕੀਤਾ ਜਾਂਦਾ ਹੈ।
ਅੰਦਰੋਂ ਨਰਮ ਰੇਖਾਵਾਂ ਨਾਲ ਹੇਠਾਂ ਨੂੰ ਜਾਂਦਾ ਉਪਲਬਧ ਹੁੰਦਾ ਹੈ। ਕੋਈ ਵੀ ਉਸ ਨੂੰ ਆਲ੍ਹਣਾ ਨਿਰਮਾਣ ਕਰਨ ਦੀ ਕਲਾ ਨੂੰ ਨਹੀਂ ਸਿਖਾਉਂਦਾ ਹੈ। ਇਹ ਪਰਮੇਸ਼ਵਰ ਦੁਆਰਾ ਦਿੱਤੀ ਯੋਗਤਾ ਹੈ। ਪਿਨਪਿਨਾਉਣ ਵਾਲੀ ਨਰ ਮੱਖੀ ਦੇ ਰੰਗਾਂ ਦਾ ਪੰਛੀ ਰਾਜ ਵਿੱਚ ਕੋਈ ਟਾਕਰਾ ਨਹੀਂ ਹੈ। ਸ਼ਾਨਦਾਰ ਪਿਨਪਿਨਾਉਣ ਵਾਲੀ ਮੱਖੀ, ਲੰਮੀ ਪੂਛ, ਨੀਲਾ ਗਲ ਅਤੇ ਕੋਸਟਾ ਦੀ ਪਿਨਪਿਨਾਉਣ ਵਾਲੀ ਮੱਖੀ 300 ਅਚੰਭਾ ਕਰਨ ਵਾਲੀਆਂ ਨਸਲਾਂ ਵਿੱਚੋਂ ਇੱਕ ਹੈ। ਗਲ ਅਤੇ ਮੁਕਟ ਦੇ ਇੰਦਰਧਨੁਸ਼ ਵਾਂਗ ਬਦਲਦੇ ਰੰਗ ਅਪਰਿਵਰਤਨ ਕਾਰਨ ਹਨ ਅਤੇ ਨਾ ਕਿ ਹੋਰਨਾਂ ਕਾਰਨ। ਅਕਸਰ ਇਹ ਖੇਤਰ ਹਨੇਰੇ, ਲਗਭਗ ਕਾਲੇ ਜਾਪਦੇ ਹਨ, ਪਰ ਸਹੀ ਕੋਣ ਤੋਂ ਇੰਦਰਧਨੁਸ਼ ਵਾਂਗ ਰੰਗ ਅੰਦਰੋਂ ਚਮਕਦੇ ਜਾਪਦੇ ਹਨ। ਇਹਨਾਂ ਵਿਲੱਖਣ ਪੰਛੀਆਂ ਦਾ ਹਰ ਪਹਿਲੂ ਸਿਰਜਣਹਾਰ ਦੇ ਦਿਆਲੂ ਪ੍ਰਬੰਧ ਦੀ ਗਵਾਹੀ ਦਿੰਦਾ ਹੈ। ਕੀ ਅਸੀਂ ਆਖਾਂਗੇ ਕਿ ਪਿਨਪਿਨਾਉਣ ਵਾਲੀ ਮੱਖੀ ਦੇ ਸਭਨਾਂ ਨੂੰ ਪਿਆਰ ਕਰਨ ਵਾਲੇ ਸਿਰਜਣਹਾਰ ਤੇ ਖਾਸ ਕਿਰਪਾ ਕੀਤੀ ਗਈ ਹੈ? ਨਹੀਂ, ਇਹ ਅਸਲੀ ਪਿਆਰ ਹਰੇਕ ਪ੍ਰਾਣੀ ਨੂੰ ਦਿੱਤਾ ਗਿਆ ਹੈ। ਜੇਕਰ ਅਸੀਂ ਸਾਵਧਾਨੀ ਨਾਲ ਕਿਸੇ ਵੀ ਪ੍ਰਾਣੀ ਦਾ ਅਧਿਐਨ ਕਰੀਏ, ਪ੍ਰਭੂ ਦੀ ਮਹਿਮਾ ਸਦਾ ਫੁੱਟ ਨਿਕਲੇਗੀ। ਇੱਕ ਅੰਦਾਜ਼ੇ ਅਨੁਸਾਰ 18,000 ਤਿਤਲੀ ਦੀਆਂ ਨਸਲਾਂ ਸਾਡੇ ਗ੍ਰਹਿ ਨੂੰ ਸਜਾਉਂਦੀਆਂ ਹਨ। ਤਿਤਲੀ ਦੇ ਖੰਭਾਂ ਦੇ ਸੋਹਣੇ ਰੰਗ ਲੱਖਾਂ ਪਰਤਾਂ ਨਾਲ ਪੈਦਾ ਕੀਤੇ ਜਾਂਦੇ ਹਨ। ਇਹ ਸੂਖਮ ਪਰਤਾਂ ਸੂਰਜ ਸੰਬੰਧੀ ਕਿਰਨਾਂ ਦਾ ਇਹਨਾਂ ਚਮਕੀਲੇ ਰੰਗਾਂ ਨੂੰ ਪੈਦਾ ਕਰਨ ਲਈ ਖਾਸ ਚਾਨਣ ਦੀਆਂ ਕਿਰਨਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਬਿਲੌਰਾਂ ਵਜੋਂ ਪ੍ਰਯੋਗ ਕਰਦੀਆਂ ਹਨ। ਅਨੋਖੇ ਢੰਗ ਅਤੇ ਖੁਸ਼ਨੁਮਾ ਰੰਗ ਇੱਕ ਬੁੱਧੀਮਾਨ ਅਤੇ ਦੇਖ-ਰੇਖ ਕਰਨ ਵਾਲੇ ਨਿਰਮਾਤਾ ਨੂੰ ਪ੍ਰਗਟ ਕਰਦੇ ਹਨ। ਤਿਤਲੀ ਬਾਰੇ ਅਦਭੁਤ ਗੱਲਾਂ ਵਿੱਚੋਂ ਇੱਕ ਇਸ ਦੇ ਸੋਹਣੇ ਰੰਗਾਂ ਦਾ ਬਦਲਣਾ ਹੈ। ਉਦਾਹਰਨ ਲਈ ਮਰਫੋ ਤਿਤਲੀ ਕੋਲ ਇੱਕ ਸੋਹਣੇ ਨੀਲੇ ਰੰਗ ਦਾ ਇੰਦਰਧਨੁਸ਼ ਹੈ, ਪਰ ਤਦ ਜਦੋਂ ਬਹੁਤ ਸਾਰੇ ਜੀਵ ਵਿਗਿਆਨੀ ਕਈ ਦਹਾਕੇ ਪਹਿਲਾਂ ਤਿਤਲੀ ਦੇ ਪੱਲਿਆਂ ਨੂੰ ਵੇਖਣ ਲੱਗੇ, ਉਹਨਾਂ ਨੇ ਕੋਈ ਵੀ ਰੰਗੀਨ ਸੈੱਲ ਨੂੰ ਨਹੀਂ ਪਾਇਆ। ਇਸ ਦੇ ਬਜਾਏ ਉਹਨਾਂ ਨੇ ਸੂਰਜ ਸੰਬੰਧੀ ਕਿਰਨਾਂ ਦਾ ਢਾਂਚਾ ਲੱਭਾ। ਉਹਨਾਂ ਅਜਿਹੀ ਬਣਾਵਟ ਨੂੰ ਲੱਭਿਆ ਜੋ ਚਿੱਟੇ ਚਾਨਣ ਦੀ ਕੁਝ ਕਿਰਨਾਂ ਦੀ ਲੰਬਾਈ ਨੂੰ ਚੂਸਣ ਲਈ ਅਤੇ ਇੱਕ ਨੀਲੇ ਬੈਂਜਨੀ ਰੰਗਾਂ ਦੇ ਨਜ਼ਾਰੇ ਨਾਲ ਉਹੀ ਚਾਨਣ ਦੀਆਂ ਲਹਿਰਾਂ ਨੂੰ ਵਾਪਸ ਪ੍ਰਦਰਸ਼ਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇੱਕ ਬਿਜਲੀ ਦੇ ਅਣੂ ਦੀ ਦੂਰਬੀਨ ਦਾ ਪ੍ਰਯੋਗ ਕਰਦੇ ਅਸੀਂ ਇਹ ਪਾਇਆ ਕਿ ਇੱਥੇ ਖੰਭ ਤੇ ਢਾਂਚੇ ਹਨ ਜਿਨ੍ਹਾਂ ਦਾ 0.00004 ਮਿਲੀਮੀਟਰ ਤੋਂ ਜ਼ਿਆਦਾ ਭਿੰਨਤਾ ਨਹੀਂ ਹੋ ਸਕਦੀ ਹੈ। ਪਰਮੇਸ਼ਵਰ ਦੀ ਬਣਾਵਟ ਦਾ ਇੱਕ ਅਦਭੁਤ ਗਵਾਹ। ਸਾਰੀਆਂ ਤਿਤਲੀਆਂ ਉਹਨਾਂ ਦੇ ਜੀਵਨ ਚੱਕਰ ਦੌਰਾਨ ਇੱਕ ਅਦਭੁਤ ਬਦਲਾਅ ਵਿੱਚੋਂ ਲੰਘਦੀਆਂ ਹਨ। ਕੀੜਾ ਇੱਕ ਅੰਡੇ ਵਜੋਂ ਸ਼ੁਰੂ ਹੁੰਦਾ, ਤਦ ਇੱਕ ਰੇਂਗਣ ਵਾਲਾ ਲਾਰਵਾ, ਫਿਰ ਕੋਸ਼ ਸਥਿਤੀ ਆਉਂਦੀ ਹੈ। ਇਸ ਸਥਿਤੀ ਦੌਰਾਨ ਲਾਰਵਾ ਲੈਅਬੱਧ ਖਿੱਚ ਵਿੱਚ ਹਿਲਜੁਲ ਆਰੰਭ ਕਰਦਾ, ਇਸ ਦੀ ਬਾਹਰੀ ਪਰਤ ਨੂੰ ਤੋੜਦਾ ਹੈ। ਇਸ ਦੀਆਂ ਲੱਤਾਂ ਅਤੇ ਸਿਰ ਕੋਸ਼ ਵਿੱਚ ਤੀਜੀ ਸਥਿਤੀ ਨੂੰ ਖੜਾ ਕਰਦੇ ਤੇਜ਼ੀ ਨਾਲ ਖਿਲਰਦੇ ਹਨ। ਤਦ ਪਹਿਲੇ ਦਿਨ ਦੇ ਅੰਦਰ ਹੀ ਲਾਰਵੇ ਦੇ ਅੰਗ ਇੱਕ ਝੱਗ ਵਾਲੇ ਦਰਵ ਵਿੱਚ ਵਿਘਟਨ ਹੁੰਦੇ ਹਨ। ਚਮਤਕਾਰੀ ਢੰਗ ਨਾਲ 1 ਤੋਂ 2 ਹਫ਼ਤਿਆਂ ਵਿੱਚ ਇੱਕ ਜਟਿਲ ਖੰਭਾਂ ਵਾਲੀ ਤਿਤਲੀ ਪ੍ਰਗਟ ਹੁੰਦੀ ਹੈ। ਇਹ ਰੂਪ ਬਦਲਣਾ ਦਿਨਾਂ ਵਿੱਚ ਹੁੰਦਾ ਹੈ, ਲੱਖਾਂ ਸਾਲਾਂ ਵਿੱਚ ਨਹੀਂ। ਬਾਲਕ ਤਿਤਲੀ ਦੀਆਂ ਹੁਣ 6 ਹਿੱਸਿਆਂ ਵਿੱਚ ਲੱਤਾਂ, ਇੱਕ ਪਤਲਾ ਸਿੰਗ, ਇੱਕ ਖਾਸ ਭੋਜਨ ਨਲੀ, 2 ਅਦਭੁਤ ਸੰਯੁਕਤ ਅੱਖਾਂ, ਜਟਿਲ ਪੁਨਰ ਉਤਪਾਦਨ ਦੇ ਅੰਗ ਅਤੇ 4 ਸੱਜੇ ਹੋਏ ਖੰਭ ਹਨ। ਲਾਰਵੇ ਕੋਲ ਇਹਨਾਂ ਅੰਚਾਂ ਵਿੱਚੋਂ ਇੱਕ ਵੀ ਨਹੀਂ ਹੈ। ਸਪਸ਼ਟ ਤੌਰ ਤੇ ਇਹਨਾਂ ਸਾਰੇ ਹਾਲਾਤਾਂ ਵਿੱਚ ਜੀਨ ਸੰਬੰਧੀ ਸਿੱਖਿਆਵਾਂ ਆਰੰਭ ਤੋਂ ਹੀ ਸਿਰਜਣਹਾਰ ਦੁਆਰਾ ਕੀੜੇ ਵਿੱਚ ਵਿਧੀਬੱਧ ਕੀਤੀਆਂ ਗਈਆਂ ਹਨ। ਜਦੋਂ ਇੱਕ ਤਿਤਲੀ ਇੱਕ ਲਾਰਵੇ ਤੋਂ ਇੱਕ ਕੋਸ਼ ਵਿੱਚ ਅਤੇ ਫਿਰ ਇੱਕ ਤਿਤਲੀ ਬਣਦੀ, ਇੱਥੇ ਪੂਰੀ ਤਰ੍ਹਾਂ 2 ਭਿੰਨ ਢਾਂਚੇ ਹਨ। ਇੱਕ ਢਾਂਚਾ ਲਾਰਵੇ ਦੇ ਲਈ ਹੈ ਜੋ ਸ਼ੁਰੂਆਤੀ ਸਥਿਤੀ ਹੈ ਅਤੇ ਉਹ ਸਾਰਾ ਦਿਨ ਇੱਕ ਪੱਤੇ ਦੇ ਪਿੱਛੇ ਰੇਂਗਦਾ ਅਤੇ ਖਾਂਦਾ ਹੈ। ਇਸ ਦੇ ਆਕਾਰ ਨੂੰ 250 ਗੁਣਾ ਵਧਾਉਂਦਾ ਹੈ। ਸਿਰਫ ਇੰਨਾ ਹੀ ਉਹ ਕਰਦਾ ਹੈ, ਪਰ ਤਦ ਇਹ ਕੋਸ਼ ਦੀ ਸਥਿਤੀ ਵਿੱਚ ਜਾਂਦਾ ਅਤੇ
द्रव ਵਿੱਚ ਬਦਲਦਾ ਹੈ ਅਤੇ ਤਦ ਇੱਕ ਪੂਰੀ ਤਰ੍ਹਾਂ ਪਿੰਨ ਢਾਂਚੇ ਨਾਲ ਆਉਂਦਾ ਹੈ। ਤਿਤਲੀ ਨੂੰ ਕੀ ਕਰਨ ਲਈ ਰਚਿਆ ਗਿਆ ਸੀ? ਯਕੀਨਨ ਇਸ ਨੂੰ ਉੱਡਣ ਲਈ ਰਚਿਆ ਗਿਆ ਸੀ, ਲਾਰਵੇ ਨੂੰ ਨਹੀਂ। ਇਸ ਨੂੰ ਫੁੱਲਾਂ ਤੋਂ ਮਧੁਰਸ ਨੂੰ ਪੀਣ ਨੂੰ ਰਚਿਆ ਗਿਆ ਸੀ, ਪਰ ਇਸ ਦੇ ਨਾਲ ਹੀ ਇਹ ਫੁੱਲਾਂ ਨੂੰ ਖਾਦ ਦਿੰਦਾ ਹੈ ਅਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਜਾਣ ਦੇ ਯੋਗ ਹੋਣ ਲਈ ਤਿਆਰ ਕੀਤਾ ਗਿਆ ਸੀ। ਕਈ ਸਥਿਤੀਆਂ ਵਿੱਚ ਹਜ਼ਾਰਾਂ ਕਿਲੋਮੀਟਰ। ਇਸ ਤਰ੍ਹਾਂ ਇਹ ਖਾਸ ਗੱਲਾਂ ਲਈ ਤਿਆਰ ਕੀਤਾ ਗਿਆ ਸੀ। ਲਾਰਵਾ ਇੱਕ ਗੱਲ ਕਰਨ ਲਈ ਹੈ, ਖਾਣਾ ਅਤੇ ਵਧਣਾ, ਅਤੇ ਤਿਤਲੀ ਨੇ ਕਈ ਗੱਲਾਂ ਨੂੰ ਕਰਨਾ ਹੈ, ਖਾਣਾ, ਵਧਣਾ, ਉਪਜਾਊ ਕਰਨਾ ਅਤੇ ਸਾਥ ਦੇਣਾ। ਹਜ਼ਾਰਾਂ ਸਾਲ ਪਹਿਲਾਂ ਬਾਈਬਲ ਨੇ ਘੋਸ਼ਿਤ ਕੀਤਾ ਕਿ ਹਰੇਕ ਲਈ ਆਮ ਗਿਆਨ ਕੀ ਹੈ। ਅਯੂਬ ਦੀ ਕਿਤਾਬ 12 ਅਧਿਆਇ ਵਿੱਚ ਅਸੀਂ ਪੜ੍ਹਦੇ ਹਾਂ ਕਿ ਡੰਗਰਾਂ ਨੂੰ ਪੁੱਛ ਅਤੇ ਉਹ ਤੈਨੂੰ ਸਿਖਾਉਣਗੇ, ਅਤੇ ਆਕਾਸ਼ ਦੇ ਪੰਛੀਆਂ ਤੋਂ ਉਹ ਤੈਨੂੰ ਦੱਸਣਗੇ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਣਾ ਕਰਨਗੀਆਂ। ਇਹਨਾਂ ਵਿੱਚੋਂ ਕੌਣ ਨਹੀਂ ਜਾਣਦਾ ਭਈ ਯਹੋਵਾ ਦੇ ਹੱਥ ਨੇ ਇਹ ਕੀਤਾ ਹੈ। ਜੇਕਰ ਅਸੀਂ ਜਿਨ੍ਹਾਂ ਸਬੂਤਾਂ ਨੂੰ ਅਸੀਂ ਵੇਖਦੇ ਉਹਨਾਂ ਦੀ ਜਾਂਚ ਕਰੀਏ, ਭਿੰਨ ਵਸਤਾਂ ਜੋ ਪੈਦਾ ਕੀਤੀਆਂ ਗਈਆਂ ਹਨ, ਪਵਿੱਤਰ ਸ਼ਾਸਤਰ ਤੋਂ ਇਹ ਬਿਲਕੁਲ ਸਪਸ਼ਟ ਹੈ ਕਿ ਸਬੂਤ ਇੱਕ ਅਸਲੀਅਤ ਵੱਲ ਸੰਕੇਤ ਕਰਦੇ ਕਿ ਇੱਕ ਸਿਰਜਣਹਾਰ ਹੈ ਜਿਸ ਨੇ ਇਹ ਸਭ ਕੀਤਾ ਹੈ। ਇੱਕ ਮਹਾਨ ਸਿਰਜਣਹਾਰ ਨੇ ਉਸ ਦੀ ਅਸੀਮ ਬੁੱਧੀ ਦੀਆਂ ਅਣਗਿਣਤ ਉਦਾਹਰਨਾਂ ਪ੍ਰਦਾਨ ਕੀਤੀਆਂ ਹਨ। ਪਰਮੇਸ਼ਰ ਦੇ ਪ੍ਰਾਣੀਆਂ ਦੀ ਕਾਰਜਵਿਧੀ ਅਤੇ ਪ੍ਰਵੀਨਤਾ ਸਾਡੀ ਸਮਝ ਤੋਂ ਪਰੇ ਅਤੇ ਨਾ ਖਤਮ ਹੋਣ ਵਾਲੇ ਧੰਨਵਾਦ ਅਤੇ ਆਰਾਧਨਾ ਨੂੰ ਕਰਨ ਦਾ ਕਾਰਨ ਦਿੰਦੀ ਹੈ। ਜਦ ਕਿ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਚਰਿੱਤਰ ਦੇ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਦੀ, ਸਿਰਫ ਮਨੁੱਖ ਪਰਮੇਸ਼ਰ ਦੇ ਸਵਰੂਪ ਵਿੱਚ ਰਚਿਆ ਗਿਆ ਸੀ। ਮਨੁੱਖ ਦੀ ਸਰੀਰਕ ਭਿੰਨਤਾ ਹੈ, ਉਸ ਦਾ ਦਿਮਾਗ ਜਟਿਲਤਾ ਦਾ ਇੱਕ ਉੱਤਮ ਨਮੂਨਾ ਹੈ, ਉਸ ਦੇ ਹੱਥ ਪੂਰਨ ਕੰਮ ਕਰਨ ਨੂੰ ਯੋਗ ਹਨ, ਉਸ ਦੀ ਚਾਲ ਸਿੱਧੀ ਹੈ। ਫਿਰ ਵੀ ਇਹ ਮਨੁੱਖ ਦਾ ਆਤਮਿਕ ਸੁਭਾਅ ਹੈ ਜੋ ਖਾਸ ਕਰਕੇ ਅਨੋਖਾ ਹੈ। ਪਵਿੱਤਰ ਸ਼ਾਸਤਰ ਵਰਣਨ ਕਰਦਾ ਕਿ ਪਰਮੇਸ਼ਰ ਆਤਮਾ ਹੈ ਅਤੇ ਭਾਵੇਂ ਕਿ ਮਨੁੱਖ ਜਾਤੀ ਪਾਪ ਵਿੱਚ ਡਿੱਗੀ ਹੈ, ਮਨੁੱਖ ਦਾ ਆਤਮਿਕ ਸੁਭਾਅ ਅਜੇ ਵੀ ਸਿਰਜਣਹਾਰ ਦੇ ਚਰਿੱਤਰ ਦੀ ਝਲਕ ਨੂੰ ਬਣਾਈ ਰੱਖਦਾ ਹੈ। ਉਦਾਹਰਨ ਲਈ, ਮਨੁੱਖ ਕੋਲ ਇੱਕ ਆਜ਼ਾਦ ਇੱਛਾ ਹੈ। ਮਨੁੱਖ ਭਲੇ ਅਤੇ ਬੁਰੇ ਵਿਚਕਾਰ ਫਰਕ ਨੂੰ ਜਾਣਦਾ ਹੈ ਅਤੇ ਸਿਰਫ ਮਨੁੱਖ ਜਾਤੀ ਨੇ ਮਹਾਨ ਵਿਗਿਆਨੀਆਂ, ਸੰਗੀਤਕਾਰਾਂ, ਨਬੀਆਂ ਅਤੇ ਕਵੀਆਂ ਨੂੰ ਪੈਦਾ ਕੀਤਾ ਹੈ। ਮਨੁੱਖ ਜਾਤੀ ਨੂੰ ਸ਼ਾਨਦਾਰ ਸਰੀਰਕ ਗੁਣਾਂ ਨਾਲ ਰਚਿਆ ਗਿਆ ਹੈ। ਉਦਾਹਰਨ ਲਈ, ਮਨੁੱਖੀ ਅੱਖ ਆਪਣੇ ਆਪ ਕੇਂਦਰ ਹੋਣ ਨਾਲ ਹਰੇਕ ਦਿਨ 10,000 ਵਾਰ ਘੁੰਮਦੀ ਹੈ ਅਤੇ 1.5 ਲੱਖ ਸਮਕਾਲੀ ਸੰਦੇਸ਼ਾਂ ਨੂੰ ਸੰਭਾਲ ਸਕਦੀ ਹੈ। ਅੱਖ ਵੀ ਆਪਣੇ ਆਪ ਸਾਫ਼ ਕਰਨ ਵਾਲੀ ਪਲਕਾਂ ਅਤੇ ਸਾਫ਼ ਕਰਨ ਵਾਲੇ ਦਰਵ ਨਾਲ ਬਣਾਈ ਗਈ ਹੈ ਅਤੇ ਅੱਖ ਕੋਲ ਆਪਣੇ ਆਪ ਨੂੰ ਚੰਗਾ ਕਰਨ ਦੀ ਯੋਗਤਾ ਹੈ। ਇਸ ਤੋਂ ਇਲਾਵਾ ਪਰਮੇਸ਼ਰ ਨੇ ਮਨੁੱਖੀ ਅੱਖ ਨੂੰ ਲੱਖਾਂ ਰੰਗਾਂ ਵਿੱਚ ਫਰਕ ਵੇਖਣ ਵਜੋਂ ਅਤੇ ਉਸ ਦੇ ਮਨ ਨੂੰ ਸ੍ਰਿਸ਼ਟੀ ਰਾਹੀਂ ਵੇਖੀ ਜਾਂਦੀ ਸੁੰਦਰਤਾ ਦੇ ਨਜ਼ਾਰੇ ਦੀ ਪ੍ਰਸ਼ੰਸਾ ਕਰਨ ਲਈ ਤਿਆਰ ਕੀਤਾ ਹੈ। ਬਹੁਤ ਸਾਰੇ ਲੋਕ ਇਸ ਨੂੰ ਨਹੀਂ ਪਛਾਣਦੇ, ਪਰ ਅੱਖ ਦਿਮਾਗ ਦਾ ਹਿੱਸਾ ਹੈ। ਇਹ ਭਰੂਣ ਵਿੱਚ ਕਲੀ ਦਾ ਵਿਸਤਾਰ ਹੈ ਜੋ ਦਿਮਾਗ ਤੋਂ ਕਲੀ ਨਿਕਲਦੀ, ਅਤੇ ਇੱਥੇ ਛੋਟੀ ਖਿੜਕੀ ਹੈ ਜੋ ਚਮੜੀ ਵਿੱਚ ਵਿਕਸਿਤ ਹੁੰਦੀ, ਜਿਸ ਨੂੰ ਅੱਖ ਦਾ ਬਾਹਰੀ ਪਰਦਾ ਕਿਹਾ ਜਾਂਦਾ ਹੈ। ਕਿ ਉਹ ਮਹਾਨ ਨਹੀਂ ਹੈ? ਅੱਖ ਦੀ ਪੁਤਲੀ ਸੂਖਮਤਾ ਨਾਲ ਰੱਖੀ ਗਈ ਹੈ, ਜਿੱਥੇ ਇੱਕ ਸਪਸ਼ਟ ਖਿੜਕੀ ਚਮੜੀ ਵਿੱਚ ਵਿਕਸਿਤ ਹੁੰਦੀ, ਤਾਂ ਜੋ ਅਸੀਂ ਉਸ ਰਾਹੀਂ ਵੇਖ ਸਕੀਏ। ਇਹ 1 ਤੋਂ 10 ਅਰਬ ਦੀ ਦਰ ਤੇ ਚਾਨਣ ਲਈ ਸੰਵੇਦਨਸ਼ੀਲ ਹੈ। ਉਹ ਹੈ, ਅਸੀਂ ਇੱਕ ਚਮਕਦਾਰ ਵਸਤੂ ਨੂੰ ਵੇਖ ਸਕਦੇ ਹਾਂ। ਇੱਕ ਸੂਰਜ ਦੀ ਚਮਕ ਨਾਲ ਢਕੇ ਇੱਕ ਬਰਫੀਲੇ ਨਜ਼ਾਰੇ ਤੋਂ ਲੈ ਕੇ ਚਾਨਣ ਦੀ ਇੱਕ ਨਿੱਕੀ ਜਿਹੀ ਕਿਰਨ ਤੱਕ, ਉਹ ਚਾਨਣ ਦੀ ਸਭ ਤੋਂ ਛੋਟੀ ਇਕਾਈ ਹੈ ਅਤੇ ਜਿੱਥੇ ਕਿਤੇ ਵੀ ਤੁਸੀਂ ਵੇਖੋ, ਕੇਂਦਰ ਆਪਣੇ ਆਪ ਹੈ ਅਤੇ ਦੋਵੇਂ ਅੱਖਾਂ ਇੱਕੋ ਹੀ ਸਥਾਨ ਤੇ ਵੇਖਦੀਆਂ ਹਨ ਜਿੱਥੇ ਕਿਤੇ ਵੀ ਅਸੀਂ ਵੇਖੀਏ। ਜੇਕਰ ਉਹ 1 ਡਿਗਰੀ ਦਾ ਫਰਕ ਰੱਖਣ, ਤੁਸੀਂ ਦੋਹਰਾ ਵੇਖੋਗੇ। ਇਸ ਤਰ੍ਹਾਂ ਹੈ ਜਿਵੇਂ ਕਿ ਕਿਸੇ ਕੋਲ 6 ਜੋੜੇ ਪਿਸਤੌਲ ਦੇ ਹਨ ਜੋ ਗੋਲੀ ਮਾਰ ਸਕਦੇ, ਅਤੇ ਜਿੱਥੇ ਵੀ ਉਹ ਗੋਲੀ ਮਾਰਦੇ, ਦੋਵੇਂ ਗੋਲੀਆਂ ਇੱਕ ਹੀ ਸ਼ੇਕ ਕਰਦੀਆਂ ਹਨ, ਤੁਰੰਤ, ਹਰ ਜਗ੍ਹਾ, ਅਤੇ ਉਹ ਹੀ ਅੱਖਾਂ ਕਰ ਰਹੀਆਂ ਹਨ। ਜਿੱਥੇ ਕਿਤੇ ਵੀ ਅਸੀਂ ਵੇਖਦੇ, ਅਸੀਂ ਪਰਮੇਸ਼ਰ ਦਾ ਜ਼ਬਰਦਸਤ ਸਬੂਤ ਵੇਖ ਸਕਦੇ ਹਾਂ। ਅਤੇ ਯਕੀਨਨ ਜਦੋਂ ਮਨੁੱਖ ਉਸ ਦਾ ਇਨਕਾਰ ਕਰਦਾ ਹੈ, ਉਹ ਪੂਰੀ ਤਰ੍ਹਾਂ ਬਹਾਨੇ ਤੋਂ ਬਿਨਾਂ ਹੈ, ਠੀਕ ਉਵੇਂ ਹੀ ਜਿਵੇਂ ਕਿ ਰੋਮੀਆਂ 1 ਦੀ ਵੀ ਸਾਨੂੰ ਦੱਸਦੀ ਹੈ। ਇਸ ਤੋਂ ਵੀ ਵੱਧ ਦਿਮਾਗ ਨੂੰ ਝੰਜੋੜਨ ਵਾਲੀ ਗੱਲ, ਪ੍ਰਭੂ ਨੇ ਸਾਰੇ ਮਨੁੱਖਾਂ ਦੀਆਂ ਗਿਆਨ ਇੰਦਰੀਆਂ ਨੂੰ ਨਿੱਜੀ ਤੌਰ ਤੇ ਜੋੜਨ ਨਾਲ ਤਿਆਰ ਕੀਤਾ ਹੈ।
ਜਦੋਂ ਅਸੀਂ ਭੋਜਨ ਨੂੰ ਵੇਖਦੇ, ਸਾਡਾ ਢਿੱਡ ਗੁਰਾਉਂਦਾ ਅਤੇ ਸਾਡਾ ਮੂੰਹ ਲਾਰ ਸੁੱਟਦਾ ਹੈ। ਇੱਕ ਪੁਰਾਣੇ ਮਿੱਤਰ ਦੀ ਆਵਾਜ਼ ਨੂੰ ਸੁਣ ਕੇ ਸਾਡਾ ਦਿਲ ਖੁਸ਼ੀ ਨਾਲ ਉਛਲ ਸਕਦਾ ਹੈ ਅਤੇ ਦਾਦੀ ਦੇ ਭੋਜਨ ਬਣਾਉਣ ਦੀ ਥੋੜੀ ਜਿਹੀ ਖੁਸ਼ਬੂ ਬੀਤੇ ਸਮੇਂ ਦੀਆਂ ਯਾਦਾਂ ਨੂੰ ਜਗਾ ਸਕਦੀ ਹੈ। ਫਿਰ ਵੀ ਸਾਡਾ ਸਰੀਰਕ ਬਨਾਵਟੀਪਨ ਸਾਡੇ ਆਤਮਿਕ ਸੁਭਾਅ ਦੀ ਤੁਲਨਾ ਵਿੱਚ ਫਿੱਕਾ ਪੈਂਦਾ ਹੈ। ਮਨੁੱਖ ਆਤਮ ਵਿਵੇਕੀ ਹੈ ਅਤੇ ਖੁਦ ਸੋਚ ਵਿਚਾਰ ਕਰਨ ਦੇ ਯੋਗ ਹੈ। ਮਨੁੱਖ ਇੱਕ ਤਰਕਸੰਗਤ ਪ੍ਰਾਣੀ ਵਜੋਂ ਰਚਿਆ ਗਿਆ ਸੀ। ਸੋਚ ਵਿਚਾਰ ਕਰਨ ਅਤੇ ਸਿੱਖਣ ਦੀ ਯੋਗਤਾ ਪ੍ਰਦਾਨ ਕੀਤੀ ਗਈ ਸੀ। ਮਨੁੱਖ ਨੂੰ ਬੀਤੇ ਅਨੁਭਵ ਨੂੰ ਯਾਦ ਰੱਖਣ ਦੀ ਯੋਗਤਾ ਦਿੱਤੀ ਗਈ ਸੀ ਅਤੇ ਉਸ ਦੀ ਯਾਦਾਸ਼ਤ ਉਸ ਨੂੰ ਪਰਮੇਸ਼ਰ ਦੀ ਭਲਾਈ ਨੂੰ ਚਿਤਰਿਤ ਕਰਨ ਯੋਗ ਬਣਾਉਂਦੀ ਹੈ। ਉਤਪਤੀ ਕਿਤਾਬ ਦੇ ਅਨੁਸਾਰ ਮਨੁੱਖ ਪਰਮੇਸ਼ਰ ਦੇ ਸਵਰੂਪ ਅਨੁਸਾਰ ਬਣਾਇਆ ਗਿਆ ਸੀ। ਇਸ ਦਾ ਅਰਥ ਹੈ ਕਿ ਉਸ ਕੋਲ ਗੁਣ, ਯੋਗਤਾਵਾਂ ਅਤੇ ਸਮਰੱਥਾ ਸੀ ਜੋ ਪਰਮੇਸ਼ਰ ਨੇ ਉਸ ਨੂੰ ਦਿੱਤੀ ਸੀ। ਜਦੋਂ ਅਸੀਂ ਉਤਪਤ 4 ਦੇ ਵੇਰਵੇ ਨੂੰ ਪੜ੍ਹਦੇ ਹਾਂ ਜੋ ਡਿੱਗਣ ਤੋਂ ਬਾਅਦ ਦਾ ਹੈ, ਅਸੀਂ ਇਹਨਾਂ ਯੋਗਤਾਵਾਂ ਅਤੇ ਸਮਰੱਥਾ ਨੂੰ ਵੇਖਾਂਗੇ। ਉਦਾਹਰਨ ਲਈ, ਮਨੁੱਖ ਸ਼ਹਿਰ ਬਣਾ ਸਕਦਾ ਸੀ, ਉਹ ਸੰਗੀਤ ਦੇ ਸਾਜ਼ਾਂ ਨੂੰ ਬਣਾ ਸਕਦਾ ਅਤੇ ਵਜਾ ਸਕਦਾ ਸੀ, ਉਹ ਤਾਤ ਵਿਗਿਆਨ ਨੂੰ ਜਾਣਦਾ ਸੀ, ਉਹ ਖੇਤੀਬਾੜੀ ਨੂੰ ਸਮਝ ਗਿਆ, ਉਹ ਕਵਿਤਾ ਅਤੇ ਸਾਹਿਤ ਲਿਖ ਸਕਦਾ ਸੀ। ਇਸ ਦੇ ਨਾਲ ਹੀ ਮਨੁੱਖ ਨੂੰ ਇੱਕ ਆਤਮਿਕ ਅੰਸ਼ ਦੇ ਨਾਲ ਵੀ ਬਣਾਇਆ ਗਿਆ ਸੀ। ਮਨੁੱਖ ਦੇ ਕੋਲ ਚੁਣਨ ਦੀ ਇੱਕ ਆਜ਼ਾਦੀ ਅਤੇ ਇੱਕ ਵਿਵੇਕ ਸੀ। ਇਸ ਲਈ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਨੇ ਮਨੁੱਖ ਨੂੰ ਬਾਕੀ ਦੀ ਸ੍ਰਿਸ਼ਟੀ ਤੋਂ ਅਨੋਖਾ ਰਚਿਆ ਸੀ। ਮਨੁੱਖ ਜਾਤੀ ਅਤੇ ਜਾਨਵਰਾਂ ਵਿਚਕਾਰ ਇੱਥੇ ਫਰਕ ਹਨ। ਇੱਕ ਬਾਈਬਲ ਦੀ ਆਇਤ ਜੋ ਮਨ ਵਿੱਚ ਆਉਂਦੀ, ਉਹ ਉਪਦੇਸ਼ਕ ਦੀ ਪੋਥੀ 3 ਅਧਿਆਇ ਦੀ 11ਵੀਂ ਆਇਤ ਹੈ। ਇਹ ਆਇਤ ਆਖਦੀ ਹੈ ਕਿ ਅਸੀਂ ਖਾਸ ਹਾਂ ਅਤੇ ਕਿ ਪਰਮੇਸ਼ਰ ਨੇ ਸਾਡੇ ਦਿਲਾਂ ਵਿੱਚ ਸਦੀਪਕ ਕਾਲ ਨੂੰ ਰੱਖਿਆ ਹੈ। ਉਹ ਹੈ ਸਾਡੇ ਕੋਲ ਇਤਿਹਾਸ ਦਾ ਇੱਕ ਸਿਧਾਂਤ, ਭੂਤਕਾਲ, ਵਰਤਮਾਨ ਅਤੇ ਭਵਿੱਖ ਦਾ। ਉਹ ਉਹਨਾਂ ਜਾਨਵਰਾਂ ਤੋਂ ਭਿੰਨ ਹੈ ਜੋ ਅੱਜ ਰਹਿੰਦੇ ਹਨ। ਅਸੀਂ ਇੱਕ ਖਾਸ ਸ੍ਰਿਸ਼ਟੀ ਹਾਂ। ਸਿਰਜਣਹਾਰ ਦਾ ਮਨੁੱਖ ਲਈ ਇੱਕ ਹੋਰ ਅਦਭੁਤ ਤੋਹਫਾ ਭਾਵਨਾਵਾਂ ਹਨ। ਇਹ ਉਸ ਨੂੰ ਰੰਗ ਅਤੇ ਅਮੀਰੀ, ਭਾਵਨਾ ਅਤੇ ਆਨੰਦ ਅਤੇ ਹੱਸਣ ਦੀ ਯੋਗਤਾ ਦਿੰਦੀਆਂ ਹਨ। ਧਰਤੀ ਤੇ ਸਾਰੇ ਪ੍ਰਾਣੀਆਂ ਵਿੱਚੋਂ ਸਿਰਫ ਮਨੁੱਖ ਇੱਕ ਪ੍ਰੇਰਿਤ ਕਰਨ ਵਾਲੇ ਸੰਗੀਤ ਦੀ ਪ੍ਰਸ਼ੰਸਾ ਕਰ ਸਕਦਾ ਜਾਂ ਇੱਕ ਸੂਰਜ ਡੁੱਬਣ ਦੀ ਸੁੰਦਰਤਾ ਵਿੱਚ ਆਨੰਦ ਕਰ ਸਕਦਾ ਹੈ ਅਤੇ ਇਕੱਲਾ ਮਨੁੱਖ ਇੱਕ ਨੈਤਿਕ ਦੂਤ ਹੈ, ਪਰਮੇਸ਼ਰ ਅਤੇ ਸਮਾਜ ਲਈ ਜਵਾਬਦੇਹ। ਮਨੁੱਖ ਵਿੱਚ ਨੈਤਿਕਤਾ ਲਈ ਜਵਾਬਦੇਹੀ ਦੀ ਇੱਕੋ ਇੱਕ ਵਿਆਖਿਆ ਬਾਈਬਲ ਵਿੱਚ ਪ੍ਰਗਟ ਕੀਤੀ ਗਈ ਅਸਲੀਅਤ ਹੈ। ਨਾਮ ਅਨੁਸਾਰ ਕਿ ਮਨੁੱਖ ਪਰਮੇਸ਼ਰ ਦੇ ਸਵਰੂਪ ਵਿੱਚ ਸਿਰਜਿਆ ਗਿਆ ਸੀ ਅਤੇ ਇਸ ਲਈ ਪਰਮੇਸ਼ਰ ਵਰਗਾ ਇੱਕ ਪ੍ਰਾਣੀ ਬਣਾਇਆ ਗਿਆ ਸੀ। ਸਰਬ ਸ਼ਕਤੀਮਾਨ ਅਤੇ ਸਰਬ ਬੁੱਧੀਮਾਨ ਹੋਣ ਤੋਂ ਇਲਾਵਾ ਬਾਈਬਲ ਵਰਣਨ ਕਰਦੀ ਹੈ ਕਿ ਪਰਮੇਸ਼ਰ ਪੂਰੀ ਤਰ੍ਹਾਂ ਪਵਿੱਤਰ ਹੈ। ਉਹ ਸਦਾ ਉਹ ਕਰਦਾ ਜੋ ਸਹੀ ਹੈ। ਪਰਮੇਸ਼ਰ ਝੂਠ ਨਹੀਂ ਬੋਲ ਸਕਦਾ ਹੈ, ਉਹ ਪਾਪ ਨਹੀਂ ਕਰ ਸਕਦਾ ਅਤੇ ਉਹ ਸਦਾ ਵਫਾਦਾਰ ਅਤੇ ਸੱਚਾ ਹੈ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ਰ ਧਰਮੀ ਹੈ? ਪਵਿੱਤਰ ਸ਼ਾਸਤਰ ਦੱਸਦਾ ਹੈ ਕਿ ਪਰਮੇਸ਼ਰ ਨੇ ਉਸ ਦੀ ਵਿਵਸਥਾ ਸਾਡੇ ਦਿਲਾਂ ਤੇ ਲਿਖੀ ਹੋਈ ਹੈ। ਸਿਰਜਣਹਾਰ ਦਾ ਪਵਿੱਤਰ ਸੁਭਾਅ ਹਰ ਇੱਕ ਮਨੁੱਖ ਤੇ ਵਿਵੇਕ ਰਾਹੀਂ ਪ੍ਰਗਟ ਕੀਤਾ ਗਿਆ ਹੈ। ਵਿਵੇਕ ਸਹੀ ਅਤੇ ਗਲਤ ਦਾ ਪਰਮੇਸ਼ਰ ਦੁਆਰਾ ਦਿੱਤਾ ਗਿਆ ਗਿਆਨ ਹੈ। ਇਸ ਲਈ ਮਨੁੱਖ ਜਾਣਦਾ ਹੈ ਕਿ ਉਸ ਦਾ ਸਿਰਜਣਹਾਰ ਨੈਤਿਕ, ਨਿਯਮ ਦੇਣ ਵਾਲਾ ਅਤੇ ਨਿਆਂਈ ਦੋਵੇਂ ਹੈ। ਅਨਾ, ਕੀ ਤੇਰੇ ਕੋਲ ਇੱਕ ਵਿਵੇਕ ਹੈ? ਮੈਂ ਵਿਸ਼ਵਾਸ ਕਰਦੀ ਹਾਂ ਕਿ ਮੇਰੇ ਕੋਲ ਵਿਵੇਕ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹਰੇਕ ਦੇ ਕੋਲ ਇੱਕ ਵਿਵੇਕ ਹੈ? ਯਕੀਨਨ। ਪਰ ਕੀ ਤੇਰੇ ਕੋਲ ਵਿਵੇਕ ਹੈ? ਹਾਂ। ਇਹ ਕਿੱਥੋਂ ਆਉਂਦਾ ਹੈ? ਮੈਂ ਨਹੀਂ ਜਾਣਦੀ ਹਾਂ। ਬਾਈਬਲ ਸਪਸ਼ਟ ਕਰਦੀ ਹੈ ਕਿ ਪਰਮੇਸ਼ਰ ਦਾ ਗਿਆਨ ਸਾਡੇ ਦਿਲਾਂ ਤੇ ਲਿਖਿਆ ਹੋਇਆ ਹੈ ਅਤੇ ਸਾਡਾ ਵਿਵੇਕ ਉਹ ਸਹੀ ਅਤੇ ਗਲਤ ਦੇ ਗਿਆਨ ਨੂੰ ਸਾਨੂੰ ਦਿੰਦਾ ਹੈ। ਕੀ ਤੁਸੀਂ ਕਦੇ ਝੂਠ ਬੋਲਿਆ ਹੈ? ਹਾਂ। ਉਹ ਤੁਹਾਨੂੰ ਕੀ ਬਣਾਉਂਦਾ ਹੈ? ਇੱਕ ਝੂਠਾ। ਕੀ ਤੁਸੀਂ ਕਦੇ ਚੋਰੀ ਕੀਤੀ ਹੈ? ਹਾਂ। ਉਹ ਤੁਹਾਨੂੰ ਕੀ ਬਣਾਉਂਦਾ ਹੈ? ਚੋਰ। ਮੰਨ ਲਓ ਕਿ ਤੁਸੀਂ ਇੱਕ ਦੁਕਾਨ ਤੇ ਹੋ, ਕਿਸੇ ਜਗ੍ਹਾ ਤੇ ਇੱਕ ਦੁਕਾਨ ਤੇ, ਅਤੇ ਇੱਥੇ ਕੁਝ ਹੈ ਜੋ ਤੁਹਾਨੂੰ ਸੱਚਮੁੱਚ ਲੋੜ ਹੈ ਅਤੇ ਤੁਸੀਂ ਉੱਥੇ ਬੈਠੇ ਹੋਏ ਹੋ ਅਤੇ ਕੋਈ ਵੀ ਤੁਹਾਨੂੰ ਵੇਖ ਨਹੀਂ ਰਿਹਾ ਹੈ। ਤੁਸੀਂ ਆਪਣੇ ਆਪ ਨੂੰ ਆਖਦੇ ਹੋ, ਮੈਂ ਆਪਣਾ ਬਟੂਆ ਨਹੀਂ ਲਿਆਇਆ ਹਾਂ, ਕੋਈ ਵੀ ਵੇਖ ਨਹੀਂ ਰਿਹਾ ਹੈ, ਅਤੇ ਤੁਸੀਂ ਉਸ ਨੂੰ ਆਪਣੀ ਜੇਬ ਵਿੱਚ ਪਾ ਲੈਂਦੇ ਹੋ। ਤੁਸੀਂ ਚਲੇ ਜਾਂਦੇ ਹੋ ਅਤੇ ਕੋਈ ਵੀ ਤੁਹਾਨੂੰ ਫੜਦਾ ਨਹੀਂ। ਤੁਸੀਂ ਇਸ ਨੂੰ ਲੈ ਜਾਂਦੇ ਹੋ ਅੰਦਰ। ਤੁਸੀਂ ਕੀ ਸੋਚ ਰਹੇ ਹੋ? ਜਦੋਂ ਰਾਤ ਨੂੰ ਤੁਸੀਂ ਸੌਣ ਲਈ ਜਾਂਦੇ, ਤੁਸੀਂ ਕੀ ਸੋਚ ਰਹੇ ਹੋ? ਕੋਈ ਵੀ ਪੂਰੀ ਤਰ੍ਹਾਂ ਜਾਣਦਾ ਜੋ ਵਿਚਾਰ ਤੁਹਾਡੇ ਮਨ ਵਿੱਚ ਘੁੰਮੇਗਾ, ਮੈਂ ਉਸ ਨੂੰ ਚੋਰੀ ਕੀਤਾ ਹੈ। ਉਹ ਤੁਹਾਡਾ ਵਿਵੇਕ ਹੈ। ਕੀ ਤੁਸੀਂ ਪਰਮੇਸ਼ਰ ਦੁਆਰਾ ਦਿੱਤੇ ਵਿਵੇਕ ਦੀ ਸਦਾ ਆਗਿਆ ਪਾਲਣਾ ਕੀਤੀ ਹੈ? ਨਹੀਂ। ਪਰਮੇਸ਼ਰ ਤੁਹਾਡੇ ਸਿਰਜਣਹਾਰ ਨੇ ਤੁਹਾਨੂੰ ਸਵਾਦ ਦੀ ਜੀਭ ਅਤੇ ਦ੍ਰਿਸ਼ਟੀ ਅਤੇ ਹਰ ਭਲੀ ਦਾਤ ਦਿੱਤੀ ਹੈ। ਕੀ ਤੁਸੀਂ ਉਸ ਦੇ ਨਾਮ ਲਈ ਕਦੇ ਇੱਕ ਸ਼ਰਾਬ ਦਾ ਸ਼ਬਦ ਪ੍ਰਯੋਗ ਕੀਤਾ ਹੈ? ਹਾਂ, ਮੈਂ ਕੀਤਾ ਹੈ। ਯਿਸੂ ਨੇ ਆਖਿਆ, ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ, ਤੂੰ ਵਿਭਚਾਰ ਨਾ ਕਰੀਂ,
ਪਰ ਮੈਂ ਤੁਹਾਨੂੰ ਆਖਦਾ ਹਾਂ, ਜੇਕਰ ਤੁਸੀਂ ਬੁਰੀ ਨਜ਼ਰ ਨਾਲ ਇੱਕ ਲੜਕੀ ਨੂੰ ਵੇਖੋ ਤਾਂ ਤੁਸੀਂ ਦਿਲ ਵਿੱਚ ਉਸ ਨਾਲ ਵਿਚਾਰ ਕਰ ਚੁੱਕੇ। ਕੀ ਤੁਸੀਂ ਇੱਕ ਲੜਕੀ ਨੂੰ ਕਦੇ ਬੁਰੀ ਨਜ਼ਰ ਨਾਲ ਵੇਖਿਆ ਹੈ? ਹਾਂ, ਮੈਂ ਵੇਖਿਆ ਹੈ। ਠੀਕ, ਤੁਸੀਂ ਉਸ ਹੁਕਮ ਨੂੰ ਤੋੜਿਆ ਹੈ। ਠੀਕ, ਹਾਂ। ਪਰਮੇਸ਼ਰ ਆਖਦਾ ਹੈ ਕਿ ਉਸਨੇ ਉਸਦੇ ਨਿਯਮ ਹਰ ਇੱਕ ਮਨੁੱਖੀ ਵਿਵੇਕ ਤੇ ਲਿਖੇ ਹੋਏ ਹਨ। ਇਸ ਲਈ ਉਹਨਾਂ ਸਾਰਿਆਂ ਕੋਲ ਕੋਈ ਬਹਾਨਾ ਨਹੀਂ ਹੈ। ਹਰ ਕੋਈ ਜਾਣਦਾ ਹੈ ਕਿ ਉਹ ਪਾਪੀ ਹੈ। ਹਰ ਇੱਕ ਜਾਣਦਾ ਹੈ ਕਿ ਉਸਨੇ ਪਰਮੇਸ਼ਰ ਦੇ ਨਿਯਮਾਂ ਨੂੰ ਤੋੜਿਆ ਹੈ। ਹਰ ਇੱਕ ਜਾਣਦਾ ਹੈ ਕਿ ਉਸਨੇ ਸਹੀ ਨਹੀਂ ਕੀਤਾ ਹੈ। ਸਾਡੇ ਕੋਲ ਸਹੀ ਅਤੇ ਗਲਤ ਨੂੰ ਜਾਣਨ ਦੀ ਯੋਗਤਾ ਹੈ। ਜੇਕਰ ਸਾਡੇ ਕੋਲ ਚੰਗੇ ਨੂੰ ਜਾਣਨ ਦੀ ਯੋਗਤਾ ਹੈ ਤਾਂ ਪਰਮੇਸ਼ਰ ਨੂੰ ਵੀ ਜਾਣਨਾ ਚਾਹੀਦਾ ਹੈ। ਉਹ ਨੈਤਿਕਤਾ ਦਾ ਨਤੀਜਾ ਪ੍ਰਕਾਸ਼ ਹੋਣਾ ਚਾਹੀਦਾ ਹੈ। ਸਿਰਜਣਹਾਰ ਕੀ ਭਲਾ ਅਤੇ ਕੀ ਬੁਰਾ ਹੈ, ਕਿਉਂਕਿ ਉਸ ਤੋਂ ਬਿਨਾਂ ਅਸੀਂ ਕਿਵੇਂ ਜਾਣਾਂਗੇ ਕਿ ਸਹੀ ਕੀ ਹੈ ਅਤੇ ਗਲਤ ਕੀ ਹੈ? ਹਾਂ, ਮੈਂ ਜਾਣਦਾ ਹਾਂ, ਉਹ ਅਦਭੁਤ ਹੈ। ਇਹ ਅਸਲੀਅਤ ਕਿ ਹਰ ਇੱਕ ਮਨੁੱਖ ਜਾਣਦਾ, ਸਹੀ ਅਤੇ ਗਲਤ ਜਾਣਦਾ ਹੈ। ਉਹ ਸਾਨੂੰ ਪਰਮੇਸ਼ਰ ਦੇ ਚਰਿੱਤਰ ਤੇ ਸੁਭਾਅ ਬਾਰੇ ਕੀ ਦੱਸਦਾ ਹੈ? ਕੀ ਉਹ ਧਰਮੀ ਹੈ? ਜੇਕਰ ਪਰਮੇਸ਼ਰ ਨੇ ਪਵਿੱਤਰ ਦਰਜੇ ਦੇ ਆਧਾਰ ਤੇ ਨਿਆਂ ਕਰਨਾ ਹੈ ਕਿ ਤੁਸੀਂ ਦੋਸ਼ੀ ਹੋਵੋਗੇ ਜਾਂ ਨਿਰਦੋਸ਼? ਦੋਸ਼ੀ। ਇਸ ਲਈ ਜੇਕਰ ਤੁਸੀਂ ਇੱਕ ਝੂਠੇ ਅਤੇ ਇੱਕ ਚੋਰ ਹੋਣ ਦੇ ਦੋਸ਼ੀ ਹੋ, ਨਿਆਂ ਦੇ ਦਿਨ ਕੀ ਪਰਮੇਸ਼ਰ ਤੁਹਾਨੂੰ 10 ਹੁਕਮਾਂ ਦੇ ਆਧਾਰ ਤੇ ਸਵਰਗ ਜਾਂ ਨਰਕ ਵਿੱਚ ਭੇਜੇਗਾ? ਮੈਂ ਯਕੀਨਨ ਨਰਕ ਵਿੱਚ ਜਾਵਾਂਗਾ। ਕੀ ਸਾਨੂੰ ਸਰਬਸ਼ਕਤੀਮਾਨ ਨਿਆਂ ਦਾ ਸਾਹਮਣਾ ਕਰਨਾ ਹੈ? ਹਾਂ, ਯਕੀਨਨ ਅਸੀਂ ਕਰਨਾ ਹੈ। ਅਤੇ ਉਸੇ ਤਰ੍ਹਾਂ ਜੋ ਕੁਝ ਵੀ ਅਸੀਂ ਕੀਤਾ ਹੈ ਉਸ ਦੇ ਦੋਸ਼ੀ ਪਾਏ ਜਾਵਾਂਗੇ। ਵਿਵੇਕ ਮੈਨੂੰ ਦੱਸਦਾ ਹੈ ਕਿ ਕੋਈ ਹੈ ਜਿਸ ਨੂੰ ਮੈਂ ਜਵਾਬਦੇਹ ਹਾਂ। ਉਹ ਮੇਰਾ ਸਿਰਜਣਹਾਰ ਹੈ ਅਤੇ ਮੈਂ ਜਾਣਦਾ ਹਾਂ ਕਿ ਮੈਂ ਉਸ ਦੇ ਮਾਪਦੰਡਾਂ ਅਨੁਸਾਰ ਨਹੀਂ ਜੀਵਨ ਬਿਤਾਇਆ ਹੈ। ਕੀ ਤੁਸੀਂ ਕਦੇ ਪਰਮੇਸ਼ਰ ਦੇ ਨਾਮ ਲਈ ਇੱਕ ਸਰਾਪੀ ਸ਼ਬਦ ਪ੍ਰਯੋਗ ਕੀਤਾ ਹੈ, ਜਿਵੇਂ ਕਿ ਇਹ ਮੇਰੇ ਪਰਮੇਸ਼ਰ? ਹਾਂ। ਕੀ ਤੁਸੀਂ ਉਸ ਸਮੇਂ ਬਾਰੇ ਸੋਚ ਸਕਦੇ ਜਦੋਂ ਤੁਹਾਡਾ ਵਿਵੇਕ ਤੁਹਾਡੇ ਤੇ ਚੀਕਿਆ ਸੀ, ਕੁਝ ਅਜਿਹਾ ਜੋ ਤੁਸੀਂ ਭੂਤਕਾਲ ਵਿੱਚ ਕੀਤਾ, ਜਿੱਥੇ ਕਿ ਇਹ ਐਵੇਂ ਸੀ, ਅਲਨ ਉਹ ਨਾ ਕਰ, ਜਾਂ ਅਲਨ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ? ਹਾਂ। ਜੇਕਰ ਤੁਸੀਂ ਯਾਦ ਰੱਖ ਸਕਦੇ, ਕੀ ਤੁਸੀਂ ਸੋਚਦੇ ਹੋ ਕਿ ਸਾਡਾ ਸਿਰਜਣਹਾਰ ਇਸ ਨੂੰ ਯਾਦ ਰੱਖ ਸਕਦਾ ਹੈ? ਹਾਂ। ਕੀ ਤੁਸੀਂ ਸੋਚਦੇ ਹੋ ਕਿ ਵਿਵੇਕ ਸਾਨੂੰ ਦੱਸਦਾ ਹੈ ਕਿ ਸਾਨੂੰ ਇੱਕ ਮੁਕਤੀਦਾਤਾ ਦੀ ਲੋੜ ਹੈ? ਹਾਂ। ਅਤੇ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਵਿਅਕਤੀਗਤ ਪਿਆਰ ਅਤੇ ਇੱਕ ਸਬੰਧ ਦਾ ਪਰ ਨਿਆਂ ਲਈ ਸਮਝੌਤਾ ਨਹੀਂ ਕਰਨ ਵਾਲਾ ਪਰਮੇਸ਼ਰ ਹੈ। ਇਸ ਤਰ੍ਹਾਂ ਹੀ ਇਹ ਹੋ ਸਕਦਾ ਹੈ। ਅਸੀਂ ਉਸ ਤੋਂ ਉਸ ਦੇ ਨਿਯਮਾਂ ਨੂੰ ਬਦਲਾ ਨਹੀਂ ਸਕਦੇ ਹਾਂ। ਉਹ ਹੀ ਹੈ ਜਿਸ ਨੇ ਸਾਡੇ ਅੰਦਰ ਵਿਵੇਕ ਰੱਖਿਆ ਹੈ। ਇਹ ਸੱਚਮੁੱਚ ਪਰਮੇਸ਼ਰ ਹੈ ਜਿਸ ਦਾ ਅਸੀਂ ਆਪਣੇ ਵਿਵੇਕ ਰਾਹੀਂ ਅਨੁਭਵ ਕਰ ਰਹੇ ਹਾਂ। ਭਾਵੇਂ ਕਿ ਸ੍ਰਿਸ਼ਟੀ ਪਰਮੇਸ਼ਰ ਦੇ ਅਚੰਭਿਆਂ ਨੂੰ ਵਿਖਾਉਂਦੀ ਇੱਕ ਮਿਲੇ ਜੁਲੇ ਸੰਦੇਸ਼ ਨੂੰ ਦਿੰਦੀ ਹੈ। ਇਸ ਤਰ੍ਹਾਂ ਦੀ ਸੁੰਦਰਤਾ ਅਤੇ ਕ੍ਰਮ ਦੇ ਵਿਚਕਾਰ ਅਸੀਂ ਬਿਮਾਰੀ, ਤਬਾਹੀ ਅਤੇ ਮੌਤ ਨੂੰ ਵੇਖਦੇ ਹਾਂ। ਇਸ ਵਿੱਚ ਹੈਰਾਨੀ ਨਹੀਂ ਕਿ ਇਹ ਸਿਰਫ ਬਾਈਬਲ ਹੈ ਜੋ ਪ੍ਰਤੱਖ ਖੰਡਨ ਦੀ ਵਿਆਖਿਆ ਕਰਦੀ ਹੈ। ਆਰੰਭ ਵਿੱਚ ਪਰਮੇਸ਼ਰ ਨੇ ਸਭ ਕੁਝ ਸਿੱਧ ਬਣਾਇਆ। ਫਿਰ ਵੀ ਮਨੁੱਖ ਨੂੰ ਚੋਣ ਕਰਨ ਦੇ ਨਾਲ ਇੱਕ ਆਜ਼ਾਦ ਇੱਛਾ ਦਿੱਤੀ ਗਈ ਸੀ। ਦੁੱਖ ਨਾਲ ਉਸਨੇ ਸਿਰਜਣਹਾਰ ਵਿਰੁੱਧ ਵਿਦਰੋਹ ਕਰਨਾ ਚੁਣਿਆ। ਜਿਵੇਂ ਕਿ ਪਰਮੇਸ਼ਰ ਨੇ ਆਦਮ ਨੂੰ ਚੇਤਾਵਨੀ ਦਿੱਤੀ ਸੀ, ਪਾਪ ਦਾ ਨਤੀਜਾ ਦੁੱਖ ਅਤੇ ਮੌਤ ਹੋਏ। ਉਤਪਤ ਵਿੱਚ ਵਰਣਨ ਸਰਾਪ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰਭਾਵਿਤ ਕੀਤਾ ਅਤੇ ਅੱਜ ਅਸੀਂ ਭਿਆਨਕ ਨਤੀਜਿਆਂ ਨੂੰ ਵੇਖਦੇ ਹਾਂ। ਫਿਰ ਵੀ ਇੱਥੇ ਖੁਸ਼ਖਬਰੀ ਹੈ। ਸਮੇਂ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਪਰਮੇਸ਼ਰ ਕੋਲ ਮਨੁੱਖ ਜਾਤੀ ਨੂੰ ਛੁਡਾਉਣ ਦੀ ਇੱਕ ਯੋਜਨਾ ਸੀ। ਕਿਉਂ ਜੋ ਪਾਪ ਦੀ ਸਜ਼ਾ ਮੌਤ ਹੈ, ਸਿਰਜਣਹਾਰ ਧਰਤੀ ਤੇ ਇੱਕ ਮਨੁੱਖ ਵਜੋਂ ਆਇਆ, ਇੱਕ ਪਾਪ ਰਹਿਤ ਜੀਵਨ ਨੂੰ ਬਿਤਾਇਆ ਅਤੇ ਸਾਡੇ ਪਾਪਾਂ ਦੀ ਸਜ਼ਾ ਦਾ ਭੁਗਤਾਨ ਕਰਨ ਲਈ ਮਰ ਗਿਆ। ਉਹ ਤਦ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਉਹ ਜਿਹੜੇ ਉਸ ਤੇ ਭਰੋਸਾ ਕਰਦੇ ਹਨ ਨੂੰ ਮਾਫੀ ਅਤੇ ਸਦੀਪਕ ਜੀਵਨ ਦਿੰਦਾ ਹੈ। ਜਿਵੇਂ ਕਿ ਇਹ ਫਿਲਮ ਚਿਤਰਿਤ ਕਰਦੀ ਪਈ ਹੈ, ਸ੍ਰਿਸ਼ਟੀ ਵਿੱਚ ਅਸੀਂ ਪਰਮੇਸ਼ਰ ਦੀ ਬੁੱਧੀ, ਸ਼ਕਤੀ ਅਤੇ ਅਚੰਭੇ ਨੂੰ ਵੇਖਦੇ ਹਾਂ। ਅਸੀਂ ਉਸ ਦੇ ਪ੍ਰਾਣੀਆਂ ਲਈ ਉਸ ਦੀ ਚਿੰਤਾ ਨੂੰ ਵੇਖਦੇ ਹਾਂ, ਪਰ ਤੁਸੀਂ ਇਸ ਨੂੰ ਬਿਨਾਂ ਜਾਣੇ ਕਿ ਕੁਝ ਗਲਤ ਹੈ ਨਹੀਂ ਵੇਖ ਸਕਦੇ ਹੋ। ਇਹ ਇਸ ਤਰ੍ਹਾਂ ਹੈ ਕਿ ਸਾਡੇ ਵਿਵੇਕ ਦੀ ਡੂੰਘਾਈ ਵਿੱਚ ਕਿਤੇ ਸਾਨੂੰ ਯਾਦ ਹੈ ਕਿ ਇੱਕ ਸਮਾਂ ਸੀ, ਇੱਕ ਸਵਰਗ ਸੀ ਅਤੇ ਇਹ ਗੁਆਚ ਗਿਆ ਹੈ। ਪਰਮੇਸ਼ਰ ਨੇ ਇੱਕ ਸੋਹਣਾ ਸੰਸਾਰ ਬਣਾਇਆ ਹੈ। ਆਦਿ ਵਿੱਚ ਇਹ ਸਿੱਧ ਸੀ, ਪਰ ਮਨੁੱਖ ਦੇ ਪਾਪ ਦੇ ਕਾਰਨ ਹੁਣ ਇਹ ਇੱਕ ਦਰਦ ਦੇ ਸੰਸਾਰ ਵਿੱਚ ਹੈ। ਇਸ ਲਈ ਅਸੀਂ ਸੁੰਦਰਤਾ ਨੂੰ ਵੇਖਦੇ ਅਤੇ ਅਸੀਂ ਦਰਦ ਨੂੰ ਵੇਖਦੇ ਅਤੇ ਅਸੀਂ ਬਦਸੂਰਤੀ ਨੂੰ ਵੇਖਦੇ ਹਾਂ। ਇਹ ਸਭ ਵਿਪਰੀਤ ਲੱਗਦਾ ਹੈ, ਪਰ ਇਹ ਸਭ ਇਸ ਲਈ ਹੈ ਕਿ ਸੰਸਾਰ ਪਾਪ ਦੁਆਰਾ ਪ੍ਰਭਾਵਿਤ ਹੈ। ਪਰਮੇਸ਼ਰ ਦੇ ਅਚੰਭਿਆਂ ਨੂੰ ਵੇਖਣਾ ਅਤੇ ਜਿਸ ਕਿਸੇ ਵੀ ਗੁਆਂਢ ਵਿੱਚ ਅਸੀਂ ਰਹਿੰਦੇ ਹਾਂ ਉਸ ਰਾਹੀਂ ਚੱਲਣਾ ਆਸਾਨ ਹੈ। ਤੁਸੀਂ ਵੇਖੋ, ਪੰਛੀ ਸਿਰ ਤੇ ਮੰਡਰਾ ਰਹੇ ਹਨ, ਫੁੱਲਾਂ ਦੀ ਸ਼ਾਨਦਾਰ ਸੁੰਦਰਤਾ, ਸੂਰਜ ਡੁੱਬਣ ਦੀ ਇੱਕ ਮਹਿਮਾ। ਫਿਰ ਵੀ ਤੁਹਾਡੇ ਵਿੱਚੋਂ ਕਈ ਪਰੇਸ਼ਾਨੀ ਵਿੱਚ ਹੋ ਸਕਦੇ ਹਨ। ਜਿਵੇਂ ਕਿ ਮੈਂ ਜੀਵ ਵਿਗਿਆਨ ਵਿੱਚ ਸਿੱਖਿਆ ਪਾਇਆ ਇੱਕ ਜਵਾਨ ਮਨੁੱਖ ਸਾਂ। ਮੈਂ ਆਪਣੇ ਆਪ ਨੂੰ ਪੁੱਛਿਆ, ਇਹ ਸਭ ਜਮਾਂਦਰੂ, ਅਪਾਹਜਾਂ, ਬਿਮਾਰੀਆਂ, ਤਬਾਹੀਆਂ, ਅੱਗ, ਹੜ੍ਹ, ਅਕਾਲ ਅਤੇ ਰੋਗਾਂ ਬਾਰੇ ਕੀ ਹੈ? ਇਹਨਾਂ ਸਭਨਾਂ ਗੱਲਾਂ ਵਿੱਚ ਪਰਮੇਸ਼ਰ ਕਿਤੇ ਹੈ? ਕੀ ਉਹ ਅਚੰਭਿਆਂ ਦਾ ਪਰਮੇਸ਼ਰ ਹੈ ਜਿਸ ਨੇ ਕੀਤਾ? ਬਾਈਬਲ ਬੜੀ ਸਪਸ਼ਟਤਾ ਨਾਲ ਸਾਨੂੰ ਦੱਸਦੀ ਹੈ, ਨਹੀਂ। ਅਚੰਭਿਆਂ ਦਾ ਪਰਮੇਸ਼ਰ ਉਹ ਹੈ ਜਿਸ ਨੇ ਸਾਰੇ ਅਚੰਭੇ ਜੋ ਅਸੀਂ ਵੇਖਦੇ ਨੂੰ ਰਚਿਆ
ਸੁੰਦਰਤਾ ਅਤੇ ਬਨਾਵਟ ਦਾ ਅਚੰਭਾ। ਬਦਕਿਸਮਤੀ ਨਾਲ ਮਨੁੱਖ ਨੇ ਪਰਮੇਸ਼ਰ ਵਿਰੁੱਧ ਵਿਦਰੋਹ ਕੀਤਾ, ਪਰ ਜੋ ਪਰਮੇਸ਼ਰ ਨੇ ਕੀਤਾ ਉਹ ਪੂਰਨ ਅਸਧਾਰਨ ਸੀ। ਭਾਵੇਂ ਕਿ ਅਸੀਂ ਉਸ ਵਿਰੁੱਧ ਵਿਦਰੋਹ ਕੀਤਾ ਅਤੇ ਅਸੀਂ ਜਿਉਂਦੇ ਰਹਿਣ ਦੇ ਹੱਕਦਾਰ ਵੀ ਨਹੀਂ ਸਾਂ, ਅਸੀਂ ਹੋਂਦ ਵਿੱਚ ਹੋਣ ਦੇ ਹੱਕਦਾਰ ਨਹੀਂ ਸਾਂ, ਫਿਰ ਵੀ ਉਹ ਸਾਡੇ ਵਰਗਾ ਇੱਕ ਬਣਨ ਲਈ ਸੰਸਾਰ ਵਿੱਚ ਆਇਆ। ਯਿਸੂ ਨੇ ਆਖਿਆ, ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਕੀ ਤੁਸੀਂ ਆਪਣਾ ਪੁੱਤਰ ਦੇਵੋਗੇ, ਇਹ ਜਾਣਦੇ ਹੋਏ ਕਿ ਉਹ ਨਫ਼ਰਤ ਕੀਤਾ ਅਤੇ ਸਤਾਇਆ ਅਤੇ ਕੋਰੜੇ ਮਾਰਿਆ ਅਤੇ ਕੁੱਟਿਆ ਅਤੇ ਤਾਂ ਠੱਠਾ ਕੀਤਾ ਅਤੇ ਸਲੀਬ ਦਿੱਤਾ ਜਾਵੇਗਾ? ਪਰਮੇਸ਼ਰ ਜਾਣਦਾ ਸੀ ਕਿ ਕੀ ਹੋਵੇਗਾ। ਮੈਂ ਅਕਸਰ ਯਿਸੂ ਬਾਰੇ ਸੋਚਦਾ, ਉਹ ਵੀ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਉਹ ਕਿਸ ਦਾ ਸਾਹਮਣਾ ਕਰੇਗਾ। ਕੋਈ ਵੀ ਹੈਰਾਨ ਹੋ ਸਕਦਾ ਹੈ ਕਿ ਇੱਕ ਮਨੁੱਖ ਕਾਫੀ ਸਮਾਂ ਪਹਿਲਾਂ ਸਾਨੂੰ ਸੰਭਾਵੀ ਮੌਤ ਤੋਂ ਬਚਾਉਣ ਲਈ ਧੂੜ ਮਿੱਟੀ ਦੀਆਂ ਸੜਕਾਂ ਤੇ ਤੁਰਿਆ। ਉਹ ਸਾਨੂੰ ਕਿਵੇਂ ਨਵੇਂ ਜਨਮ ਵਿੱਚ ਖੜਾ ਕਰ ਸਕਦਾ ਹੈ। ਪਰ ਯਾਦ ਰੱਖੋ, ਯਿਸੂ ਮਸੀਹ ਜੋ ਸਾਡੇ ਲਈ ਮਰ ਗਿਆ, ਜੀਵਨ ਦਾ ਸਿਰਜਣਹਾਰ ਹੈ। ਕਿੰਨਾ ਅਦਭੁਤ ਪਰਮੇਸ਼ਰ! ਅਸਲੀਅਤ ਕਿ ਉਹ ਅਸਲ ਵਿੱਚ ਸਾਡੇ ਪਾਪ ਦੀ ਸਜ਼ਾ ਦੇ ਭੁਗਤਾਨ ਲਈ ਅਤੇ ਤਦ ਜੋ ਅਸੀਂ ਕੀਤਾ ਸੀ ਤੋਂ ਸਾਨੂੰ ਬਚਾਉਣ ਲਈ ਮੁਕਤੀ ਦਾ ਮੁਫਤ ਤੋਹਫਾ ਦੇਣ ਲਈ ਸਾਡੇ ਸੰਸਾਰ ਵਿੱਚ ਆਇਆ। ਤੁਸੀਂ ਵੇਖੋ, ਅਸਲ ਵਿੱਚ ਅਸੀਂ ਸ੍ਰਿਸ਼ਟੀ ਦੇ ਪਰਮੇਸ਼ਰ ਵਿਰੁੱਧ ਵੱਡਾ ਰਾਜਦਰੋਹ ਕੀਤਾ ਸੀ, ਅਤੇ ਫਿਰ ਵੀ ਉਹਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਉਹ ਸਾਡੇ ਪਾਪਾਂ ਦੇ ਭੁਗਤਾਨ ਦਾ ਪ੍ਰਬੰਧ ਕਰਨ ਲਈ ਸੰਸਾਰ ਵਿੱਚ ਆਇਆ, ਤਾਂ ਜੋ ਅਸੀਂ ਸਦੀਪਕ ਕਾਲ ਉਸ ਨਾਲ ਬਿਤਾ ਸਕੀਏ। ਵਾਹ, ਕਿੰਨਾ ਅਦਭੁਤ ਪਰਮੇਸ਼ਰ! ਪਵਿੱਤਰ ਸ਼ਾਸਤਰ ਦੇ ਅਨੁਸਾਰ ਇਹ ਮਹਾਨ ਸਿਰਜਣਹਾਰ ਉਹ ਹੈ ਜਿਸ ਨੇ ਸਿਰਫ ਸਭ ਕੁਝ ਬਣਾਇਆ ਹੀ ਨਹੀਂ, ਪਰ ਉਸਨੇ ਸਾਨੂੰ ਸਾਡੇ ਪਾਪਾਂ ਤੋਂ ਵੀ ਛੁਡਾਇਆ ਹੈ। ਯਿਸੂ ਮਸੀਹ ਇਸ ਧਰਤੀ ਤੇ ਆਇਆ, ਸਾਡੇ ਸਥਾਨ ਤੇ ਇੱਕ ਸਿੱਧ ਜੀਵਨ ਨੂੰ ਬਿਤਾਇਆ, ਸਲੀਬ ਤੇ ਮਰ ਗਿਆ ਅਤੇ ਉਸ ਦਾ ਲਹੂ ਸਾਡੇ ਲਈ ਵਹਾਇਆ ਗਿਆ ਸੀ। 3 ਦਿਨਾਂ ਬਾਅਦ ਉਹ ਜੀ ਉੱਠਿਆ। ਉਹ ਅੱਜ ਵੀ ਜਿਉਂਦਾ ਹੈ, ਅਤੇ ਜੋ ਕੋਈ ਵੀ ਉਸ ਤੇ ਵਿਸ਼ਵਾਸ ਕਰਦਾ ਹੈ ਅਤੇ ਉਸ ਨੂੰ ਸਵੀਕਾਰ ਕਰਦਾ ਅਤੇ ਇਹ ਸਵੀਕਾਰ ਕਰਦਾ ਕਿ ਅਸੀਂ ਕੌਣ ਹਾਂ ਅਤੇ ਅਸੀਂ ਕੀ ਕੀਤਾ ਹੈ ਅਤੇ ਮਾਫੀ ਨੂੰ ਮੰਗਦਾ ਅਤੇ ਆਪਣੇ ਪਾਪਾਂ ਤੋਂ ਮੁੜਦਾ, ਸਿਰਜਣਹਾਰ ਨਾਲ ਸਦੀਪਕ ਕਾਲ ਲਈ ਇੱਕ ਸਬੰਧ ਵਿੱਚ ਦਾਖਲ ਹੋ ਸਕਦਾ ਹੈ। ਇਹ ਖੁਸ਼ਖਬਰੀ ਹੈ। ਸੰਭਾਵੀ ਸ੍ਰਿਸ਼ਟੀ ਦੇ ਸਾਰੇ ਪਹਿਲੂਆਂ ਵਿੱਚੋਂ ਸਭ ਤੋਂ ਅਦਭੁਤ ਇਹ ਹੈ ਕਿ ਪਰਮੇਸ਼ਰ ਸਾਨੂੰ ਇਕੱਲਾ ਨਹੀਂ ਛੱਡੇਗਾ। ਉਸਨੇ ਉਸਦੇ ਆਪਣੇ ਪੁੱਤਰ ਨੂੰ ਸਾਨੂੰ ਬਹਾਲ ਕਰਨ ਲਈ ਭੇਜਿਆ। ਅਸੀਂ ਉਸ ਦੀ ਦੂਜੀ ਆਮਦ ਦੀ ਰਾਹ ਉਡੀਕਦੇ ਹਾਂ, ਜਦੋਂ ਇੱਕ ਵਾਰ ਫੇਰ ਬਘਿਆੜ ਅਤੇ ਲੇਲਾ ਇਕੱਠੇ ਚਰਨਗੇ। ਉਹ ਮੇਰੇ ਪਵਿੱਤਰ ਪਰਬਤ ਵਿੱਚ ਨਾ ਸੱਟ ਲਾਉਣਗੇ ਅਤੇ ਨਾ ਨਾਸ ਕਰਨਗੇ, ਪਰ ਧਰਤੀ ਯਹੋਵਾ ਦੇ ਗਿਆਨ ਨਾਲ ਇਉਂ ਭਰੀ ਹੋਵੇਗੀ ਜਿਵੇਂ ਕਿ ਪਾਣੀ ਸਮੁੰਦਰ ਨੂੰ ਭਰਦਾ ਹੈ। ਇਹ ਯਸ਼ਾਇਆ ਵਿੱਚ ਅਦਭੁਤ ਭਾਗ ਹੈ। ਵਾਹ, ਪਰਮੇਸ਼ਰ ਦਾ ਛੁਡਾਉਣ ਵਾਲਾ ਪਿਆਰ! ਉਹ ਸਭਨਾਂ ਅਚੰਭਿਆਂ ਵਿੱਚੋਂ ਮਹਾਨ ਹੈ। ਸੱਚਮੁੱਚ ਸਾਡਾ ਪਰਮੇਸ਼ਰ ਅਚੰਭਿਆਂ ਦਾ ਪਰਮੇਸ਼ਰ ਹੈ, ਅਤੇ ਸਭ ਤੋਂ ਮਹਾਨ ਅਚੰਭਾ ਉਸ ਦਾ ਅਪਾਰ ਪਿਆਰ ਹੈ। ਪਵਿੱਤਰ ਸ਼ਾਸਤਰ ਵਰਣਨ ਕਰਦਾ ਹੈ ਕਿ ਪਰਮੇਸ਼ਰ ਪਿਆਰ ਹੈ, ਅਤੇ ਉਸਨੇ ਉਸਦੇ ਪਿਆਰ ਨੂੰ ਉਸਦੇ ਜੀਵਨ ਨੂੰ ਦੇਣ ਲਈ ਹੇਠਾਂ ਆਉਣ ਦੁਆਰਾ ਪ੍ਰਦਰਸ਼ਿਤ ਕੀਤਾ, ਤਾਂ ਜੋ ਅਸੀਂ ਉਸ ਨਾਲ ਸਦਾ ਲਈ ਮੇਲ ਕਰ ਸਕੀਏ। ਯਿਸੂ ਮਸੀਹ ਸਾਡਾ ਸਿਰਜਣਹਾਰ ਹੈ। ਸਲੀਬ ਤੇ ਉਸਨੇ ਸਾਡੇ ਪਾਪਾਂ ਨੂੰ ਸਹਿ ਲਿਆ ਅਤੇ ਤਦ ਮੁਰਦਿਆਂ ਵਿੱਚੋਂ ਜੀ ਉੱਠਿਆ। ਪ੍ਰਭੂ ਯਿਸੂ ਹੁਣ ਸਭਨਾਂ ਲਈ ਜੋ ਉਸ ਵੱਲ ਉਹਨਾਂ ਦੇ ਪਾਪਾਂ ਤੋਂ ਮੁੜਨਗੇ ਅਤੇ ਉਸ ਤੇ ਵਿਅਕਤੀਗਤ ਭਰੋਸਾ ਕਰਨਗੇ, ਸਦੀਪਕ ਜੀਵਨ ਦੀ ਪੇਸ਼ਕਸ਼ ਕਰਦਾ ਹੈ। ਆਪਣੇ ਵਿਸ਼ਵਾਸ ਨੂੰ ਯਿਸੂ ਮਸੀਹ ਤੇ ਰੱਖਣ ਦੁਆਰਾ ਤੁਸੀਂ ਵਿਸ਼ਵ ਦੇ ਪਰਮੇਸ਼ਰ ਨਾਲ ਇੱਕ ਸਬੰਧ ਵਿੱਚ ਦਾਖਲ ਹੋ ਸਕਦੇ, ਜੋ ਸਦੀਪਕ ਕਾਲ ਤੱਕ ਰਹੇਗਾ। ਇਹ ਉਸ ਦਾ ਮੁਫਤ ਤੋਹਫਾ ਅਤੇ ਤੁਹਾਡੇ ਲਈ ਉਸ ਦੀ ਇੱਛਾ ਹੈ। ਇਕੱਲੇ ਪਰਮੇਸ਼ਰ ਦਾ ਜੋ ਇਸ ਤਰ੍ਹਾਂ ਦੇ ਮਹਾਨ ਅਚੰਭੇ ਕਰਦਾ, ਮਹਿਮਾ, ਧੰਨਵਾਦ ਅਤੇ ਆਦਰ ਸਦਾ ਲਈ ਹੈ। Bless the Lord, O my soul, bless His holy, His wonderful name. Bless the Lord, O my soul, for His love will forever remain. Your Creator is worthy of praise. Your Sustainer has poured out His grace. He poured out His mercy on those who would fear Him. He poured out His love, His forgiveness of sin. Bless the Lord, O my soul, bless His holy, His wonderful name. Sing to Him a new tune, sing to Him from the deep of your soul. Meditate on His word, don't forget how His stripes made you whole. Your Creator is worthy of praise. Your Sustainer has poured out His grace. He poured out His mercy on those who would fear Him. He poured out His love, His forgiveness of sin.
you say. Trust completely, don't fret, he will guide you each step of the way. You are his, nothing may come between.